ਸਰਦਾਰ ਨਰਿੰਦਰ ਕਪੂਰ ਦੀ ਪੁਸਤਕ ਅੰਤਰਝਾਤ ਦਾ ਲੇਖ ਹੈ। ਧਿਆਨ ਨਾਲ ਟੁਰੋ, ਝੱਲੇ ਜੇ ਹੋ ਕੇ। ਹਾਰੇ ਹੋਏ ਜੈਕਾਰਿਆਂ ਨਾਲ ਪੰਥ ਨਹੀਂ ਸਿਰਜੇ ਜਾ ਸਕਦੇ। ਕਈਆਂ ਦੇ ਜੀਵਨ ਅੰਦਰ ਜੋੜਾਂ ਵਿੱਚ ਦਰਦ ਉੱਠਣ ਤੋਂ ਸਿਵਾਏ ਕੁਝ ਨਹੀਂ ਵਾਪਰਦਾ। ਅਨੇਕਾਂ ਲੋਕ ਹਨ ਜਿਹੜੇ ਆਪਣਾ ਸਾਰਾ ਧਿਆਨ ਤੇ ਆਪਣੀ ਸਮੁੱਚੀ ਦ੍ਰਿਸ਼ਟੀ ਕੇਵਲ ਨੁਕਸ ਲੱਭਣ ਵਿੱਚ ਰੋਲ ਦਿੰਦੇ ਹਨ। ਉਹ ਬਹਾਰ ਵਿੱਚ ਵੀ ਪਤਝੜ ਨੂੰ ਉਡੀਕਦੇ ਹਨ। ਜਿਸ ਦਰਖਤ ਉੱਤੇ ਪਤਝੜ ਹੀ ਵਸਦੀ ਰਹੇ ਤੇ ਜਿਸ ਦਰਖਤ ਉੱਤੇ ਬਹਾਰ ਵਿੱਚ ਵੀ ਪੱਤੇ ਨਾ ਆਉਣ, ਉਸ ਦਰਖਤ ਉੱਤੇ ਕੋਈ ਵੀ ਪੰਛੀ ਆਲ੍ਹਣਾ ਨਹੀਂ ਪਾਉਂਦਾ। ਜਿਹੜੇ ਜਵਾਨੀ ਵਿੱਚ ਵੀ ਬਿਮਾਰ ਹੁੰਦੇ ਹਨ, ਉਹ ਕਿਸੇ ਦਾ ਆਦਰਸ਼, ਕਿਸੇ ਦਾ ਸਾਥ ਜਾਂ ਕਿਸੇ ਦਾ ਨਿੱਘ ਵੀ ਨਹੀਂ ਬਣਦੇ। ਜਿਹੜੇ ਬੂਟੇ ਧਰਤੀ ਦੀ ਥਾਂ ਗਮਲਿਆਂ 'ਚ ਉੱਗਦੇ ਹਨ, ਉਹਨਾਂ ਦੇ ਪਰਛਾਵੇਂ ਤਾਂ ਹੁੰਦੇ ਹਨ, ਪਰ ਉਹਨਾਂ ਦੀ ਛਾਂ ਨਹੀਂ ਹੁੰਦੀ। ਉਹਨਾਂ 'ਤੇ ਪੀਂਘਾਂ ਨਹੀਂ ਪੈਂਦੀਆਂ, ਉੱਥੇ ਤੀਆਂ ਨਹੀਂ ਲੱਗਦੀਆਂ, ਉੱਥੇ ਜ਼ਿੰਦਗੀ ਦੀ ਅਸੀਸ ਨਹੀਂ ਹੁੰਦੀ। ਉਹਨਾਂ ਦੇ ਬੂਹੇ ਜ਼ਿੰਦਗੀ ਵੱਲ ਖੁੱਲ੍ਹੇ ਨਹੀਂ ਹੁੰਦੇ। ਅੰਦਰੋਂ ਬੰਦ ਕੀਤੇ ਦਰਵਾਜ਼ਿਆਂ ਵਾਲਾ ਘਰ ਕਿਸੇ ਦੀ ਧਰਵਾਸ ਨਹੀਂ ਬਣਦਾ। ਅਜਿਹੇ ਘਰਾਂ ਦੀਆਂ ਕੰਧਾਂ ਛੱਤ ਦੀ ਜ਼ਿੰਮੇਵਾਰੀ ਚੁੱਕਣ ਤੋਂ ਇਨਕਾਰੀ ਹੋ ਜਾਂਦੀਆਂ ਹਨ। ਜ਼ਿੰਮੇਵਾਰੀ ਤੋਂ ਬਿਨਾਂ ਜ਼ਿੰਦਗੀ ਦੇ ਕੋਈ ਅਰਥ ਨਹੀਂ ਹੁੰਦੇ। ਜਦੋਂ ਮਨੁੱਖ ਨੂੰ ਜ਼ਿੰਮੇਵਾਰੀ ਮਿਲ ਜਾਂਦੀ ਹੈ, ਉਸ ਨੂੰ ਜ਼ਿੰਦਗੀ ਦਾ ਉਦੇਸ਼ ਮਿਲ ਜਾਂਦਾ ਹੈ। ਹਰ ਮਨੁੱਖ ਵਧੇਰੇ ਜ਼ਿੰਮੇਵਾਰੀ ਲਈ ਤੰਗਦਾ ਹੈ। ਇੱਕ ਦੂਜੇ ਦੀ ਜ਼ਿੰਮੇਵਾਰੀ ਚੁੱਕਣ ਨਾਲ ਅਸੀਂ ਸਾਰੇ ਸ਼ਕਤੀਸ਼ਾਲੀ ਹੋ ਸਕਦੇ ਹਾਂ। ਜਦੋਂ ਤੱਕ ਮਨੁੱਖ ਦੀ ਟੇਕ ਕਿਸਮਤ ਤੋਂ ਹਟ ਕੇ ਮਿਹਨਤ ਉੱਤੇ ਨਹੀਂ ਟਿਕਦੀ, ਜਦੋਂ ਤੱਕ ਉਸ ਵਿੱਚ ਜ਼ਿੰਮੇਵਾਰੀ ਦੀ ਭਾਵਨਾ ਨਹੀਂ ਜਾਗਦੀ, ਉਦੋਂ ਤੱਕ ਜ਼ਿੰਦਗੀ ਵਿੱਚ ਇਨਕਲਾਬ ਵੀ ਨਹੀਂ ਵਾਪਰਦੇ। ਜ਼ਿੰਮੇਵਾਰੀ ਦੀ ਭਾਵਨਾ ਤੋਂ ਸੱਖਣਾ ਵਿਅਕਤੀ ਵਿਕਾਸ, ਪਰਿਵਰਤਨ ਅਤੇ ਭਵਿੱਖ ਦਾ ਵਿਰੋਧੀ ਹੁੰਦਾ ਹੈ। ਪਰਿਵਰਤਨ ਅਤੇ ਵਿਕਾਸ ਪ੍ਰਤੀ ਅਪਣਾਇਆ ਵਿਰੋਧੀ ਪੈਂਤੜਾ ਸਾਨੂੰ ਕਮਜ਼ੋਰ ਕਰ ਦਿੰਦਾ ਹੈ। ਸਾਡੇ ਕੋਲੋਂ ਜ਼ਿੰਦਗੀ ਦੀ ਸੇਧ ਗੁਆਚ ਜਾਂਦੀ ਹੈ। ਕਮਜ਼ੋਰਾਂ ਕੋਲ ਜੇ ਸੇਧ ਨਾ ਹੋਵੇ ਤਾਂ ਉਹ ਬਗਾਵਤ ਕਰਕੇ ਹੋਰ ਕਮਜ਼ੋਰ ਹੋ ਜਾਂਦੇ ਹਨ। ਬੱਚਿਆਂ ਕੋਲ ਜੇ ਆਦਰਸ਼ ਨਾ ਹੋਵੇ ਤਾਂ ਉਹਨਾਂ ਨੂੰ ਸੇਧ ਵੀ ਨਹੀਂ ਲੱਭਦੀ। ਜੇ ਤੁਹਾਡੇ ਬੱਚਿਆਂ ਵਿੱਚ ਕੁਝ ਨਵਾਂ ਕਰਨ ਦਾ ਸਾਹਸ ਨਹੀਂ, ਤਾਂ ਉਹ ਨਾ ਗਲਤੀਆਂ ਕਰਨ ਦੀ ਮੌਜ ਮਾਣ ਸਕਣਗੇ ਤੇ ਨਾ ਹੀ ਕੁਝ ਮੌਲਿਕ ਅਤੇ ਸੱਜਰਾ ਸਿਰਜ ਸਕਣਗੇ। ਕੁਝ ਨਵਾਂ ਕਰਨ ਲਈ ਆਪਣੀ ਮਾਤ ਭਾਸ਼ਾ ਵਿੱਚ ਨਿਪੁੰਨ ਹੋਣਾ ਅਤੇ ਆਪਣੇ ਦੇਸ਼ ਉੱਤੇ ਮਾਣ ਕਰਨਾ ਬੁਨਿਆਦੀ ਆਧਾਰ ਹਨ। ਜਿਹੜੀਆਂ ਕੌਮਾਂ ਆਪਣੇ ਬੱਚਿਆਂ ਨੂੰ ਮੁੱਢਲੀ ਸਿੱਖਿਆ ਆਪਣੀ ਮਾਤ ਭਾਸ਼ਾ ਵਿੱਚ ਨਹੀਂ ਦਿੰਦੀਆਂ, ਉਹੀ ਕੌਮਾਂ ਜਾਂ ਤਾਂ ਗੁਲਾਮ ਰਹਿ ਚੁੱਕੀਆਂ ਹੁੰਦੀਆਂ ਹਨ ਜਾਂ ਗੁਲਾਮ ਹੋ ਜਾਂਦੀਆਂ ਹਨ। ਅਜਿਹੀਆਂ ਕੌਮਾਂ ਦੇ ਜੀਵਨ ਵਿੱਚ ਨਕਲ ਪ੍ਰਧਾਨ ਹੁੰਦੀ ਹੈ। ਉਹਨਾਂ ਦੇ ਜੀਵਨ ਵਿੱਚ ਕੁਝ ਵੀ ਮੌਲਿਕ ਨਹੀਂ ਵਾਪਰਦਾ। ਅਜਿਹੇ ਲੋਕਾਂ ਕੋਲ ਕੱਪੜੇ ਅਨੇਕ ਹੁੰਦੇ ਹਨ, ਪਰ ਪਿੰਡੇ ਦੇ ਕੱਜੇ ਹੋਏ ਹੋਣ ਦਾ ਅਹਿਸਾਸ ਨਹੀਂ ਹੁੰਦਾ। ਪਕਵਾਨ ਬੇਸ਼ੁਮਾਰ ਹੁੰਦੇ ਹਨ, ਪਰ ਭੁੱਖ ਨਹੀਂ ਰੱਜਦੀ। ਸਫ਼ਰ ਦੇ ਬੜੇ ਸਾਧਨ ਹੁੰਦੇ ਹਨ, ਪਰ ਭਟਕਣ ਨਹੀਂ ਮਿਟਦੀ। ਧਨ ਅਥਾਹ ਹੁੰਦਾ ਹੈ, ਪਰ ਗਰੀਬੀ ਨਹੀਂ ਮੁੱਕਦੀ। ਅਜਿਹੇ ਲੋਕ ਸੋਚ, ਸਰੀਰ ਤੇ ਰੂਹ ਸਭ ਪੱਖਾਂ ਤੋਂ ਗਰੀਬ ਹੁੰਦੇ ਹਨ। ਅਜੋਕੇ ਸੰਸਾਰ ਦੀਆਂ ਉਹ ਕੌਮਾਂ ਅਤੇ ਉਹ ਦੇਸ਼ ਹੀ ਆਜ਼ਾਦ ਅਤੇ ਖੁਸ਼ਹਾਲ ਹਨ, ਜਿੱਥੇ ਬੱਚਿਆਂ ਨੂੰ ਮੁੱਢਲੀ ਸਿੱਖਿਆ ਉਹਨਾਂ ਦੀ ਮਾਤ ਭਾਸ਼ਾ 'ਚ ਮਿਲਦੀ ਹੈ। ਮਾਤ ਭਾਸ਼ਾ ਉਹ ਪੱਤਣ ਹੈ ਜਿੱਥੋਂ ਸਾਡੇ ਇਰਾਦਿਆਂ, ਵਿਚਾਰਾਂ ਤੇ ਸੁਪਨਿਆਂ ਨੇ ਜ਼ਿੰਦਗੀ ਦੇ ਦਰਿਆ ਵਿੱਚ ਠਿੱਲਣਾ ਹੁੰਦਾ ਹੈ। ਮਾਤ ਭਾਸ਼ਾ ਦਾ ਸੰਬੰਧ ਬਚਪਨ ਨਾਲ ਹੈ। ਬਚਪਨ ਨੂੰ ਅਸੀਂ ਜ਼ਿੰਦਗੀ ਭਰ ਨਹੀਂ ਭੁੱਲਦੇ। ਜਿਵੇਂ ਬੱਚੇ ਦੇ ਮੁੱਢਲੇ ਵਰ੍ਹੇ ਉਹਦੀ ਮਾਂ ਦੇ ਸਾਥ ਵਿੱਚ ਗੁਜ਼ਰਨੇ ਚਾਹੀਦੇ ਹਨ, ਉਵੇਂ ਹੀ ਮੁੱਢਲੇ ਵਿਚਾਰ ਤੇ ਮੁੱਢਲੀ ਕਲਪਨਾ ਮਾਤ ਭਾਸ਼ਾ ਵਿੱਚ ਜਾਗਣੀ ਚਾਹੀਦੀ ਹੈ। ਮਾਤ ਭਾਸ਼ਾ ਵਿੱਚ ਨਿਪੁੰਨ ਹੋਣ ਉਪਰੰਤ ਮਨੁੱਖ ਨੂੰ ਵੱਧ ਤੋਂ ਵੱਧ ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ ਹਨ, ਕਿਉਂਕਿ ਮਨੁੱਖ ਨੇ ਜ਼ਿੰਦਗੀ ਦੇ ਕਈ ਪੱਤਣਾਂ ਉੱਤੇ ਵਿਚਰਨਾ ਹੁੰਦਾ ਹੈ। ਮਾਤ ਭਾਸ਼ਾ ਸਾਡੇ ਵਿੱਚ ਇਖਲਾਕੀ ਅਮੀਰੀ ਤੇ ਰੂਹਾਨੀ ਖੁਸ਼ਹਾਲੀ ਉਪਜਾਉਂਦੀ ਹੈ ਅਤੇ ਸਾਡਾ ਅਸਮਾਨ ਵੱਡਾ ਹੋ ਜਾਂਦਾ ਹੈ। ਮਾਤ ਭਾਸ਼ਾ ਸਾਨੂੰ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਂਦੀ ਹੈ।
ਮਾਤ ਭਾਸ਼ਾ ਤੋਂ ਬਿਨਾਂ ਸਾਡੇ ਵਿੱਚ ਮਾਲਕੀ ਦਾ ਅਹਿਸਾਸ ਨਹੀਂ ਜਾਗਦਾ ਅਤੇ ਸਾਡੀ ਸਥਿਤੀ ਨੌਕਰਾਂ ਵਾਲੀ ਬਣੀ ਰਹਿੰਦੀ ਹੈ। ਸੰਸਾਰ ਵਿੱਚ ਜ਼ਿੰਮੇਵਾਰੀ ਦੇ ਪੱਖ ਤੋਂ ਦੋ ਪ੍ਰਕਾਰ ਦੇ ਲੋਕ ਹੁੰਦੇ ਹਨ। ਇੱਕ ਉਹ ਜਿਨ੍ਹਾਂ ਨੂੰ ਕੰਮ ਦੱਸਣਾ ਪੈਂਦਾ ਹੈ ਅਤੇ ਦੂਜੇ ਉਹ ਜਿਹੜੇ ਆਪਣਾ ਕੰਮ ਆਪੇ ਲੱਭ ਲੈਂਦੇ ਹਨ। ਪਹਿਲੀ ਪ੍ਰਕਾਰ ਦੇ ਲੋਕਾਂ ਨੂੰ ਨੌਕਰ ਕਿਹਾ ਜਾਂਦਾ ਹੈ, ਜਦੋਂ ਕਿ ਦੂਜੀ ਪ੍ਰਕਾਰ ਦੇ ਲੋਕ ਮਾਲਕ ਹੁੰਦੇ ਹਨ ਜਾਂ ਮਾਲਕ ਬਣ ਜਾਂਦੇ ਹਨ। ਨੌਕਰੀ ਵਿੱਚ ਉਦੇਸ਼ ਜ਼ਿੰਮੇਵਾਰੀ ਤੋਂ ਬਚਣਾ ਹੁੰਦਾ ਹੈ, ਜਦੋਂ ਕਿ ਮਾਲਕ ਦੀ ਇੱਛਾ ਜ਼ਿੰਮੇਵਾਰੀ ਨਿਭਾਉਣ ਦੀ ਹੁੰਦੀ ਹੈ। ਜਿਹੜਾ ਕੰਮ ਜ਼ਿੰਮੇਵਾਰੀ ਨਾਲ ਨਾ ਕੀਤਾ ਜਾਏ ਅਤੇ ਜਿਸ ਵਿੱਚੋਂ ਆਨੰਦ ਨਾ ਮਿਲੇ, ਉਸ ਨੂੰ ਨੌਕਰੀ ਕਹਿੰਦੇ ਹਨ। ਨੌਕਰ ਰੁਕਾਵਟਾਂ ਦੀ ਭਾਸ਼ਾ ਬੋਲਦੇ ਹਨ। ਮਾਲਕ ਰੁਕਾਵਟਾਂ ਵਿੱਚੋਂ ਪੁਲ ਸਿਰਜ ਲੈਂਦੇ ਹਨ। ਕਹਿੰਦੇ ਹਨ, ਜਦੋਂ ਤੁਸੀਂ ਜ਼ਿੰਮੇਵਾਰੀ ਨੂੰ ਪ੍ਰਵਾਨ ਕਰ ਲਓਗੇ ਤਾਂ ਰੁਕਾਵਟਾਂ ਪੁਲ ਬਣਦੀਆਂ ਜਾਣਗੀਆਂ। ਮਾਲਕ ਕਦੇ ਵੀ ਬੇਰੁਜ਼ਗਾਰ ਨਹੀਂ ਹੁੰਦੇ। ਨੌਕਰ ਲੱਗਣ ਵਾਲੇ ਭਾਵਨਾ ਵਾਲੇ ਲੋਕ ਹੀ ਬੇਰੁਜ਼ਗਾਰ ਹੁੰਦੇ ਹਨ। ਨੌਕਰ ਦੀ ਭਾਵੇਂ ਕਿੰਨੀ ਵੀ ਤਨਖਾਹ ਹੋਵੇ, ਉਹ ਨੌਕਰ ਹੈ। ਮਾਲਕ ਦੀ ਆਮਦਨ ਭਾਵੇਂ ਕਿੰਨੀ ਵੀ ਥੋੜ੍ਹੀ ਹੋਵੇ, ਉਹ ਮਾਲਕ ਹੈ। ਜ਼ਿੰਮੇਵਾਰੀ ਦੀ ਭਾਵਨਾ ਨਾਲ ਨੌਕਰ ਵੀ ਮਾਲਕ ਬਣ ਸਕਦੇ ਹਨ, ਬੇਰੁਜ਼ਗਾਰ ਵੀ ਸਫਲ ਹੋ ਸਕਦੇ ਹਨ। ਸੰਸਾਰ ਦੀ ਦਿਲਚਸਪੀ ਤੁਹਾਨੂੰ ਸਫਲ ਬਣਾਉਣ ਵਿੱਚ ਹੈ, ਕਿਉਂਕਿ ਇਸ ਸੰਸਾਰ ਨੂੰ ਸਫਲ ਵਿਅਕਤੀਆਂ ਤੋਂ ਕਈ ਪ੍ਰਕਾਰ ਦਾ ਲਾਭ ਪਹੁੰਚਦਾ ਹੈ। ਅਸੀਂ ਅਸਫਲ ਇਸ ਲਈ ਹੁੰਦੇ ਹਾਂ ਕਿਉਂਕਿ ਸਾਡੀ ਆਪਣੀ ਸਫਲਤਾ ਵਿੱਚ ਵੀ ਦਿਲਚਸਪੀ ਨਹੀਂ ਹੁੰਦੀ। ਮੇਰੇ ਇੱਕ ਮਿੱਤਰ ਹਨ ਜਿਨ੍ਹਾਂ ਨੇ ਜ਼ਿੰਦਗੀ ਦਾ ਲੰਮਾ ਅਰਸਾ ਇਹ ਕਹਿੰਦਿਆਂ ਗੁਜ਼ਾਰ ਦਿੱਤਾ ਕਿ ਉਹਨਾਂ ਕੋਲ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੂੰਜੀ ਨਹੀਂ ਹੈ। ਜਦੋਂ ਉਹਨਾਂ ਲਈ ਪੂੰਜੀ ਦਾ ਪ੍ਰਬੰਧ ਕੀਤਾ ਗਿਆ ਤਾਂ ਮਿਲਣੋਂ ਹੀ ਹਟ ਗਏ ਅਤੇ ਉਦੋਂ ਹੀ ਮਿਲੇ ਜਦੋਂ ਉਹਨਾਂ ਨੇ ਰਾਤ ਭਰ ਬੋਤਲ ਉੱਤੇ ਭਰਪੂਰ ਮਿਹਨਤ ਕਰਕੇ ਆਪਣੇ ਉੱਜੜਨ ਦੇ ਸੁਪਨੇ ਸਾਕਾਰ ਕਰ ਲਏ ਸਨ। ਉਹਨਾਂ ਨੇ ਆਪਣਾ ਮਕਾਨ ਵੇਚ ਦਿੱਤਾ ਹੈ ਅਤੇ ਆਪਣੀ ਬੀਵੀ ਨੂੰ ਆਪਣੀ ਅਸਫਲਤਾ ਦਾ ਦੋਸ਼ ਦਿੰਦੇ ਹੋਏ ਉਹਨੂੰ ਤਲਾਕ ਦੇਣ ਲਈ ਮੁਕੱਦਮਾ ਲੜ ਰਹੇ ਹਨ। ਕਿਸੇ ਦੀ ਸਫਲਤਾ ਵਿੱਚ ਕਿਸਮਤ ਇੱਕ ਬਹੁਤ ਛੋਟਾ ਜਿਹਾ ਪੱਖ ਹੁੰਦੀ ਹੈ, ਜਦੋਂ ਕਿ ਫੈਸਲਾਕੁਨ ਰੋਲ ਮਿਹਨਤ ਅਤੇ ਜ਼ਿੰਮੇਵਾਰੀ ਨਿਭਾਉਂਦੀ ਹੈ। ਮਿਹਨਤ ਤੋਂ ਬਿਨਾਂ ਜ਼ਿੰਮੇਵਾਰੀ ਦੇ ਅਤੇ ਜ਼ਿੰਮੇਵਾਰੀ ਤੋਂ ਬਿਨਾਂ ਮਿਹਨਤ ਦੇ ਕੋਈ ਅਰਥ ਨਹੀਂ ਹੁੰਦੇ। ਸੰਸਾਰ ਵਿੱਚ ਜਿਹੜੇ ਵਿਅਕਤੀ ਸਫਲ, ਪ੍ਰਸਿੱਧ ਜਾਂ ਮਹਾਨ ਹੋਏ ਹਨ, ਉਹਨਾਂ ਦੇ ਜੀਵਨ ਵੇਰਵੇ ਘੋਖ ਕੇ ਵੇਖ ਲਓ। ਕਿਸਮਤ ਵਰਗੀ ਚੀਜ਼ ਤੁਹਾਨੂੰ ਉਹਨਾਂ ਦੇ ਜੀਵਨ ਵਿੱਚ ਕਿਧਰੇ ਵੀ ਵਿਖਾਈ ਨਹੀਂ ਦੇਵੇਗੀ। ਉਹਨਾਂ ਨੇ ਉਹ ਸਥਿਤੀਆਂ ਆਪ ਉਪਜਾਈਆਂ ਸਨ ਜਿਨ੍ਹਾਂ ਨੂੰ ਅਸੀਂ ਕਿਸਮਤ ਕਹਿੰਦੇ ਹਾਂ। ਸਫਲ ਹੋਣ ਲਈ ਪੈਸਾ ਨਹੀਂ ਚਾਹੀਦਾ ਹੁੰਦਾ, ਜ਼ਿੰਮੇਵਾਰੀ ਦੀ ਭਾਵਨਾ ਚਾਹੀਦੀ ਹੁੰਦੀ ਹੈ। ਚੰਗੀਆਂ ਆਦਤਾਂ ਮਹਿੰਗੀਆਂ ਨਹੀਂ ਹੁੰਦੀਆਂ ਅਤੇ ਮਹਿੰਗੀਆਂ ਆਦਤਾਂ ਚੰਗੀਆਂ ਨਹੀਂ ਹੁੰਦੀਆਂ। ਬਹੁਤੇ ਧਨ ਦੀ ਲੋੜ ਭੈੜੀਆਂ ਆਦਤਾਂ ਲਈ ਹੀ ਹੁੰਦੀ ਹੈ। ਜ਼ਿੰਦਗੀ ਦੇ ਹਰ ਖੇਤਰ ਵਿੱਚ ਜਾਂ ਜੀਵਨ ਦੇ ਹਰ ਪੜਾਅ ਉੱਤੇ ਅਸਫਲ ਹੋਣਾ ਸੰਭਵ ਨਹੀਂ ਹੁੰਦਾ। ਸਫਲਤਾ ਹਮੇਸ਼ਾ ਮਿਹਨਤ ਅਤੇ ਜ਼ਿੰਮੇਵਾਰੀ ਦੇ ਅਨੁਪਾਤ ਵਿੱਚ ਹੀ ਮਿਲਦੀ ਹੈ। ਕਾਲਵਸ ਅਸੀਂ ਪਹਿਲੇ ਹੀ ਯਤਨ ਵਿੱਚ ਸਫਲ ਹੋਣਾ ਚਾਹੁੰਦੇ ਹਾਂ, ਜਦੋਂ ਕਿ ਜ਼ਿੰਦਗੀ ਸਾਡੇ ਤੋਂ ਹੋਰ ਅਭਿਆਸ, ਧੀਰਜ ਅਤੇ ਮਿਹਨਤ ਦੀ ਮੰਗ ਕਰਦੀ ਹੈ। ਕੋਈ ਵੀ ਪਹਿਲੇ ਯਤਨ ਵਿੱਚ ਸਫਲ ਨਹੀਂ ਹੁੰਦਾ। ਹਰ ਕਿਸੇ ਦੀ ਜ਼ਿੰਦਗੀ ਵਿੱਚ ਮੌਕੇ ਦੇ ਰੂਪ ਵਿੱਚ ਕਿਸਮਤ ਜਾਗਦੀ ਹੈ। ਕੋਈ ਸਾਰਾ ਦਿਨ ਸੁਪਨੇ ਵੇਖਦੇ ਰਹਿੰਦੇ ਹਨ, ਕਈ ਸਾਰਾ ਦਿਨ ਕੰਮ ਕਰਦੇ ਹਨ। ਸਫਲ ਉਹ ਹੁੰਦੇ ਹਨ ਜਿਹੜੇ ਪਹਿਲਾਂ ਸੁਪਨੇ ਵੇਖਦੇ ਹਨ ਅਤੇ ਫਿਰ ਉਸ ਸੁਪਨੇ ਨੂੰ ਅਸਲੀਅਤ ਵਿੱਚ ਉਲਥਾਉਣ ਲਈ ਜ਼ਿੰਮੇਵਾਰੀ ਨਾਲ ਮਿਹਨਤ ਕਰਦੇ ਹਨ। ਹਰ ਕੋਈ ਲੰਮਾ ਜੀਵਨ ਜਿਉਣਾ ਚਾਹੁੰਦਾ ਹੈ, ਪਰ ਕਿਸੇ ਕੋਲ ਕਿਉਂ ਦਾ ਕੋਈ ਉੱਤਰ ਨਹੀਂ ਹੁੰਦਾ। ਜਿਹੜੇ ਜ਼ਿੰਮੇਵਾਰੀ ਨਾਲ ਜਿਉਂਦੇ ਹਨ, ਉਹੀ ਸ਼ਿੱਦਤ ਨਾਲ ਜਿਉਂਦੇ ਹਨ। ਜਿੱਤਣ ਦੀ ਇੱਛਾ ਸਾਡੇ ਸਾਰਿਆਂ 'ਚ ਹੁੰਦੀ ਹੈ, ਪਰ ਕਾਰਜ ਸਾਡੇ ਅਸਫਲ ਹੋਣ ਵਾਲੇ ਹੁੰਦੇ ਹਨ। ਹਰ ਕੋਈ ਸਵਰਗ ਜਾ ਸਕਦਾ ਹੈ, ਪਰ ਕਰਮ ਸਾਡੇ ਨਰਕ ਜਾਣ ਵਾਲੇ ਹੁੰਦੇ ਹਨ। ਅਸੀਂ ਸਵਰਗ ਇਸ ਲਈ ਨਹੀਂ ਜਾ ਸਕਦੇ ਕਿਉਂਕਿ ਅਸੀਂ ਆਪਣੇ ਨਾਲ ਆਪਣਾ ਨਰਕ ਵੀ ਲੈ ਕੇ ਜਾਣਾ ਚਾਹੁੰਦੇ ਹਾਂ। ਅਸੀਂ ਕੰਮ ਲਾਪਰਵਾਹੀ ਨਾਲ ਕਰਦੇ ਹਾਂ, ਪਰ ਫਲ ਜ਼ਿੰਮੇਵਾਰੀ ਵਾਲਾ ਭਾਲਦੇ ਹਾਂ। ਜਿੱਥੇ ਸਾਰੇ ਰੋ ਰਹੇ ਹੋਣ, ਉੱਥੇ ਕੋਈ ਕਿਸੇ ਦੇ ਅੱਥਰੂ ਨਹੀਂ ਪੂੰਝਦਾ। ਜੇ ਤੁਸੀਂ ਆਪਣੀਆਂ ਲਾਪਰਵਾਹੀ ਵਾਲੀਆਂ ਆਦਤਾਂ ਨਹੀਂ ਬਦਲਣੀਆਂ ਤਾਂ ਹੋਰ ਗਿਆਨ ਕਿਉਂ ਪ੍ਰਾਪਤ ਕਰਨਾ ਚਾਹੁੰਦੇ ਹੋ? ਜੇ ਜ਼ਿੰਮੇਵਾਰੀ ਦੀ ਭਾਵਨਾ ਹੋਵੇ ਤਾਂ ਹਰ ਧੱਕਾ ਸਾਨੂੰ ਜ਼ਿੰਦਗੀ ਵਿੱਚ ਅੱਗੇ ਹੀ ਲੈ ਕੇ ਜਾਂਦਾ ਹੈ।
ਪਰ ਜੇ ਤੁਸੀਂ ਟਸ ਤੋਂ ਮਸ ਨਹੀਂ ਹੋਣਾ ਤਾਂ ਧੱਕੇ ਜਿੰਨੇ ਮਰਜ਼ੀ ਪੈਣ, ਤੁਸੀਂ ਕੁਝ ਵੀ ਨਹੀਂ ਸਿੱਖੋਗੇ। ਬਹੁਤੇ ਲੋਕ ਜਿਉਂਦੇ ਨਹੀਂ, ਉਹ ਮੌਤ ਨੂੰ ਟਾਲਣ ਦੇ ਆਰ ਵਿੱਚ ਰੁੱਝੇ ਰਹਿੰਦੇ ਹਨ। ਬਹੁਤ ਘੱਟ ਲੋਕ ਹੁੰਦੇ ਹਨ ਜਿਹੜੇ ਕੰਮ ਕਰਕੇ ਥੱਕਦੇ ਹਨ। ਮਾਲਕ ਨਹੀਂ ਥੱਕਦੇ, ਥੱਕਦੇ ਨੌਕਰ ਹੀ ਹਨ। ਨੌਕਰ ਕੰਮ ਆਰੰਭਣ ਤੋਂ ਪਹਿਲਾਂ ਹੀ ਥੱਕੇ ਹੋਏ ਹੁੰਦੇ ਹਨ। ਸੱਚ ਤਾਂ ਇਹ ਹੈ ਕਿ ਕੰਮ ਵਿੱਚੋਂ ਕੋਈ ਥਕਾਵਟ ਨਹੀਂ ਉਪਜਦੀ। ਥਕਾਵਟ ਕੰਮ ਪ੍ਰਤੀ ਸਾਡੇ ਦ੍ਰਿਸ਼ਟੀਕੋਣ ਵਿੱਚ ਹੁੰਦੀ ਹੈ। ਸਾਡੀ ਕੰਮ ਵਿੱਚ ਦਿਲਚਸਪੀ ਨਹੀਂ ਹੁੰਦੀ। ਦਿਲਚਸਪੀ ਕੰਮ ਤੋਂ ਹੋਣ ਵਾਲੀ ਆਮਦਨ ਜਾਂ ਲਾਭ ਵਿੱਚ ਹੁੰਦੀ ਹੈ। ਜਦੋਂ ਤੱਕ ਕੰਮ ਵਿੱਚ ਦਿਲਚਸਪੀ ਨਹੀਂ ਉਪਜਦੀ, ਜਿਹੜੀ ਜ਼ਿੰਮੇਵਾਰੀ ਦੀ ਭਾਵਨਾ ਬਿਨਾਂ ਉਪਜ ਨਹੀਂ ਸਕਦੀ, ਉਦੋਂ ਤੱਕ ਸਾਡੇ ਅਨੁਭਵ, ਸਾਡੀ ਸੋਚ ਅਤੇ ਸਾਡੇ ਵਿਹਾਰ ਵਿੱਚ ਵਿਸ਼ਾਲਤਾ ਨਹੀਂ ਆਉਂਦੀ। ਮੈਨੂੰ ਉਹਨਾਂ ਦਿਨਾਂ ਦੀ ਉਡੀਕ ਹੈ ਜਦੋਂ ਸਕੂਲ ਲੱਗਣ ਵੇਲੇ ਬੱਚੇ ਉਵੇਂ ਦੌੜ ਕੇ ਪਹੁੰਚਿਆ ਕਰਨਗੇ ਜਿਵੇਂ ਅੱਜ ਕੱਲ੍ਹ ਉਹ ਛੁੱਟੀ ਹੋਣ ਵੇਲੇ ਸਕੂਲ ਵਿੱਚੋਂ ਬਾਹਰ ਨਿਕਲਦੇ ਹਨ। ਬਿਸਤਰੇ ਵਿੱਚ ਲੇਟ ਕੇ ਕੀਤੇ ਵਾਰ ਕਿਸੇ ਨੂੰ ਪੋਰਸ ਜਾਂ ਸਿਕੰਦਰ ਨਹੀਂ ਬਣਾ ਸਕਦੇ। ਸੰਸਿਆਂ ਨਾਲ ਕੀਤੇ ਪਿਆਰ ਵਿੱਚੋਂ ਹੀਰ ਜਾਂ ਰਾਂਝਾ ਨਹੀਂ ਉਪਜਦੇ। ਜੇ ਜ਼ਿੰਦਗੀ ਦੀ ਬਾਜ਼ੀ ਖੇਡਣੀ ਆਉਂਦੀ ਹੋਵੇ ਤਾਂ ਗੀਟੇ ਲੱਭਣੇ ਨਹੀਂ ਪੈਂਦੇ। ਸੌਖੀਆਂ ਜਿੱਤਾਂ ਦਾ ਮਾਣ ਸਤਿਕਾਰ ਨਹੀਂ ਹੁੰਦਾ। ਠੇਡਾ ਉਦੋਂ ਹੀ ਲੱਗਦਾ ਹੈ ਜਦੋਂ ਅਸੀਂ ਜ਼ਿੰਮੇਵਾਰੀ ਤੋਂ ਡਰ ਕੇ ਦੌੜਨ ਦਾ ਯਤਨ ਕਰਦੇ ਹਾਂ। ਰਾਹ ਪੈਰਾਂ ਦੀ ਆਬਰੂ ਹੁੰਦੇ ਹਨ। ਜਿਨ੍ਹਾਂ ਦੀਆਂ ਅੱਖਾਂ ਵਿੱਚ ਦੁਮੇਲਾਂ ਪ੍ਰਤੀ ਹੁੰਗਾਰਾ ਨਹੀਂ ਹੁੰਦਾ, ਉਹ ਸੰਸਿਆਂ ਸੰਗ ਲਾਵਾਂ ਫੇਰਿਆਂ ਵਾਂਗ ਉੱਥੇ ਹੀ ਘੁੰਮਦੇ ਰਹਿੰਦੇ ਹਨ। ਜਿਸ ਨੇ ਕਦੀ ਕੋਈ ਗਲਤੀ ਨਹੀਂ ਕੀਤੀ, ਉਸਨੇ ਕਦੇ ਕੋਈ ਮੁੱਲਵਾਨ ਅਨੁਭਵ ਵੀ ਪ੍ਰਾਪਤ ਨਹੀਂ ਕੀਤਾ ਹੁੰਦਾ। ਅਜਿਹੇ ਵਿਅਕਤੀ ਦਾ ਗਿਆਨ ਡੂੰਘਾ ਨਹੀਂ ਹੁੰਦਾ। ਗਿਆਨ ਕਦੇ ਵੀ ਸਾਨੂੰ ਮੁਸ਼ਕਿਲ 'ਚ ਨਹੀਂ ਪਾਉਂਦਾ। ਮੁਸ਼ਕਿਲ ਵਿੱਚ ਸਾਨੂੰ ਉਹ ਅਗਿਆਨਤਾ ਪਾਉਂਦੀ ਹੈ ਜਿਸ ਨੂੰ ਅਸੀਂ ਗਿਆਨ ਸਮਝਣ ਦਾ ਭੁਲੇਖਾ ਸਿਰਜ ਲੈਂਦੇ ਹਾਂ। ਜੀਵਨ ਦੀਆਂ ਮੁਸ਼ਕਿਲਾਂ ਹਰ ਕਿਸੇ ਵਿੱਚ ਜ਼ਿੰਮੇਵਾਰੀ ਦੀ ਭਾਵਨਾ ਦੇ ਵੱਖਰੇ ਵੱਖਰੇ ਹੋਣ ਕਾਰਨ ਹਨ। ਜਿਹੋ ਜਿਹੀ ਜ਼ਿੰਮੇਵਾਰੀ ਨਾਲ ਅਸੀਂ ਅੱਜ ਵਿਚਰਾਂਗੇ, ਉਹੋ ਜਿਹਾ ਹੀ ਸਾਡਾ ਕੱਲ੍ਹ ਹੋਵੇਗਾ। ਜੇ ਅੱਜ ਅਸੀਂ ਬੱਚਤ ਨਹੀਂ ਕਰਾਂਗੇ ਤਾਂ ਕੱਲ੍ਹ ਨੂੰ ਸਾਡੇ ਕੋਲ ਕੋਈ ਪੂੰਜੀ ਨਹੀਂ ਹੋਵੇਗੀ। ਜਿਨ੍ਹਾਂ ਵਿੱਚ ਜ਼ਿੰਮੇਵਾਰੀ ਦੀ ਭਾਵਨਾ ਨਹੀਂ ਹੁੰਦੀ, ਉਹ ਲਾਟਰੀ ਰਾਹੀਂ ਅਮੀਰ ਹੋਣ ਦਾ ਭਰਮ ਪਾਲਦੇ ਹਨ। ਭਰਮ ਹੁੰਦੇ ਹਨ, ਇਹ ਕਦੇ ਯਥਾਰਥ ਨਹੀਂ ਬਣਦੇ। ਲਾਟਰੀ ਨਾਲ ਅਮੀਰ ਹੋਣ ਦੀ ਜਾਂ ਜੂਆ ਖੇਡ ਕੇ ਬੱਚਤ ਕਰਨ ਦੀ ਕੋਈ ਉਦਾਹਰਨ ਕਿਸੇ ਇਤਿਹਾਸ 'ਚ ਨਹੀਂ ਮਿਲਦੀ। ਸਾਡੇ ਇਤਿਹਾਸ ਨਾਲ ਸਾਡੇ ਵਿੱਚ ਨਿਰਮਾਣਤਾ ਹੋਣੀ ਚਾਹੀਦੀ ਸੀ, ਪਰ ਅਸੀਂ ਉਹਨੂੰ ਆਪਣੇ ਹੰਕਾਰ ਦਾ ਝੰਡਾ ਬਣਾ ਲਿਆ ਹੈ। ਸਰਬੱਤ ਦਾ ਭਲਾ ਕਿਸੇ ਦਾ ਸਿਰ ਲੈ ਕੇ ਨਹੀਂ ਹੁੰਦਾ, ਆਪਣਾ ਸੀਸ ਦੇ ਕੇ ਹੁੰਦਾ ਹੈ। ਨਿਰਮਾਣਤਾ ਨਾਲ ਸਾਡੇ ਪ੍ਰਭਾਵ ਦਾ ਜੁਗਰਾਫੀਆ ਵਿਸ਼ਾਲ ਹੋਣਾ ਚਾਹੀਦਾ ਸੀ, ਪਰ ਹੰਕਾਰ ਕਾਰਨ ਇਹ ਸੁੰਗੜ ਗਿਆ ਹੈ। ਜਿਸ ਕੌਮ ਕੋਲ ਡੂੰਘੀ ਜ਼ਿੰਮੇਵਾਰੀ ਦਾ ਅਹਿਸਾਸ ਅਤੇ ਤਾਰੀਖ ਦੀ ਅਮੀਰ ਵਿਰਾਸਤ ਹੋਵੇ, ਉਸ ਕੌਮ ਦੇ ਜੁਗਰਾਫੀਏ ਦਾ ਕੋਈ ਹੱਦ ਬੰਨਾ ਨਹੀਂ ਰਹਿੰਦਾ। ਜਿਹੜੀ ਕੌਮ ਜ਼ਿੰਮੇਵਾਰੀ ਨਾਲ ਵਿਚਰਨ ਦੀ ਥਾਂ ਬੇਮੁਹਾਰ ਹੋ ਕੇ ਵਿਚਰਦੀ ਹੈ, ਉਸ ਦੇ ਜੁਗਰਾਫੀ ਦੀਆਂ ਹੱਦਾਂ ਹੀ ਗੁਆਚ ਜਾਂਦੀਆਂ ਹਨ। ਉਸ ਦੀ ਹਵੇਲੀ ਸੁੰਗੜ ਕੇ ਪੀੜ੍ਹੀ ਜਿੰਨੀ ਥਾਂ ਰਹਿ ਜਾਂਦੀ ਹੈ। ਜਿਹੜੀ ਕੌਮ ਆਪਣੇ ਵਿਰਸੇ ਨੂੰ ਭੁੱਲ ਜਾਂਦੀ ਹੈ, ਉਸ ਤੋਂ ਜ਼ਿੰਮੇਵਾਰੀ ਵਾਲੇ ਸਾਰੇ ਕੰਮ ਖੋਹ ਲਏ ਜਾਂਦੇ ਹਨ। ਜ਼ਿੰਮੇਵਾਰੀ ਦੀ ਅਣਹੋਂਦ ਕਾਰਨ ਕੁਝ ਲੋਕਾਂ ਦਾ ਵਿਹਾਰ ਸਮੁੱਚੀ ਕੌਮ ਦੀ ਸਿਰ ਪੀੜ ਬਣ ਜਾਂਦਾ ਹੈ। ਅਜਿਹੇ ਸਮਾਜ ਭਵਿੱਖ ਵੱਲ ਨਹੀਂ, ਅਤੀਤ ਵੱਲ ਵੇਖਣ ਕਾਰਨ ਖੜੋਤ ਦਾ ਸ਼ਿਕਾਰ ਹੋ ਜਾਂਦੇ ਹਨ। ਸਮਾਜਿਕ ਵਰਤਾਰੇ ਆਪ ਨਹੀਂ ਬਦਲਦੇ। ਇਹਨਾਂ ਨੂੰ ਬਦਲਣ ਵਾਸਤੇ ਜ਼ਿੰਮੇਵਾਰੀ ਨਾਲ ਭਰੇ ਹੋਏ ਉੱਚੇ ਮੋਢਿਆਂ ਉੱਤੇ ਵੱਡੇ ਤੇ ਰੌਸ਼ਨ ਦਿਮਾਗਾਂ ਦੀ ਲੋੜ ਹੁੰਦੀ ਹੈ। ਸਮਾਜਿਕ ਵਰਤਾਰੇ ਉਦੋਂ ਬਦਲਦੇ ਹਨ ਜਦੋਂ ਹਰ ਕਿਸੇ ਨੂੰ ਆਪਣੇ ਵਿਚਾਰਾਂ ਨੂੰ ਜ਼ਿੰਮੇਵਾਰੀ ਨਾਲ ਪ੍ਰਗਟਾਉਣ ਅਤੇ ਹਰ ਕਿਸੇ ਵਿੱਚ ਜ਼ਿੰਮੇਵਾਰੀ ਨਾਲ ਸਹਿਮਤ ਜਾਂ ਅਸਹਿਮਤ ਹੋਣ ਦੀ ਖੁੱਲ੍ਹ ਹੁੰਦੀ ਹੈ। ਸਮਝਣਾ ਅਤੇ ਸਮਝਾਉਣਾ ਸਿੱਖਿਆ ਦੇ ਦੋ ਮੂਲ ਆਧਾਰ ਹਨ। ਵਿਚਾਰ ਵਿਚਾਰਾਂ ਨਾਲ ਵਿਆਹ ਕਰਕੇ ਨਵੇਂ ਵਿਚਾਰਾਂ ਨੂੰ ਜਨਮ ਦਿੰਦੇ ਹਨ। ਜੇ ਵਿਚਾਰਾਂ ਦਾ ਪ੍ਰਵਾਹ ਚੱਲ ਪਵੇ ਤਾਂ ਗਿਆਨ ਦੇ ਦਰਿਆ ਵਹਿਣ ਲੱਗ ਪੈਂਦੇ ਹਨ। ਕੋਈ ਵੀ ਕਵੀ ਆਰੰਭ ਵਿੱਚ ਹੀ ਮਹਾਂਕਾਵਿ ਨਹੀਂ ਲਿਖ ਸਕਦਾ। ਹਰ ਚਿੱਤਰਕਾਰ ਪਹਿਲਾਂ ਪਰੰਪਰਾਗਤ ਰੰਗਾਂ ਵਿੱਚ ਪਰੰਪਰਾਗਤ ਚਿੱਤਰ ਬਣਾਉਂਦਾ ਹੈ।
ਜਦੋਂ ਉਹਦੀ ਕਲਪਨਾ ਉਡਾਣ ਭਰਦੀ ਹੈ ਤਾਂ ਉਹਦੇ ਰੰਗ ਅਤੇ ਰੇਖਾਵਾਂ ਦੋਵੇਂ ਬਦਲ ਜਾਂਦੀਆਂ ਹਨ ਅਤੇ ਜ਼ਿੰਮੇਵਾਰੀ ਭਰੀ ਮਿਹਨਤ ਸਦਕਾ ਉਹ ਸਧਾਰਨ ਜਿਹਾ ਵਿਅਕਤੀ ਆਪਣੇ ਹੁਨਰ ਦੀ ਰੌਣਕ ਸਦਕਾ ਨਿਪੁੰਨ ਉਸਤਾਦ ਹੋ ਨਿਬੜਦਾ ਹੈ ਅਤੇ ਲੋਕ ਉਹਦੇ ਕੰਮ ਨੂੰ ਕਲਾ ਅਤੇ ਹੁਨਰ ਕਹਿਣ ਲੱਗ ਪੈਂਦੇ ਹਨ। ਆਪਣੀਆਂ ਅੱਖਾਂ ਉੱਤੇ ਪੱਟੀ ਬੰਨ੍ਹ ਕੇ ਕਿਸੇ ਦੀ ਅੱਖ ਵਿੱਚ ਤਲਵਾਰ ਨਾਲ ਕੱਜਲ ਪਾਉਣਾ ਕਿਸੇ ਮੇਲੇ ਦੇ ਦਰਸ਼ਕਾਂ ਨੂੰ ਤਾਂ ਹੈਰਾਨ ਕਰ ਸਕਦਾ ਹੈ, ਪਰ ਇਸ ਕਾਰਜ ਵਿੱਚ ਹੁਨਰ ਦਾ ਦਰਜਾ ਪ੍ਰਾਪਤ ਕਰਨ ਦੀ ਯੋਗਤਾ ਨਹੀਂ ਹੁੰਦੀ। ਜਿਸ ਕਲਾ ਨੂੰ ਦੂਜੇ ਲੋਕ ਅਪਣਾਉਣ ਲਈ ਤਿਆਰ ਨਹੀਂ ਹੁੰਦੇ ਉਹ ਹੁਨਰ ਨਹੀਂ ਹੁੰਦਾ। ਹੁਨਰ ਦੇ ਬਲ ਨਾਲ ਇੱਕ ਸਧਾਰਨ ਵਿਅਕਤੀ ਵੀ ਉਸਤਾਦ ਬਣ ਜਾਂਦਾ ਹੈ। ਉਸਤਾਦ ਦੋ ਪ੍ਰਕਾਰ ਦੇ ਹੁੰਦੇ ਹਨ। ਇੱਕ ਉਹ ਜਿਹੜੇ ਹੁਨਰ ਦੀ ਸਿਖਰ 'ਤੇ ਪਹੁੰਚ ਚੁੱਕੇ ਹੁੰਦੇ ਹਨ ਪਰ ਇਕੱਲੇ ਹੁੰਦੇ ਹਨ। ਉਹਨਾਂ ਨੇ ਆਪਣਾ ਕੋਈ ਵਿਦਿਆਰਥੀ, ਚੇਲਾ ਜਾਂ ਸ਼ਾਗਿਰਦ ਤਿਆਰ ਨਹੀਂ ਕੀਤਾ ਹੁੰਦਾ। ਉਹ ਆਪਣਾ ਹੁਨਰ ਆਪਣੇ ਨਾਲ ਲੈ ਕੇ ਟੁਰ ਜਾਂਦੇ ਹਨ। ਦੂਜੇ ਉਹ ਜਿਹੜੇ ਆਪਣੇ ਕੰਮ ਵਿੱਚ ਨਿਪੁੰਨ ਹੋਣ ਦੇ ਯਤਨ ਵਿੱਚ ਵੀ ਰਹਿੰਦੇ ਹਨ ਅਤੇ ਉਹ ਇੱਕ ਚੰਗੇ ਉਸਤਾਦ ਵੀ ਹੁੰਦੇ ਹਨ, ਜਿਨ੍ਹਾਂ ਨੇ ਇੱਕ ਚੰਗੇ ਅਤੇ ਜ਼ਿੰਮੇਵਾਰ ਅਧਿਆਪਕ ਵਾਂਗ ਅਨੇਕਾਂ ਸ਼ਾਗਿਰਦ ਪੈਦਾ ਕੀਤੇ ਹੁੰਦੇ ਹਨ, ਜਿਹੜੇ ਉਹਨਾਂ ਦੀ ਜਗਾਈ ਜੋਤ ਨੂੰ ਅੱਗੇ ਲਿਜਾਂਦੇ ਹਨ ਅਤੇ ਵਿਰਸੇ 'ਚ ਮਿਲੀ ਪਗਡੰਡੀ ਨੂੰ ਸ਼ਾਹ ਰਾਹ ਬਣਾ ਦਿੰਦੇ ਹਨ ਅਤੇ ਜਿਨ੍ਹਾਂ ਦੇ ਵਿਦਿਆਰਥੀ ਜੀਵਨ ਭਰ ਉਹਨਾਂ ਦੇ ਗੁਣ ਗਾ ਗਾ ਕੇ ਆਪਣਾ ਮਾਣ ਵਧਾਉਂਦੇ ਹਨ। ਹਰ ਕਿਸੇ ਦੀ ਜ਼ਿੰਦਗੀ ਵਿੱਚ ਅਨੇਕਾਂ ਅਜਿਹੇ ਉਸਤਾਦ ਆਉਂਦੇ ਹਨ ਜਿਹੜੇ ਸਾਨੂੰ ਅੰਦਰੋਂ ਬਾਹਰੋਂ ਬਦਲ ਦਿੰਦੇ ਹਨ। ਉਸਤਾਦ ਅਤੇ ਮਾਂ ਜ਼ਬਾਨ ਦੇ ਕੌੜੇ ਤਾਂ ਹੋ ਸਕਦੇ ਹਨ, ਮਨ ਦੇ ਮੈਲੇ ਨਹੀਂ ਹੁੰਦੇ। ਭੀੜ ਦੀ ਵਾਹਵਾ ਨਾਲੋਂ ਆਪਣੇ ਉਸਤਾਦ ਦਾ ਸਿਰ ਹਿੱਲਿਆ ਹੀ ਕਾਫੀ ਹੁੰਦਾ ਹੈ। ਸਾਡੇ ਸਕੂਲ ਵਿਚਲੀ ਇਮਾਰਤ ਦੇ ਥੰਮਲੇ ਸੰਗਮਰਮਰ ਦੇ ਅਤੇ ਛੱਤਾਂ ਉੱਚੀਆਂ ਨਹੀਂ ਸਨ। ਸਾਡੇ ਅਧਿਆਪਕ ਹੀ ਸਾਡੇ ਸਕੂਲ ਦੇ ਥੰਮਲੇ ਸਨ। ਉਹਨਾਂ ਵਿਚਲੀ ਜ਼ਿੰਮੇਵਾਰੀ ਦੀ ਭਾਵਨਾ ਹੀ ਸਾਡੇ ਸਕੂਲ ਦੀ ਸ਼ਕਤੀ ਸੀ। ਉਹਨਾਂ ਦਾ ਚਰਿੱਤਰ ਹੀ ਸਾਡੇ ਸਕੂਲ ਦੀ ਛੱਤ ਸੀ। ਸਾਡੇ ਸਕੂਲ ਵਿੱਚ ਲੰਮੇ ਉਸਤਾਦ ਤਾਂ ਕਈ ਸਨ, ਪਰ ਸਭ ਤੋਂ ਉੱਚੇ ਮਾਸਟਰ ਭਾਗ ਸਿੰਘ ਸਨ। ਜਿਵੇਂ ਸੰਸਾਰ ਦੇ ਹਰੇਕ ਜੀਅ ਦੀ ਲੋੜ ਪੂਰੀ ਕਰਨ ਲਈ ਸੂਰਜ ਕੋਲ ਚੋਖਾ ਚਾਨਣ ਹੁੰਦਾ ਹੈ, ਇਵੇਂ ਹਰ ਵਿਦਿਆਰਥੀ ਦੇ ਮੱਥੇ ਦੇ ਦੀਵੇ ਵਿੱਚ ਗਿਆਨ ਦੀ ਜੋਤ ਜਗਾਉਣ ਲਈ ਉਹਨਾਂ ਵਿੱਚ ਅਮਿੱਟਵਾਂ ਉਤਸ਼ਾਹ ਸੀ। ਸੂਰਜ ਦੇ ਚਾਨਣ ਬਦਲੇ ਅਸੀਂ ਸੂਰਜ ਨੂੰ ਕੀ ਦੇ ਸਕਦੇ ਹਾਂ? ਮਾਸਟਰ ਭਾਗ ਸਿੰਘ ਨੇ ਜੋ ਕੁਝ ਸਾਨੂੰ ਦਿੱਤਾ ਉਹ ਉਂਝ ਸਾਡੇ ਭਾਗਾਂ 'ਚ ਨਹੀਂ ਸੀ। ਮੇਰੇ ਕੋਲ ਕੁਝ ਵੀ ਨਹੀਂ ਜੋ ਮੈਂ ਉਹਨਾਂ ਦੇ ਪੈਰਾਂ 'ਤੇ ਟਿਕਾ ਸਕਾਂ। ਮੈਨੂੰ ਪਤਾ ਨਹੀਂ ਮਾਸਟਰ ਭਾਗ ਸਿੰਘ ਕਿੱਥੇ ਹਨ। ਉਹ ਜਿੱਥੇ ਵੀ ਹੋਣ, ਉਹਨਾਂ ਨੂੰ ਇਸ ਗੱਲ ਦਾ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਉਹਨਾਂ ਦੇ ਲਾਡਲੇ ਵਿਦਿਆਰਥੀ ਉਹਨਾਂ ਨੂੰ ਬੜਾ ਯਾਦ ਕਰਦੇ ਹਨ ਅਤੇ ਸਦਾ ਸਦਾ ਯਾਦ ਕਰਦੇ ਰਹਿਣਗੇ। ਮੈਨੂੰ ਵਿਸ਼ਵਾਸ ਹੈ ਕਿ ਇਸ ਸੰਸਾਰ ਵਿੱਚ ਜਾਂ ਉਸ ਸੰਸਾਰ ਵਿੱਚ ਉਹ ਜਿੱਥੇ ਵੀ ਹੋਣਗੇ, ਉਹ ਉਸ ਥਾਂ ਦਾ ਸੁਭਾਗ ਹੋਣਗੇ। ਉਹ ਥਾਂ ਪਵਿੱਤਰ ਹੋਏਗੀ, ਸਭ ਪ੍ਰਕਾਰ ਦੇ ਭ੍ਰਿਸ਼ਟਾਚਾਰ ਤੋਂ ਮੁਕਤ ਹੋਏਗੀ। ਭ੍ਰਿਸ਼ਟਾਚਾਰ ਜ਼ਿੰਮੇਵਾਰੀ ਦੀ ਅਣਹੋਂਦ ਵਿੱਚੋਂ ਉਪਜਦਾ ਹੈ। ਵਿਅਕਤੀ ਅਤੇ ਪਰਿਵਾਰਾਂ ਵਾਂਗ ਧਾਰਮਿਕ ਸਥਾਨਾਂ ਜਾਂ ਸੰਸਥਾਵਾਂ ਨੂੰ ਵੀ ਜਦੋਂ ਉਹਨਾਂ ਦੀ ਲੋੜ ਅਤੇ ਸਮਰੱਥਾ ਨਾਲੋਂ ਵੱਧ ਆਮਦਨ ਹੋਣ ਲੱਗ ਪੈਂਦੀ ਹੈ ਤਾਂ ਉਹ ਭ੍ਰਿਸ਼ਟ ਹੋ ਜਾਂਦੀਆਂ ਹਨ। ਭ੍ਰਿਸ਼ਟ ਵਿਅਕਤੀਆਂ ਵਿੱਚੋਂ ਜ਼ਿੰਮੇਵਾਰੀ ਦੀ ਭਾਵਨਾ ਲੋਪ ਹੋ ਜਾਂਦੀ ਹੈ ਅਤੇ ਇੱਛਾਵਾਂ ਦੀ ਹਵਸ ਅਤੇ ਕਬਜ਼ੇ ਦੀ ਲਾਲਸਾ ਉਪਜਦੀ ਹੈ। ਇਸ ਸਥਿਤੀ ਵਿੱਚੋਂ ਹੀ ਵੈਰ ਵਿਰੋਧ, ਸਾੜਾ, ਈਰਖਾ, ਨਿੰਦਾ, ਚੁਗਲੀ, ਬੇਈਮਾਨੀ ਆਦਿ ਦੋਸ਼ ਉਗੜਦੇ ਹਨ। ਲਾਲਚ ਸਦਾ ਇਸ ਸੰਸਾਰ ਪ੍ਰਤੀ ਹੁੰਦਾ ਹੈ, ਜਦੋਂ ਕਿ ਤਿਆਗ ਅਗਲੇਰੇ ਸੰਸਾਰ ਦੇ ਲਾਲਚ ਵਿੱਚੋਂ ਉਪਜਦਾ ਹੈ। ਲਾਲਚ ਵਿੱਚੋਂ ਚਿੰਤਾਵਾਂ ਉਪਜਦੀਆਂ ਹਨ। ਚਿੰਤਾਵਾਂ ਸਾਨੂੰ ਵਧੇਰੇ ਲਾਲਚ ਲਈ ਬੇਵੱਸ ਕਰਦੀਆਂ ਹਨ। ਇਵੇਂ ਧਨ ਇੱਕ ਵਸੀਲਾ ਨਾ ਰਹਿ ਕੇ ਇੱਕ ਉਦੇਸ਼ ਬਣ ਜਾਂਦਾ ਹੈ। ਕਈ ਵਿਅਕਤੀ ਸਾਰੀ ਉਮਰ ਇਮਾਨਦਾਰ ਰਹਿ ਕੇ ਅੰਤ ਨੂੰ ਬੇਈਮਾਨ ਹੋ ਜਾਂਦੇ ਹਨ ਅਤੇ ਵੱਡੇ ਵੱਡੇ ਬੇਈਮਾਨਾਂ ਨੂੰ ਮਾਤ ਪਾ ਦਿੰਦੇ ਹਨ। ਉਹ ਜ਼ਿੰਮੇਵਾਰੀ ਨਿਭਾਉਣ ਦੀ ਥਾਂ ਰੁਤਬੇ ਦਾ ਮਜ਼ਾ ਲੈਣ ਲੱਗ ਪੈਂਦੇ ਹਨ। ਜਿਹੜੀਆਂ ਚੀਜ਼ਾਂ ਮਜ਼ਾ ਦਿੰਦੀਆਂ ਹਨ ਉਹ ਮਹਿੰਗੀਆਂ, ਨੁਕਸਾਨਦੇਹ, ਗੈਰ ਕਾਨੂੰਨੀ, ਸਮਾਜ ਅਤੇ ਪਰਿਵਾਰ ਵਿਰੋਧੀ ਹੁੰਦੀਆਂ ਹਨ। ਰਾਜਸੀ ਤਾਕਤ ਦੀ ਇੱਛਾ ਆਪਣੇ ਆਪ ਵਿੱਚ ਇੱਕ ਭ੍ਰਿਸ਼ਟ ਵਿਚਾਰ ਹੈ। ਭ੍ਰਿਸ਼ਟਾਚਾਰ ਭਾਵੇਂ ਕਿੰਨਾ ਵੀ ਫੈਲ ਜਾਏ,
ਪ੍ਰਸ਼ੰਸਾ ਇਮਾਨਦਾਰੀ ਦੀ ਹੀ ਹੋਵੇਗੀ। ਜ਼ਿੰਮੇਵਾਰੀ ਤੋਂ ਇਨਕਾਰੀ ਵਿਅਕਤੀਆਂ ਦੀ ਗਿਣਤੀ ਵੱਧ ਰਹੀ ਹੈ, ਇਸੇ ਲਈ ਭ੍ਰਿਸ਼ਟਾਚਾਰ ਫੈਲ ਰਿਹਾ ਹੈ। ਅਜੇ ਤੱਕ ਕਿਸੇ ਸ਼ਰੀਫ ਵਿਅਕਤੀ ਦੀ ਇਹ ਇੱਛਾ ਨਹੀਂ ਹੋਈ ਕਿ ਉਹ ਬਦਮਾਸ਼ ਨਜ਼ਰ ਆਏ। ਜਿਹੜੇ ਲੋਕ ਕੋਈ ਕੰਮ ਨਹੀਂ ਕਰਦੇ ਉਹ ਕੰਮ ਕਰਨ ਵਾਲਿਆਂ ਨਾਲੋਂ ਵਧੇਰੇ ਥੱਕੇ ਹੋਏ ਹੁੰਦੇ ਹਨ। ਜੇਕਰ ਮਨੁੱਖ ਵਿੱਚ ਕੰਮ ਕਰਨ ਦੀ ਆਦਤ ਨਾ ਹੁੰਦੀ ਤਾਂ ਨਾ ਉਸ ਨੂੰ ਭੋਜਨ ਹਜ਼ਮ ਹੋਣਾ ਸੀ ਅਤੇ ਨਾ ਉਹਨੂੰ ਨੀਂਦ ਆਉਣੀ ਸੀ, ਨਾ ਉਹਨੂੰ ਖਾਣ ਪੀਣ ਸਵਾਦ ਲੱਗਣਾ ਸੀ, ਨਾ ਉਸਨੇ ਤੰਦਰੁਸਤ ਹੋਣਾ ਸੀ। ਨਾ ਹੀ ਮਨੁੱਖ ਇੰਨਾ ਸਿਆਣਾ ਅਤੇ ਤਕੜਾ ਹੋਣਾ ਸੀ ਅਤੇ ਨਾ ਹੀ ਉਹਨੇ ਕਿਸੇ ਦੇ ਕੰਮ ਆ ਸਕਣਾ ਸੀ। ਨਾ ਹੀ ਉਸਨੂੰ ਖੁਸ਼ੀ ਦਾ ਅਨੁਭਵ ਹੋਣਾ ਸੀ, ਨਾ ਹੀ ਉਸਨੇ ਕਿਸੇ ਨੂੰ ਪਿਆਰ ਕਰ ਸਕਣਾ ਸੀ। ਜੇ ਪਿਆਰ ਸੋਨੇ ਨਾਲ ਖਰੀਦਿਆ ਜਾ ਸਕਦਾ ਹੁੰਦਾ ਤਾਂ ਹੀਰ ਰਾਂਝੇ ਦੀ ਨਹੀਂ, ਸੋਨੇ ਦੀ ਲੰਕਾ ਵਾਲੇ ਰਾਵਣ ਦੀ ਪ੍ਰੇਮਿਕਾ ਹੁੰਦੀ। ਆਪਣੇ ਆਪ ਨੂੰ ਸਮਝੇ ਬਿਨਾਂ ਸੰਸਾਰ ਨੂੰ ਨਹੀਂ ਸਮਝਿਆ ਜਾ ਸਕਦਾ। ਇਸ ਸਮਝ ਲਈ ਆਪਣੀ ਜ਼ਿੰਮੇਵਾਰੀ ਆਪ ਚੁੱਕਣੀ ਪਏਗੀ। ਜਿੱਤਣ ਅਤੇ ਖੋਹਣ ਵਿੱਚ ਅੰਤਰ ਸਪਸ਼ਟ ਹੈ। ਪੁਰਸ਼ ਨੇ ਕਦੇ ਵੀ ਇਸਤਰੀ ਦਾ ਸਾਥ ਹਿੰਮਤ ਕਰਕੇ ਜਿੱਤਿਆ ਨਹੀਂ, ਫਰੇਬ ਕਰਕੇ ਖੋਇਆ ਹੈ। ਜੇ ਉਸਨੇ ਇਸਤਰੀ ਦੇ ਮਨ ਦੀ ਸਿਤਾਰ ਉੱਤੇ ਆਪਣੇ ਦਿਲ ਦੀ ਮਿਜ਼ਰਾਬ ਫੇਰੀ ਹੁੰਦੀ ਤਾਂ ਪੁਰਸ਼ ਵਾਸਤੇ ਇਸਤਰੀ ਕਦੇ ਵੀ ਬੁਝਾਰਤ ਨਾ ਬਣਦੀ। ਮਨੁੱਖ ਮੱਛੀ ਨੂੰ ਹਮੇਸ਼ਾ ਵਿਸ਼ਵਾਸ ਵਿੱਚ ਲੈ ਕੇ ਧੋਖਾ ਦਿੰਦਾ ਹੈ। ਫੁੱਲ ਤੋੜਨਾ ਕਦੇ ਵੀ ਮਨ੍ਹਾ ਨਹੀਂ ਹੁੰਦਾ। ਫੁੱਲ ਤੋੜਨ ਦਾ ਹੱਕ ਉਸ ਨੂੰ ਹੁੰਦਾ ਹੈ ਜਿਸ ਨੇ ਉਸ ਫੁੱਲ ਨੂੰ ਫੁੱਲ ਬਣਾਉਣ ਦੀ ਜ਼ਿੰਮੇਵਾਰੀ ਨਿਭਾਈ ਹੁੰਦੀ ਹੈ। ਵੇਲੇ ਸਿਰ ਫੁੱਲ ਨਾ ਤੋੜਨ ਨਾਲ ਟਹਿਣੀਆਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਬੂਟਿਆਂ ਦੀ ਉਮਰ ਘੱਟ ਜਾਂਦੀ ਹੈ। ਜ਼ਿੰਦਗੀ ਦੇ ਦਿਹਾੜੇ ਘੱਟ ਜਾਂਦੇ ਹਨ। ਰੱਬ ਕਰੇ ਤੁਸੀਂ ਜ਼ਿੰਦਗੀ ਦੇ ਸਾਰੇ ਦਿਹਾੜੇ ਜੀਵੋ। ਜਿਉਣ ਲਈ ਧਿਆਨ ਅਤੇ ਜ਼ਿੰਮੇਵਾਰੀ ਨਾਲ ਟੁਰਨਾ ਥੋੜ੍ਹੇ ਜਿਹੇ ਝੱਲੇ ਹੋ ਗਏ। ਧੰਨਵਾਦ। ਸਰਦਾਰ ਨਰਿੰਦਰ ਸਿੰਘ ਕਪੂਰ ਦੀ ਪੁਸਤਕ ਅੰਤਰਝਾਤ ਦਾ ਲੇਖ ਹੈ ਅੰਬਰ ਵਿੱਚ ਉਡਾਰੀ। ਭਾਵੇਂ ਝਾਂਜਰਾਂ ਬੰਨ੍ਹ ਲਈਏ ਪਰ ਜੇ ਨੱਚਣ ਦਾ ਚਾਅ ਅਤੇ ਯਤਨ ਨਾ ਹੋਵੇ ਤਾਂ ਨੱਚਿਆ ਨਹੀਂ ਜਾ ਸਕਦਾ। ਜਿਹੜਾ ਕੇਵਲ ਕੰਮ ਦੀ ਗੱਲ ਕਰਦਾ ਹੈ ਉਹ ਨਾ ਕਿਸੇ ਨੂੰ ਦੋਸਤ ਬਣਾ ਸਕਦਾ ਹੈ, ਨਾ ਹੀ ਕਿਸੇ ਨੂੰ ਪਿਆਰ ਕਰ ਸਕਦਾ ਹੈ। ਕਿਸੇ ਵੀ ਰਿਸ਼ਤੇ ਨੂੰ ਉਸਾਰਨ ਲਈ ਵਾਧੂ ਕੋਸ਼ਿਸ਼ ਕਰਨੀ ਪਵੇਗੀ। ਕਈ ਵਾਰੀ ਆਮਦਨ ਤਾਂ ਬਿਨਾਂ ਯਤਨ ਦੇ ਹੋ ਜਾਂਦੀ ਹੈ, ਪਰ ਬੱਚਤ ਕਰਨ ਲਈ ਯਤਨ ਕਰਨਾ ਪਵੇਗਾ। ਸਫਲਤਾ ਤਾਂ ਕੋਸ਼ਿਸ਼ ਤੋਂ ਬਿਨਾਂ ਮਿਲਦੀ ਹੀ ਨਹੀਂ। ਕੋਸ਼ਿਸ਼ ਤੋਂ ਬਿਨਾਂ ਅਸਫਲਤਾ ਵੀ ਅਸੰਭਵ ਹੈ। ਜਿਹੜੇ ਜ਼ਿੰਦਗੀ ਨੂੰ ਐਲਬਮ ਵਾਂਗ ਵੇਖਣ ਦੇ ਆਦੀ ਹੁੰਦੇ ਹਨ ਉਹ ਜ਼ਿੰਦਗੀ ਵਿੱਚ ਟੁਰਦੇ ਹੋਏ ਲਾਂਬੂ ਨਹੀਂ ਬਣਦੇ, ਨਾ ਹੀ ਉਹ ਡੂੰਘੇ ਪਾਣੀਆਂ ਵਿੱਚ ਉਤਰਦੇ ਹਨ। ਸਿਕੰਦਰ ਦੀ ਇੱਛਾ ਸਿਕੰਦਰ ਤੋਂ ਵੀ ਵੱਡੀ ਸੀ, ਪਰ ਸੰਸਾਰ ਵਿੱਚ ਉਹਦਾ ਨਾਂ ਉਹਦੀ ਇੱਛਾ ਕਾਰਨ ਨਹੀਂ, ਉਹਦੀ ਕੋਸ਼ਿਸ਼ ਕਾਰਨ ਹੈ। ਮਾਨਵ ਜਾਤੀ ਦੀ ਇਹ ਆਦਤ ਹੈ ਕਿ ਇਹ ਅਤੀਤ ਨੂੰ ਵਡਿਆਉਂਦੀ ਹੈ ਅਤੇ ਵਰਤਮਾਨ ਨੂੰ ਛੁਟਿਆਉਂਦੀ ਹੈ। ਇਹ ਯਤਨ ਕਰ ਰਹੇ ਵਿਅਕਤੀ ਨੂੰ ਉਤਸ਼ਾਹ ਨਹੀਂ ਦਿੰਦੀ, ਇਹ ਹਾਰ ਗਏ ਵਿਅਕਤੀ ਨੂੰ ਉਪਦੇਸ਼ ਦਿੰਦੀ ਹੈ। ਇਹ ਨਵੇਂ ਗਿਆਨ ਦੀ ਦਾਵਤ ਨਹੀਂ ਦਿੰਦੀ, ਇਹ ਜਾਣੇ ਪਛਾਣੇ ਨੂੰ ਮੁੜ ਦੁਹਰਾਉਣ ਲਈ ਮਜਬੂਰ ਕਰਦੀ ਹੈ। ਪਰ ਕੁਝ ਲੋਕ ਹੁੰਦੇ ਹਨ, ਇਹ ਹਰ ਯੁੱਗ ਵਿੱਚ ਹੋਏ ਹਨ, ਜਿਹੜੇ ਕੋਸ਼ਿਸ਼ ਕਰਕੇ ਸਮੁੱਚੀ ਮਾਨਵ ਜਾਤੀ ਨੂੰ ਨਵੇਂ ਰਾਹ ਪਾਉਂਦੇ ਹਨ। ਕਈ ਜੀਵਨ ਵਿੱਚ ਇਸ ਢੰਗ ਨਾਲ ਜਿਉਂਦੇ ਹਨ ਕਿ ਉਹ ਸਾਰੀ ਉਮਰ ਪਰਮਾਤਮਾ ਨੂੰ ਚਿੰਤਾ 'ਚ ਪਾਈ ਰੱਖਦੇ ਹਨ। ਵੇਖਿਆ ਗਿਆ ਹੈ ਕਿ ਮਨੁੱਖ ਨੂੰ ਕੁਝ ਵੀ ਜਦੋਂ ਲੋੜ ਨਾਲੋਂ ਵਧੇਰੇ ਪ੍ਰਾਪਤ ਹੋ ਜਾਂਦਾ ਹੈ ਤਾਂ ਉਹ ਵਧੀਕੀਆਂ ਕਰਨ ਲੱਗ ਪੈਂਦਾ ਹੈ, ਅਤੇ ਕਈ ਤਾਂ ਅਜਿਹੇ ਹੁੰਦੇ ਹਨ ਜਿਹੜੇ ਆਪਣੀ ਬਰਬਾਦੀ ਵਿੱਚ ਸਮੁੱਚੇ ਰਾਸ਼ਟਰ ਨੂੰ ਰਲਾ ਲੈਂਦੇ ਹਨ। ਆਤਮਾ ਸ਼ਬਦ ਦਾ ਪ੍ਰਯੋਗ ਗਿਆਨ ਦੇ ਸੰਦਰਭ ਵਿੱਚ ਹੀ ਹੁੰਦਾ ਹੈ ਅਤੇ ਇਵੇਂ ਹੀ ਜੀਵਨ ਦਾ ਸੰਕਲਪ ਕੋਸ਼ਿਸ਼ ਜਾਂ ਯਤਨ ਦੇ ਸੰਦਰਭ ਵਿੱਚ ਹੀ ਸਹੀ ਢੰਗ ਨਾਲ ਸਮਝਿਆ ਜਾ ਸਕਦਾ ਹੈ। ਸੰਸਾਰ ਦਾ ਕੋਈ ਵੀ ਕਾਰਜ ਯਤਨ ਤੋਂ ਬਿਨਾਂ ਸੰਭਵ ਨਹੀਂ ਹੋ ਸਕਦਾ। ਯਤਨ ਨਾਲ ਹੀ ਉਜਾੜਾਂ ਆਬਾਦ ਹੋ ਜਾਂਦੀਆਂ ਹਨ ਅਤੇ ਯੋਗ ਕੋਸ਼ਿਸ਼ ਦੀ ਅਣਹੋਂਦ ਕਾਰਨ ਹੀ ਆਬਾਦੀਆਂ ਉੱਜੜ ਜਾਂਦੀਆਂ ਹਨ। ਜੇ ਰਿਸ਼ਤਿਆਂ ਵਿੱਚ ਨਵੀਆਂ ਦਿਲਚਸਪੀਆਂ ਨਾ ਜਗਾਈਆਂ ਜਾਣ ਤਾਂ ਉਹ ਫਿੱਕੇ ਪੈ ਜਾਂਦੇ ਹਨ, ਟੁੱਟ ਜਾਂਦੇ ਹਨ ਅਤੇ ਕਈ ਵਾਰੀ ਵਿਰੋਧ ਵਾਲੇ ਰਿਸ਼ਤੇ ਹੋ ਨਿਬੜਦੇ ਹਨ। ਬੀਤਿਆ ਹੋਇਆ ਸਮਾਂ
ਜਾਂ ਲੰਘ ਗਈਆਂ ਰਾਤਾਂ, ਜਾਂ ਗੁਆਚ ਗਏ ਅਵਸਰ, ਜਾਂ ਮੁੱਕ ਗਏ ਸਾਥੀ ਆਦਿ ਯਤਨ ਕਰਨ ਦੇ ਬਾਵਜੂਦ ਮੁੜ ਪ੍ਰਾਪਤ ਨਹੀਂ ਕੀਤੇ ਜਾ ਸਕਦੇ। ਪਰ ਕਿਹਾ ਜਾਂਦਾ ਹੈ ਕਿ ਜਦੋਂ ਸਾਡੇ ਕੋਲੋਂ ਸਭ ਕੁਝ ਵੀ ਖੋਹ ਲਿਆ ਜਾਵੇ ਤਾਂ ਵੀ ਸਾਡੇ ਕੋਲ ਭਵਿੱਖ ਅਤੇ ਯਤਨ ਬਚ ਜਾਂਦੇ ਹਨ। ਇਹ ਸਾਡਾ ਭੁਲੇਖਾ ਹੈ ਕਿ ਵਿਚਾਰ ਵਟਾਂਦਰਾ ਕਰਨ ਨਾਲ ਸਾਡੀਆਂ ਸਮੱਸਿਆਵਾਂ ਸੁਲਝ ਜਾਂਦੀਆਂ ਹਨ। ਜੇ ਵਿਚਾਰ ਵਟਾਂਦਰੇ ਵਿੱਚ ਯਤਨ ਸਮੱਸਿਆਵਾਂ ਨੂੰ ਸੁਲਝਾਉਣ ਦਾ ਹੋਏਗਾ ਤਾਂ ਹੀ ਸਮੱਸਿਆਵਾਂ ਸੁਲਝਣਗੀਆਂ। ਹੁੰਦਾ ਅਸਲ ਵਿੱਚ ਇਹ ਹੈ ਕਿ ਸੁਲਝਾਉਣ ਦੇ ਯਤਨ ਵਿੱਚ ਉਹਨਾਂ ਸਮੱਸਿਆਵਾਂ ਸੰਬੰਧੀ ਸਾਡੀ ਸਮਝ ਬੂਝ ਵੱਧ ਜਾਂਦੀ ਹੈ। ਅਸੀਂ ਸੂਝ ਦੇ ਪੱਖੋਂ ਸਮੱਸਿਆਵਾਂ ਤੋਂ ਅੱਗੇ ਲੰਘ ਜਾਂਦੇ ਹਾਂ। ਇਉਂ ਉਹ ਸਮੱਸਿਆਵਾਂ ਸਾਨੂੰ ਮੁਸ਼ਕਿਲਾਂ ਜਾਂ ਰੁਕਾਵਟਾਂ ਪ੍ਰਤੀਤ ਹੋਣੋਂ ਹਟ ਜਾਂਦੀਆਂ ਹਨ ਅਤੇ ਉਹ ਆਪ ਮੁਹਾਰੇ ਹੱਲ ਹੋ ਜਾਂਦੀਆਂ ਹਨ। ਜਿੰਨਾ ਕੋਈ ਕੌਮ ਜਾਂ ਸਮਾਜ ਵਧੇਰੇ ਸਿਧਾਂਤਕ ਹੁੰਦਾ ਜਾਂਦਾ ਹੈ, ਓਨਾ ਹੀ ਉਹ ਯਤਨ ਦੇ ਪੱਖੋਂ ਪਛੜਦਾ ਜਾਂਦਾ ਹੈ। ਭਾਰਤ ਵਿੱਚ ਰਚੇ ਗਏ ਵੇਦਾਂ ਵਿੱਚ ਜੀਵਨ ਪ੍ਰਤੀ ਯਤਨ ਅਤੇ ਆਸ਼ਾ ਦੀ ਸੁਰ ਪ੍ਰਧਾਨ ਹੈ, ਜਦੋਂ ਕਿ ਉਪਨਿਸ਼ਦ ਵਧੇਰੇ ਸਿਧਾਂਤਕ ਹਨ ਅਤੇ ਵੇਦਾਂ ਦੇ ਮੁਕਾਬਲੇ ਉਪਨਿਸ਼ਦਾਂ ਦੀ ਸੁਰ ਉਦਾਸ ਹੈ। ਮਨੁੱਖੀ ਹੋਂਦ ਦੁੱਖ ਭਰੀ ਤੇ ਥੋੜ੍ਹ ਚਿਰੀ ਹੈ, ਸੋ ਇਸ ਨਾਲ ਸੰਬੰਧਿਤ ਫਲਸਫੇ ਨੇ ਚਿੰਤਾ ਭਾਵੀ ਹੋਣਾ ਹੀ ਸੀ। ਰਾਜਨੀਤੀ ਮਨੁੱਖ ਉੱਤੇ ਬਾਹਰੋਂ ਦਬਾਅ ਪਾਉਂਦੀ ਹੈ, ਜਦਕਿ ਧਰਮ ਮਨੁੱਖ ਨੂੰ ਅੰਦਰੋਂ ਪਕੜਦਾ ਹੈ। ਰਾਜਨੀਤੀ ਸਮਾਜ ਉੱਤੇ ਕਾਨੂੰਨੀ ਰੂਪ ਵਿੱਚ ਕੰਟਰੋਲ ਕਰਦੀ ਹੈ, ਜਦੋਂ ਕਿ ਧਾਰਮਿਕਤਾ ਵਿਚਾਰ ਰੂਪ ਵਿੱਚ ਸਮਾਜ ਨੂੰ ਕਾਬੂ ਕਰਦੀ ਹੈ। ਭਾਰਤੀ ਸਮਾਜ ਕਾਨੂੰਨੀ ਜ਼ਾਬਤੇ ਨਾਲੋਂ ਸੱਭਿਆਚਾਰਕ ਰਵਾਇਤਾਂ ਤੋਂ ਵਧੇਰੇ ਪ੍ਰਭਾਵਿਤ ਹੈ। ਭਾਰਤੀ ਮੁੱਖ ਤੌਰ ਉੱਤੇ ਸਰੋਤੇ ਹਨ, ਪਾਠਕ ਨਹੀਂ। ਇਹ ਪੜ੍ਹਨ ਦੀ ਥਾਂ ਸੁਣਨ ਦੇ ਸ਼ੌਕੀਨ ਹਨ। ਇਹ ਯਤਨ ਕਰਨ ਦੀ ਥਾਂ ਹੋਣੀ ਨੂੰ ਮੰਨਣ ਉੱਤੇ ਵਧੇਰੇ ਬਲ ਦਿੰਦੇ ਹਨ। ਵਿਗਿਆਨ ਨਿਰੰਤਰ ਯਤਨ ਦੀ ਭਾਵਨਾ ਉੱਤੇ ਉਸਰਿਆ ਹੋਇਆ ਹੈ, ਜਦੋਂ ਕਿ ਧਰਮ ਰਹੱਸ ਉੱਤੇ ਉਸਰਿਆ ਹੋਇਆ ਹੈ। ਵਿਗਿਆਨ ਧਰਮ ਦਾ ਵਿਰੋਧ ਨਹੀਂ ਕਰਦਾ, ਵਿਗਿਆਨ ਰਹੱਸ ਦਾ ਵਿਰੋਧ ਕਰਦਾ ਹੈ। ਪਿਛਲੀ ਇੱਕ ਸਦੀ ਵਿੱਚ ਅਤੇ ਵਿਸ਼ੇਸ਼ ਕਰਕੇ ਪਿਛਲੇ ਕੁਝ ਦਹਾਕਿਆਂ ਵਿੱਚ ਸਾਡੇ ਆਲੇ ਦੁਆਲੇ ਵਿੱਚ ਜੋ ਤਬਦੀਲੀਆਂ ਵਾਪਰੀਆਂ ਹਨ, ਉਹ ਸਭ ਯਤਨ ਦਾ ਨਤੀਜਾ ਹਨ। ਤੁਸੀਂ ਆਪਣੇ ਗਲੀ ਮੁਹੱਲੇ 'ਚ ਝਾਤ ਮਾਰ ਕੇ ਵੇਖੋ, ਜਿਹੜੇ ਲੋਕ ਕਿਸੇ ਪ੍ਰਕਾਰ ਦਾ ਯਤਨ ਕਰ ਰਹੇ ਹਨ, ਉਹਨਾਂ ਦੀ ਸਥਿਤੀ ਸੁਧਰ ਰਹੀ ਹੈ। ਜਿਨ੍ਹਾਂ ਦੇ ਬੱਚੇ ਨਹੀਂ ਹੁੰਦੇ, ਉਹ ਵਧੇਰੇ ਘੁੰਮਦੇ ਹਨ, ਵਧੇਰੇ ਲੱਭਦੇ ਹਨ, ਵਧੇਰੇ ਭਟਕਦੇ ਹਨ। ਜਿਨ੍ਹਾਂ ਦਾ ਵਿਆਹ ਨਹੀਂ ਹੁੰਦਾ, ਉਹ ਜਾਂ ਤਾਂ ਫੜਾ ਹੀ ਮਾਰਦੇ ਹਨ, ਜਾਂ ਉਹ ਉਹਨਾਂ ਲੜਾਈਆਂ ਨੂੰ ਜਿੱਤਣ ਦਾ ਦਾਅਵਾ ਕਰਦੇ ਹਨ ਜਿਹੜੀਆਂ ਲੜੀਆਂ ਹੀ ਨਹੀਂ ਗਈਆਂ। ਸਾਡਾ ਸਮਾਜ ਘੱਟ ਉਮਰ ਦੇ ਪੁਰਸ਼ ਅਤੇ ਵੱਡੀ ਉਮਰ ਦੀ ਇਸਤਰੀ ਦੇ ਸੰਬੰਧਾਂ ਨੂੰ ਸਵੀਕਾਰ ਨਹੀਂ ਕਰਦਾ। ਇਹ ਰਿਸ਼ਤੇ ਤਰਸ ਅਤੇ ਹਾਸੇ ਮਖੌਲ ਦਾ ਵਿਸ਼ਾ ਬਣਦੇ ਹਨ, ਕਿਉਂਕਿ ਇਹਨਾਂ ਵਿੱਚੋਂ ਵਿਕਾਸ ਗੈਰ ਹਾਜ਼ਰ ਹੁੰਦਾ ਹੈ। ਵਿਕਾਸ ਯਤਨ ਦਾ ਫਲ ਹੈ। ਯਤਨ ਤੋਂ ਬਿਨਾਂ ਕਿਸੇ ਵੀ ਪ੍ਰਕਾਰ ਦੇ ਵਿਕਾਸ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਕਹਿੰਦੇ ਹਨ, ਜੇਕਰ ਤੁਸੀਂ 40 ਸਾਲਾਂ ਦੀ ਉਮਰ ਤੱਕ ਅਮੀਰ ਨਹੀਂ ਹੋਏ ਤਾਂ ਅਮੀਰ ਹੋਣ ਦੀ ਕੋਸ਼ਿਸ਼ ਤਿਆਗ ਦਿਓ। ਇਵੇਂ ਹੀ ਕਹਿੰਦੇ ਹਨ ਕਿ ਕਿਸੇ ਨੂੰ ਉਪਦੇਸ਼ ਦੇਣ ਤੋਂ ਪਹਿਲਾਂ ਜ਼ਿੰਦਗੀ ਦੇ ਵੱਡੇ ਘਾਟੇ ਬਰਦਾਸ਼ਤ ਕੀਤੇ ਹੋਣੇ ਚਾਹੀਦੇ ਹਨ। ਇਹ ਅਸਚਰਜ ਗੱਲ ਹੈ ਕਿ ਸੰਸਾਰ ਨੂੰ ਚਲਾਉਂਦੇ ਤਾਂ ਪੁਰਸ਼ ਹਨ, ਪਰ ਸਾਰੇ ਦੋਸ਼ਾਂ ਦੀ ਜ਼ਿੰਮੇਵਾਰੀ ਇਸਤਰੀ 'ਤੇ ਪਾਈ ਜਾਂਦੀ ਹੈ। ਇਸ ਦਾ ਕਾਰਨ ਸ਼ਾਇਦ ਇਹ ਹੈ ਕਿ ਇਸਤਰੀਆਂ ਦਾ ਸਿਧਾਂਤਾਂ ਨਾਲ ਵਾਸਤਾ ਨਹੀਂ ਹੁੰਦਾ। ਉਹਨਾਂ ਦਾ ਕੁਝ ਕਰਨ ਵਿੱਚ, ਯਤਨ ਵਿੱਚ ਵਧੇਰੇ ਵਿਸ਼ਵਾਸ ਹੁੰਦਾ ਹੈ। ਉਹਨਾਂ ਦੇ ਪ੍ਰਤੀਕਰਮ ਵਧੇਰੇ ਸੁਭਾਵਕ, ਸਰਲ ਅਤੇ ਸੱਜਰੇ ਹੁੰਦੇ ਹਨ। ਉਹਨਾਂ ਕੋਲ ਅੰਤਰ ਚੇਤਨਾ ਅਤੇ ਭਾਵੁਕ ਸੁੱਚਤਾ ਹੁੰਦੀ ਹੈ, ਜਿਸ ਕਾਰਨ ਉਹ ਤਰਕ ਨਾਲ ਫੈਸਲੇ ਨਹੀਂ ਕਰਦੀਆਂ। ਇਸੇ ਕਰਕੇ ਉਹਨਾਂ ਨੂੰ ਬਹਿਸ ਚੰਗੀ ਨਹੀਂ ਲੱਗਦੀ। ਜੇਕਰ ਪੁਰਸ਼ ਅਤੇ ਇਸਤਰੀ ਦੋਵੇਂ ਕਿਸੇ ਕਮਰੇ ਅੰਦਰ ਜਾਣ ਸਮੇਂ ਅੰਦਰੋਂ ਕੁੰਡੀ ਲਾ ਲੈਣ ਤਾਂ ਬਾਹਰ ਨਿਕਲਣ ਵੇਲੇ ਪੁਰਸ਼ ਉਦਾਸ ਤੇ ਪਰੇਸ਼ਾਨ ਤੇ ਇਸਤਰੀ ਸਿਆਣੀ ਹੋ ਗਈ ਪ੍ਰਤੀਤ ਹੋਏਗੀ। ਵੇਖਿਆ ਗਿਆ ਕਿ ਵਿਆਹ ਨੂੰ ਬਣਾਈ ਰੱਖਣ ਲਈ ਪੁਰਸ਼ਾਂ ਦੇ ਮੁਕਾਬਲੇ ਇਸਤਰੀਆਂ ਵਧੇਰੇ ਯਤਨ ਕਰਦੀਆਂ ਹਨ। ਇਸਤਰੀ ਨੂੰ ਹਰ ਖੇਤਰ ਵਿੱਚ ਵਧੇਰੇ ਯਤਨ ਕਰਨੇ ਪੈਂਦੇ ਹਨ। ਇਵੇਂ ਹੀ ਪੁਰਸ਼ਾਂ ਦੀ ਦੁਨੀਆ ਵਿੱਚ ਹੱਕ ਕੋਈ ਚੀਜ਼ ਨਹੀਂ ਹੁੰਦਾ। ਇਹ ਇੱਕ ਪ੍ਰਕਾਰ ਦਾ ਸਮਝੌਤਾ ਹੀ ਹੁੰਦਾ ਹੈ। ਸਮਝੌਤਾ ਯਤਨ ਉੱਤੇ
ਚਾਦਰ ਪਾਉਣ ਦਾ ਉਪਰਾਲਾ ਹੁੰਦਾ ਹੈ। ਲੋਕਾਂ ਦੀ ਬਹੁ ਗਿਣਤੀ ਨਿਰਾਰਥਕ ਯਤਨਾਂ ਵਿੱਚ ਰੁੱਝੀ ਹੋਈ ਹੈ। ਉਹ ਕੁਝ ਕਰਨ ਦਾ ਯਤਨ ਕਰ ਰਹੇ ਹਨ ਜਿਸ ਦੀ ਉਹਨਾਂ ਕੋਲ ਸਮਰੱਥਾ ਹੀ ਨਹੀਂ, ਅਤੇ ਜਿਸ ਖੇਤਰ ਦੀ ਉਹਨਾਂ ਕੋਲ ਸੰਭਾਵਨਾ ਹੈ ਉਸ ਖੇਤਰ ਪ੍ਰਤੀ ਉਹ ਬੇਮੁਖ ਹਨ। ਅਜਿਹੇ ਵਿਅਕਤੀ ਮੀਂਹ ਪੈਣ ਸਮੇਂ ਮੀਂਹ ਨੂੰ ਰੋਕਣ ਦਾ ਯਤਨ ਕਰਦੇ ਹਨ। ਇਹ ਅਣਟੁਰੇ ਰਾਹਾਂ ਦੀ ਦੌੜ ਹੈ। ਗੋਲ ਘੇਰੇ ਦੀ ਦੌੜ ਕਿਸੇ ਨਿਸ਼ਾਨੇ 'ਤੇ ਨਹੀਂ ਅੱਪੜਦੀ। ਆਪਣੀ ਕੋਸ਼ਿਸ਼ ਵਿੱਚ ਪੂਰੇ ਦਾ ਪੂਰਾ ਕੌਣ ਸਫਲ ਹੋਇਆ ਹੈ? ਕਿਸੇ ਨੂੰ ਯਾਦ ਕਰਨਾ ਵੀ ਮਿਲਣ ਦੀ ਇੱਕ ਕੋਸ਼ਿਸ਼ ਹੁੰਦੀ ਹੈ। ਯਾਦ ਉਹਨਾਂ ਦੀ ਆਉਂਦੀ ਹੈ ਜਿਹੜੇ ਆਪ ਨਹੀਂ ਆਉਂਦੇ, ਜਿਨ੍ਹਾਂ ਕੋਲ ਅਸੀਂ ਪਹੁੰਚ ਨਹੀਂ ਸਕਦੇ। ਕਿਸੇ ਨੂੰ ਯਾਦ ਕਰਨਾ ਅਸਲ ਵਿੱਚ ਆਪਣੇ ਸੰਕਟ ਨੂੰ ਟਾਲਣ ਦਾ ਇੱਕ ਯਤਨ, ਇੱਕ ਉਪਰਾਲਾ ਹੁੰਦਾ ਹੈ। ਕਿਸੇ ਨਾਲ ਅਸਫਲ ਪਿਆਰ ਦੀਆਂ ਯਾਦਾਂ ਸਾਡਾ ਅਨੁਭਵ ਬਣਦੀਆਂ ਹਨ। ਮਨੁੱਖ ਕਦੇ ਵੀ ਇਕੱਲਾ ਨਹੀਂ ਹੁੰਦਾ। ਉਸ ਦੀਆਂ ਯਾਦਾਂ ਅਤੇ ਉਸ ਦਾ ਅਨੁਭਵ ਉਹਦਾ ਸਹਾਰਾ ਅਤੇ ਧਰਵਾਸ ਬਣਦੇ ਹਨ। ਯਾਦਾਂ ਵੀ ਯਤਨ ਤੋਂ ਬਿਨਾਂ ਨਹੀਂ ਉਸਰਦੀਆਂ। ਪਿਆਰ ਤਾਂ ਹੈ ਹੀ ਯਤਨ ਦਾ ਖੇਤਰ। ਯਤਨ ਤੋਂ ਬਿਨਾਂ ਵਿੱਦਿਆ ਉੱਕਾ ਹੀ ਸੰਭਵ ਨਹੀਂ। ਚਰਿੱਤਰ ਦਾ ਨਿਰਮਾਣ ਇਮਾਨਦਾਰ ਯਤਨਾਂ ਤੋਂ ਬਿਨਾਂ ਅਸੰਭਵ ਹੈ। ਮਿਹਨਤ ਯਤਨ ਦਾ ਹੀ ਸਤਿਕਾਰਮਈ ਰੂਪ ਹੈ। ਮਿਹਨਤ ਦਾ ਅਸਲੀ ਫਲ ਗਿਆਨ ਅਤੇ ਚਰਿੱਤਰ ਹਨ, ਧਨ ਅਤੇ ਪ੍ਰਸ਼ੰਸਾ ਨਹੀਂ। ਗੁਰੂ ਦੀ ਲੋੜ ਕਲਯੁਗ ਵਿੱਚ ਹੀ ਹੈ। ਸਤਯੁਗ ਜਾਂ ਸਵਰਗ ਵਿੱਚ ਦੇਵਤੇ ਵੀ ਆਮ ਵਿਅਕਤੀ ਹੁੰਦੇ ਹਨ। ਯਤਨ ਨਾਲ ਹੀ ਪਰਿਵਰਤਨ ਵਾਪਰਦਾ ਹੈ ਅਤੇ ਸਮੇਂ ਦੀ ਸੋਝੀ ਪਰਿਵਰਤਨ ਤੋਂ ਬਿਨਾਂ ਸੰਭਵ ਨਹੀਂ। ਸਮਾਂ ਤਬਦੀਲੀ ਨੂੰ ਮਾਪਣ ਦਾ ਸਾਧਨ ਹੈ। ਜੇ ਤੁਸੀਂ ਆਪਣੇ ਵਿੱਚ ਵਾਪਰਿਆ ਪਰਿਵਰਤਨ ਜਾਣਨਾ ਚਾਹੁੰਦੇ ਹੋ ਤਾਂ ਆਪਣੇ ਦੋਸਤ ਜਾਂ ਸਹੇਲੀ ਨੂੰ ਧਿਆਨ ਨਾਲ ਵੇਖਣ ਦਾ ਯਤਨ ਕਰੋ। ਉਹਨਾਂ ਵਿੱਚ ਵਾਪਰੀ ਤਬਦੀਲੀ ਤੁਹਾਡੇ ਵਿੱਚ ਵੀ ਵਾਪਰ ਚੁੱਕੀ ਹੁੰਦੀ ਹੈ। ਅਸਫਲਤਾ ਦੇ ਅਨੇਕਾਂ ਢੰਗ ਹਨ। ਇੱਕ ਯਕੀਨੀ ਢੰਗ ਇਹ ਹੈ ਕਿ ਜਿੰਨਾ ਕੰਮ ਜਾਂ ਯਤਨ ਤੁਹਾਨੂੰ ਕਰਨਾ ਚਾਹੀਦਾ ਹੈ ਉਸ ਨਾਲੋਂ ਘੱਟ ਕੰਮ ਕਰੋ, ਘੱਟ ਯਤਨ ਕਰੋ। ਅਸਫਲਤਾ ਯਕੀਨੀ ਹੈ। ਦੂਜਾ ਢੰਗ ਇਹ ਹੈ ਕਿ ਕੰਮ ਨੂੰ ਹਮੇਸ਼ਾ ਪਛੜ ਕੇ ਕਰੋ। ਤੀਜਾ ਇਹ ਹੈ ਕਿ ਕੋਈ ਵੀ ਕੰਮ ਪੂਰਾ ਨਾ ਕਰੋ। ਅਤੇ ਚੌਥਾ ਇਹ ਕਿ ਝਟਪਟ ਅਮੀਰ ਬਣਨ ਵਿੱਚ ਰੁੱਝ ਜਾਓ। ਅਜਿਹੇ ਅਨੇਕਾਂ ਹੋਰ ਢੰਗ ਵੀ ਹਨ ਜਿਨ੍ਹਾਂ ਨਾਲ ਅਸੀਂ ਜੀਵਨ ਭਰ ਲੁਕਣ ਮੀਚੀ ਖੇਡ ਸਕਦੇ ਹਾਂ। ਮਹਾਨ ਨਤੀਜੇ ਤਤਕਾਲ ਪ੍ਰਾਪਤ ਨਹੀਂ ਹੁੰਦੇ। ਭਾਵੇਂ ਅਜੋਕੇ ਯੁੱਗ ਵਿੱਚ ਬੇਈਮਾਨੀ ਦਾ ਬੋਲਬਾਲਾ ਹੈ, ਪਰ ਹਰ ਯੁੱਗ ਵਿੱਚ ਪ੍ਰਸ਼ੰਸਾ ਇਮਾਨਦਾਰੀ ਦੀ ਹੀ ਹੋਈ ਹੈ। ਸਾਡੇ ਯੁੱਗ ਵਿੱਚ ਵੀ ਇਮਾਨਦਾਰੀ ਹੋਰ ਮੁੱਲਵਾਨ ਹੋ ਗਈ ਹੈ। ਪ੍ਰਾਪਤੀ ਨਾਲੋਂ ਕੋਸ਼ਿਸ਼ ਦਾ ਆਨੰਦ ਵਧੇਰੇ ਹੁੰਦਾ ਹੈ। ਯਾਤਰਾ ਯਤਨ ਦਾ ਹੀ ਇੱਕ ਰੂਪ ਹੈ। ਮੌਤ ਨਹੀਂ, ਉਹਦਾ ਕਾਰਨ ਮਨੁੱਖ ਨੂੰ ਸ਼ਹੀਦ ਬਣਾਉਂਦਾ ਹੈ। ਸੁੰਦਰਤਾ ਨਰਕ ਵਿੱਚ ਵੀ ਹੈ। ਉੱਥੇ ਰਹਿਣ ਵਾਲੇ ਉਹਦੀ ਪਛਾਣ ਨਹੀਂ ਕਰ ਸਕਦੇ। ਇਸ ਪਛਾਣ ਦਾ ਉਹ ਯਤਨ ਹੀ ਨਹੀਂ ਕਰਦੇ। ਇਹੀ ਤਾਂ ਉਹਨਾਂ ਦੀ ਸਜ਼ਾ ਹੈ। ਜੇ ਕੁਦਰਤ ਵਿੱਚ ਕੁਝ ਸੁੰਦਰ ਹੈ ਤਾਂ ਉਸ ਪਿੱਛੇ ਕੁਦਰਤ ਦਾ ਨਿਰੰਤਰ ਯਤਨ ਕੰਮ ਕਰ ਰਿਹਾ ਹੈ। ਲਾਪਰਵਾਹੀ ਨਾਲ ਕੋਈ ਕਲਾ ਨਹੀਂ ਸਿੱਖੀ ਜਾ ਸਕਦੀ। ਬਹੁਤੇ ਲੋਕਾਂ ਵਿੱਚ ਨਿਪੁੰਨ ਕਲਾਕਾਰ ਬਣਨ ਦੀ ਅਭਿਲਾਸ਼ਾ ਤਾਂ ਹੁੰਦੀ ਹੈ, ਪਰ ਉਸ ਲਈ ਢੁਕਵੇਂ ਯਤਨ ਕਰਨ ਦਾ ਸਾਹਸ ਨਹੀਂ ਹੁੰਦਾ। ਵਿਆਹ ਕਰਾਉਣਾ ਜ਼ਿੰਦਗੀ ਦੀ ਲੰਮੀ ਲੜਾਈ ਲੜਨ ਅਤੇ ਜੱਦੋ-ਜਹਿਦ ਕਰਨ ਦਾ ਇੱਕ ਯਤਨ ਹੈ। ਇਸੇ ਕਰਕੇ ਕਹਿੰਦੇ ਹਨ ਕਿ ਕਿਸੇ ਨੂੰ ਵਿਆਹ ਕਰਵਾਉਣ ਜਾਂ ਜੰਗ 'ਤੇ ਜਾਣ ਦੀ ਸਲਾਹ ਸੋਚ ਸਮਝ ਕੇ ਦਿਓ, ਕਿਉਂਕਿ ਇਹਨਾਂ ਦੋਹਾਂ ਸਲਾਹਾਂ ਦੇ ਅਰਥ ਇੱਕੋ ਹਨ। ਮਨੁੱਖ ਜਿਸ ਤੋਂ ਡਰਦਾ ਹੈ ਉਹ ਯਤਨ ਕਰਨ ਦੇ ਬਾਵਜੂਦ ਉਹਨੂੰ ਪਿਆਰ ਨਹੀਂ ਕਰ ਸਕਦਾ। ਜਿਹੜੇ ਰਿਸ਼ਤੇ ਬਰਾਬਰੀ ਦੇ ਨਹੀਂ ਹੁੰਦੇ ਉਹਨਾਂ ਦਾ ਅੰਤ ਨਫ਼ਰਤ ਵਿੱਚ ਹੋਣਾ ਯਕੀਨੀ ਹੈ। ਜਦੋਂ ਵੋਟਾਂ ਨੂੰ ਗਿਣਨ ਦੀ ਥਾਂ ਤੋਲਣ ਦਾ ਯਤਨ ਕੀਤਾ ਜਾਏਗਾ ਤਾਂ ਹੀ ਸੱਚੇ ਅਰਥਾਂ ਵਿੱਚ ਲੋਕਤੰਤਰ ਦੀ ਸਥਾਪਤੀ ਸੰਭਵ ਹੋਏਗੀ। ਜੇ ਤੁਸੀਂ ਕੇਵਲ ਆਪਣੇ ਹੱਕਾਂ ਲਈ ਲੜਨ ਦਾ ਯਤਨ ਕਰੋਗੇ ਤਾਂ ਹਾਰ ਜਾਓਗੇ, ਪਰ ਜੇ ਤੁਸੀਂ ਦੂਜਿਆਂ ਦੇ ਹੱਕਾਂ ਦੀ ਵੀ ਰਾਖੀ ਕਰੋਗੇ ਤਾਂ ਸਾਰੇ ਜਿੱਤ ਜਾਣਗੇ। ਜਿਹੜਾ ਇਹ ਸੋਚਦਾ ਹੈ ਕਿ ਉਹ ਸੰਸਾਰ ਤੋਂ ਬਿਨਾਂ ਜਿਉਂਦਾ ਰਹਿ ਲਏਗਾ ਉਹ ਭੁਲੇਖੇ ਦਾ ਸ਼ਿਕਾਰ ਹੈ, ਅਤੇ ਜਿਹੜਾ ਇਹ ਖਿਆਲ ਕਰਦਾ ਹੈ ਕਿ ਸੰਸਾਰ ਉਸ ਤੋਂ ਬਿਨਾਂ ਰੁਕ ਜਾਏਗਾ ਉਹ ਵਡੇਰੇ ਭੁਲੇਖੇ ਦਾ ਸ਼ਿਕਾਰ ਹੈ। ਉਹੀ ਯਤਨ ਸਫਲ ਹੁੰਦੇ ਹਨ ਜਿਹੜੇ ਸੰਸਾਰ ਦੇ, ਸਮਾਜ ਦੇ ਪੱਖ ਵਿੱਚ ਹੁੰਦੇ ਹਨ।
ਪ੍ਰਾਪਤ ਕਰਨ ਨਾਲੋਂ ਵੰਡਣ ਦਾ ਯਤਨ ਵਧੇਰੇ ਗੁਣਕਾਰੀ ਹੈ। ਰੱਬ ਕਹਿੰਦਾ ਹੈ, ਵੰਡੋ, ਮੈਂ ਤੁਹਾਨੂੰ ਹੋਰ ਦੇਵਾਂਗਾ। ਤੁਸੀਂ ਯਤਨ ਕਰੋ, ਮੈਂ ਤੁਹਾਡੀ ਸਹਾਇਤਾ ਕਰਾਂਗਾ। ਸੱਚ ਸੁਣਨ ਉੱਤੇ ਅਸੀਂ ਇਸ ਲਈ ਨਾਰਾਜ਼ ਹੋ ਜਾਂਦੇ ਹਾਂ ਕਿਉਂਕਿ ਸਾਨੂੰ ਕੇਵਲ ਝੂਠ ਸੁਣਨ ਦੀ ਆਦਤ ਹੁੰਦੀ ਹੈ। ਜੋ ਕੁਝ ਵੀ ਸਾਡੀ ਆਦਤ ਤੋਂ ਉਲਟ ਵਾਪਰਦਾ ਹੈ ਉਹ ਸਾਨੂੰ ਨਾਰਾਜ਼ ਅਤੇ ਪਰੇਸ਼ਾਨ ਕਰਦਾ ਹੈ। ਸਰਕਾਰਾਂ ਝੂਠ ਉੱਤੇ ਉਸਰੀਆਂ ਹੁੰਦੀਆਂ ਹਨ, ਇਸ ਲਈ ਸੱਚ ਤੋਂ ਡਰਦੀਆਂ ਹਨ। ਸੋਚਣਾ ਬਗਾਵਤ ਨੂੰ ਜਨਮ ਦਿੰਦਾ ਹੈ। ਠੀਕ ਯਤਨਾਂ ਨਾਲ ਬਗਾਵਤਾਂ ਇਨਕਲਾਬ ਹੋ ਨਿਬੜਦੀਆਂ ਹਨ ਅਤੇ ਗਲਤ ਯਤਨਾਂ ਨਾਲ ਲਿਆਂਦੇ ਇਨਕਲਾਬ ਤਾਨਾਸ਼ਾਹੀਆਂ ਬਣ ਜਾਂਦੇ ਹਨ। ਜੈਸੇ ਯਤਨ ਤੈਸੀ ਪ੍ਰਾਪਤੀ। ਅਸੀਂ ਆਪਣੇ ਅਗਿਆਨ ਦੇ ਗੁਲਾਮ ਹਾਂ। ਗਿਆਨ ਸਦਾ ਮੁਕਤ ਕਰਦਾ ਹੈ, ਪਰ ਕੋਈ ਵੀ ਗਿਆਨ ਯਤਨ ਤੋਂ ਬਿਨਾਂ ਸੰਭਵ ਨਹੀਂ ਹੁੰਦਾ। ਗਿਆਨ ਕੋਈ ਮੰਜ਼ਿਲ ਨਹੀਂ, ਇਹ ਇੱਕ ਨਿਰੰਤਰ ਯਾਤਰਾ ਹੈ। ਇਹ ਨਾਮ ਨਹੀਂ, ਕਿਰਿਆ ਹੈ। ਇਹ ਪ੍ਰਾਪਤੀ ਨਹੀਂ, ਕੋਸ਼ਿਸ਼ ਹੈ। ਜੋ ਸੰਭਵ ਹੁੰਦਾ ਹੈ ਉਹੀ ਵਾਪਰਦਾ ਹੈ। ਸੋ ਯਤਨ ਸੰਭਵ ਨੂੰ ਵਾਪਰਨ ਦੇ ਪੜਾਅ 'ਤੇ ਲਿਆਉਣ ਦਾ ਕਰਨਾ ਪਏਗਾ। ਕਿਸੇ ਨੇ ਅਰਦਾਸ ਕੀਤੀ ਸੀ, ਹੇ ਪਰਮਾਤਮਾ, ਜੋ ਬਦਲਣ ਯੋਗ ਹੈ ਉਹ ਬਦਲਣ ਦੀ ਹਿੰਮਤ ਦੇ, ਜੋ ਬਦਲਣ ਯੋਗ ਨਹੀਂ ਉਸ ਨੂੰ ਸਵੀਕਾਰ ਕਰਨ ਦਾ ਹੌਸਲਾ ਦੇ ਅਤੇ ਇਹਨਾਂ ਦੋਹਾਂ ਦੇ ਅੰਤਰ ਨੂੰ ਜਾਣਨ ਦੀ ਸੂਝ ਦੇ। ਡਾਕਟਰ ਕਹਿੰਦਾ, ਯਤਨ ਮੈਂ ਕਰਾਂਗਾ, ਇਲਾਜ ਪਰਮਾਤਮਾ ਕਰੇਗਾ। ਜੇ ਕੋਈ ਕੰਮ ਕਰਨ ਤੋਂ ਪਹਿਲਾਂ ਤੁਸੀਂ ਆਪਣੇ ਜਾਣੂਆਂ ਦੀ ਰਾਏ ਪੁੱਛਣ ਲੱਗ ਪਓਗੇ ਤਾਂ ਤੁਸੀਂ ਉਹ ਕੰਮ ਯਤਨ ਦੇ ਬਾਵਜੂਦ ਆਰੰਭ ਹੀ ਨਹੀਂ ਕਰ ਸਕੋਗੇ। ਜਿਹੜੇ ਇਤਿਹਾਸ ਨਹੀਂ ਪੜ੍ਹਦੇ ਉਹ ਪੁਰਾਣੀਆਂ ਗਲਤੀਆਂ ਹੀ ਦੁਹਰਾਉਂਦੇ ਰਹਿੰਦੇ ਹਨ। ਜਿਹੜੇ ਪੜ੍ਹਦੇ ਹਨ ਗਲਤੀਆਂ ਤਾਂ ਉਹ ਵੀ ਕਰਦੇ ਹਨ, ਪਰ ਉਹਨਾਂ ਦਾ ਢੰਗ ਅਤੇ ਯਤਨ ਨਵਾਂ ਹੁੰਦਾ ਹੈ। ਕੋਸ਼ਿਸ਼ ਉਹੀ ਸਫਲ ਹੁੰਦੀ ਹੈ ਜਿਹੜੀ ਸੁਭਾਵਕ ਹੋਵੇ, ਉਚੇਚ ਤੋਂ ਮੁਕਤ ਹੋਵੇ। ਜਿਵੇਂ ਵਧੇਰੇ ਕਸੇ ਹੋਏ ਸਾਜ਼ ਵਿੱਚੋਂ ਸੰਗੀਤ ਨਹੀਂ ਉਪਜਦਾ, ਉਵੇਂ ਉਚੇਚ ਨਾਲ ਕੀਤੇ ਯਤਨਾਂ ਵਿੱਚੋਂ ਸਫਲਤਾ ਨਹੀਂ ਜਨਮਦੀ। ਯਤਨ ਇੰਨਾ ਸੁਭਾਵਕ ਹੋਣਾ ਚਾਹੀਦਾ ਹੈ ਕਿ ਜਿੱਤ ਸੁਭਾਵਕ ਪ੍ਰਤੀਤ ਹੋਵੇ। ਜੇ ਜਿੱਤ ਵੇਲੇ ਜਿੱਤ ਦਾ ਗੁਮਾਨ ਨਾ ਹੋਵੇ ਤਾਂ ਹਾਰ ਵੇਲੇ ਹਾਰ ਦਾ ਸੰਸਾ ਵੀ ਨਹੀਂ ਹੁੰਦਾ। ਜਿੰਨਾ ਸਾਡੇ ਗਿਆਨ ਦਾ ਟਾਪੂ ਵਿਸ਼ਾਲ ਹੋਏਗਾ, ਓਨਾ ਹੀ ਉਹਦੇ ਅਨੁਭਵ ਦਾ ਤੱਟ ਵਿਸ਼ਾਲ ਹੋਏਗਾ। ਗਿਆਨ, ਪ੍ਰੇਮ ਅਤੇ ਅਨੁਭਵ ਸਾਨੂੰ ਆਪਣੇ ਹੰਕਾਰ ਮਿਟਾਉਣ ਵਿੱਚ ਯਤਨਸ਼ੀਲ ਕਰਦੇ ਹਨ। ਅਸੀਂ ਆਪਣੀ ਸੁਰੱਖਿਆ ਦੀ ਭਾਵਨਾ ਅਧੀਨ ਧਨ ਇਕੱਠਾ ਕਰਨ ਦਾ ਯਤਨ ਕਰਦੇ ਹਾਂ, ਜਦੋਂ ਕਿ ਧਨ ਕਿਸੇ ਦੀ ਰੱਖਿਆ ਨਹੀਂ ਕਰ ਸਕਦਾ, ਸਗੋਂ ਧਨ ਨੂੰ ਤਾਂ ਆਪ ਰੱਖਿਆ ਦੀ ਲੋੜ ਹੈ। ਧਨ ਅਨੇਕਾਂ ਡਰ ਉਪਜਾਉਂਦਾ ਹੈ। ਧਨ ਜਾਇਦਾਦ ਇੱਛਾ ਨੂੰ ਅਤੇ ਸੱਤਾ ਹੰਕਾਰ ਨੂੰ ਵਧਾਉਂਦੀਆਂ ਹਨ। ਇਵੇਂ ਅਨੁਚਿਤ ਲਾਭ ਤੋਂ ਲੋਭ ਵੱਧਦਾ ਹੈ ਅਤੇ ਲੋਭ ਸਾਨੂੰ ਕੋਈ ਵੀ ਹੰਢਣਸਾਰ ਰਿਸ਼ਤਾ ਉਸਾਰਨ ਦੇ ਪੱਖੋਂ ਅਪੰਗ ਬਣਾ ਦਿੰਦਾ ਹੈ। ਅਜਿਹੀ ਸਥਿਤੀ ਵਿੱਚ ਜੀਵਨ ਮਾਣਨ ਦੀਆਂ ਸੰਭਾਵਨਾਵਾਂ ਘੱਟ ਜਾਂਦੀਆਂ ਹਨ ਅਤੇ ਕਤਲਾਂ ਅਤੇ ਆਤਮਘਾਤਾਂ ਦੇ ਯਤਨ ਵੱਧ ਜਾਂਦੇ ਹਨ। ਜੇ ਸਾਡੇ ਸਮਾਜ ਵਿੱਚ ਵਿਅਕਤੀ ਅਮੀਰ ਹੋ ਰਹੇ ਹਨ ਪਰ ਸਮਾਜ ਗਰੀਬ ਹੋ ਰਿਹਾ ਹੈ ਤਾਂ ਨਿਸ਼ਚੇ ਹੀ ਸਾਡੇ ਯਤਨਾਂ ਵਿੱਚ ਕੋਈ ਮਹੱਤਵਪੂਰਨ ਘਾਟ ਹੈ। ਸਾਨੂੰ ਆਪਣੇ ਯਤਨਾਂ ਦੀ ਮੁਹਾਰ ਬਦਲਣੀ ਪਏਗੀ। ਵੇਖਿਆ ਗਿਆ ਹੈ ਕਿ ਜਿਉਂ-ਜਿਉਂ ਅਸੀਂ ਦੂਜਿਆਂ ਦੀਆਂ ਘਾਟਾਂ ਸਵੀਕਾਰ ਕਰਨ ਦਾ ਯਤਨ ਕਰਦੇ ਹਾਂ, ਤਿਉਂ-ਤਿਉਂ ਅਸੀਂ ਆਪਣੇ ਆਪ ਨਾਲ ਵਧੇਰੇ ਸਹਿਮਤ ਹੁੰਦੇ ਜਾਂਦੇ ਹਾਂ। ਇਵੇਂ ਹੀ ਜਿਉਂ-ਜਿਉਂ ਅਸੀਂ ਸੰਜਮ ਨੂੰ ਸਵੀਕਾਰ ਕਰਦੇ ਜਾਂਦੇ ਹਾਂ, ਤਿਉਂ-ਤਿਉਂ ਅਸੀਂ ਆਜ਼ਾਦ ਹੁੰਦੇ ਜਾਂਦੇ ਹਾਂ। ਜਿਉਂ-ਜਿਉਂ ਸਾਡਾ ਗਿਆਨ ਵੱਧਦਾ ਹੈ, ਤਿਉਂ-ਤਿਉਂ ਪਦਾਰਥਾਂ 'ਤੇ ਸਾਡੀ ਨਿਰਭਰਤਾ ਘਟਦੀ ਜਾਂਦੀ ਹੈ। ਪਰ ਇਹਨਾਂ ਸਭਨਾਂ ਲਈ ਭਰਪੂਰ ਯਤਨਾਂ ਦੀ ਲੋੜ ਹੈ। ਦੂਜਿਆਂ ਪ੍ਰਤੀ ਸ਼ੁਭ ਇੱਛਾਵਾਂ ਸਾਡੇ ਯਤਨਾਂ ਅੱਗੇ ਰਾਹ ਪੱਧਰਾ ਕਰ ਦਿੰਦੀਆਂ ਹਨ। ਮੈਂ ਤੁਹਾਡੀਆਂ ਸ਼ੁਭ ਇੱਛਾਵਾਂ ਦੇ ਯੋਗ ਬਣਿਆ ਰਹਾਂ, ਇਹ ਮੇਰਾ ਯਤਨ ਹੋਏਗਾ। ਤੁਹਾਡੇ ਅੰਬਰ ਵਿੱਚ ਉੱਡ ਸਕਣ ਦੀ ਕੋਸ਼ਿਸ਼ ਕਰਾਂਗਾ ਮੈਂ। ਧੰਨਵਾਦ। ਸਰਦਾਰ ਨਰਿੰਦਰ ਸਿੰਘ ਕਪੂਰ ਦੀ ਪੁਸਤਕ ਅੰਤਰਝਾਤ ਦਾ ਲੇਖ ਹੈ, ਇੱਕ ਇੱਕ ਪਲ ਜਦੋਂ ਸਾਲ ਵਾਂਗ ਲੰਘਦਾ। ਉਡੀਕ ਕੋਈ ਵੀ ਹੋਵੇ, ਤਨ ਤੇ ਮਨ ਦੋਹਾਂ ਨੂੰ ਨਿਤਾਣਾ ਕਰ ਦਿੰਦੀ ਹੈ। ਉਡੀਕ ਦੇ ਅਰਸੇ ਦੌਰਾਨ ਚੜ੍ਹਦੀ ਕਲਾ ਵਿੱਚ ਵਿਚਰਨਾ ਸੰਭਵ ਨਹੀਂ ਹੁੰਦਾ, ਕਿਉਂਕਿ ਉਡੀਕ ਦੌਰਾਨ ਸਾਡੀਆਂ ਤਣਾਵਾਂ ਕਿਸੇ ਹੋਰ ਨੇ ਖਿੱਚੀਆਂ ਹੋਈਆਂ ਹੁੰਦੀਆਂ ਹਨ। ਉਡੀਕ ਮਜਬੂਰੀ ਦੀ ਇੱਕ ਉਦਾਹਰਨ ਹੈ। ਉਡੀਕ ਕਰਨਾ ਕਿਸੇ ਦੀ ਮਰਜ਼ੀ ਨਹੀਂ ਹੁੰਦੀ, ਮਜਬੂਰੀ ਹੁੰਦੀ ਹੈ ਅਤੇ ਮਜਬੂਰੀ ਵੱਸ ਕੀਤੇ ਕੰਮ ਦੀ ਪੱਧਰ
ਉੱਚੀ ਨਹੀਂ ਹੁੰਦੀ। ਉਡੀਕ ਇੱਕ ਸਮਾਜਿਕ ਵਰਤਾਰਾ ਹੈ। ਉਡੀਕ ਸਮਾਜ ਵਿੱਚ ਰਹਿੰਦਿਆਂ ਹੀ ਕੀਤੀ ਜਾ ਸਕਦੀ ਹੈ। ਜੇ ਤੁਹਾਡੇ ਕਿਸੇ ਨਾਲ ਸੰਬੰਧ ਹੀ ਨਹੀਂ ਹਨ ਤਾਂ ਤੁਸੀਂ ਉਡੀਕ ਦੀ ਲਾਚਾਰੀ ਤੋਂ ਵੀ ਮੁਕਤ ਹੋਵੋਗੇ। ਇਕੱਲੇ ਹੋਣ ਦੀ ਸੂਰਤ ਵਿੱਚ ਤੁਸੀਂ ਗੁੱਸੇ ਵੀ ਨਹੀਂ ਹੋ ਸਕਦੇ। ਉਦਾਸੀ ਵੀ ਕਿਸੇ ਹੋਰ ਦੀ ਹੋਂਦ ਨਾਲ ਜੁੜੀ ਹੁੰਦੀ ਹੈ। ਇਕੱਲਿਆਂ ਬਹਾਨਾ ਵੀ ਨਹੀਂ ਲਾਇਆ ਜਾ ਸਕਦਾ। ਬਹਾਨਾ ਲਾਉਣ ਲਈ ਵੀ ਕਿਸੇ ਹੋਰ ਦੀ ਲੋੜ ਹੁੰਦੀ ਹੈ। ਇਕੱਲਿਆਂ ਤੁਸੀਂ ਗੱਲਬਾਤ ਨਹੀਂ ਕਰ ਸਕਦੇ। ਗੱਲ ਕਰਨ ਲਈ ਦੂਜੀ ਧਿਰ ਦਾ ਹੋਣਾ ਜ਼ਰੂਰੀ ਹੈ। ਸਮਾਜ ਤੋਂ ਬਿਨਾਂ ਉਡੀਕ ਦਾ ਸੰਕਲਪ ਨਾ ਉਸਾਰਿਆ ਜਾ ਸਕਦਾ ਹੈ, ਨਾ ਸਮਝਿਆ ਜਾ ਸਕਦਾ ਹੈ। ਉਡੀਕ ਅਜੋਕੇ ਸਮੇਂ ਦਾ ਵਰਤਾਰਾ ਹੈ। ਪੁਰਾਣੇ ਸਮਿਆਂ 'ਚ ਲੋਕਾਂ ਵਿੱਚ ਧੀਰਜ ਵਧੇਰੇ ਸੀ। ਜੀਵਨ ਦਾ ਘੇਰਾ ਸੀਮਤ ਸੀ। ਲੋਕਾਂ ਦੀ ਗਿਣਤੀ ਥੋੜ੍ਹੀ ਸੀ। ਪ੍ਰਾਪਤੀ ਦੀ ਥਾਂ ਤਿਆਗ ਉੱਤੇ ਬਲ ਸੀ। ਉਹਨਾਂ ਨੂੰ ਕਿਸੇ ਦੀ ਉਡੀਕ ਕਰਨੀ ਹੀ ਨਹੀਂ ਸੀ ਪੈਂਦੀ। ਜੇ ਕਰਨੀ ਪੈਂਦੀ ਵੀ ਸੀ ਤਾਂ ਉਡੀਕ ਧੀਰਜ ਨਾਲ ਕਰਦੇ ਸਨ। ਇਸ ਧੀਰਜ ਦਾ ਮੁੱਖ ਕਾਰਨ ਇਹ ਸੀ ਕਿ ਉਹ ਸਾਡੇ ਵਾਂਗ ਵਕਤ ਪ੍ਰਤੀ ਸੁਚੇਤ ਨਹੀਂ ਸਨ। ਸਮੇਂ ਨੂੰ ਉਹ ਸਾਡੇ ਵਾਂਗ ਸਕਿੰਟਾਂ, ਮਿੰਟਾਂ, ਘੰਟਿਆਂ ਦੀ ਥਾਂ ਦਹਾਕਿਆਂ, ਸਦੀਆਂ ਅਤੇ ਯੁੱਗਾਂ ਵਿੱਚ ਨਾਪਦੇ ਸਨ। ਵਕਤ ਦੱਸਣ ਵਾਲੀਆਂ ਘੜੀਆਂ ਭਾਰਤ ਵਿੱਚ ਸੋਚੀਆਂ ਹੀ ਨਹੀਂ ਸਨ ਜਾ ਸਕਦੀਆਂ। ਪੁਰਾਣੇ ਸਮਿਆਂ ਵਿੱਚ ਸਾਡੇ ਦੇਸ਼ ਦੇ ਲੋਕਾਂ ਵਿੱਚ ਸਮੇਂ ਦੇ ਮੁੱਕ ਜਾਣ ਦੀ ਸੋਝੀ ਹੀ ਨਹੀਂ ਸੀ। ਉਹਨਾਂ ਦੀ ਸਮੇਂ ਵਿੱਚ ਦਿਲਚਸਪੀ ਹੀ ਨਹੀਂ ਸੀ। ਉਹਨਾਂ ਲਈ ਜੀਵਨ ਉਪਜਣ ਅਤੇ ਵਿਨਸਣ ਦਾ ਇੱਕ ਨਿਰੰਤਰ ਸਿਲਸਿਲਾ ਸੀ। ਅਨੰਤ ਜਨਮਾਂ ਦਾ ਕਾਲ ਚੱਕਰ। ਯਹੂਦੀ, ਇਸਲਾਮ ਅਤੇ ਈਸਾਈ ਧਰਮਾਂ ਵਿੱਚ ਇੱਕ ਜੀਵਨ ਦਾ ਹੀ ਸੰਕਲਪ ਹੈ। ਇਹਨਾਂ ਧਰਮਾਂ ਵਿੱਚ 84 ਲੱਖ ਜੂਨਾਂ ਜਾਂ ਅਗਲੇਰੇ ਜਨਮ ਦਾ ਸੰਕਲਪ ਨਹੀਂ ਹੈ। ਸਮੇਂ ਦੀ ਸੋਝੀ ਸਾਨੂੰ ਈਸਾਈਆਂ ਅਰਥਾਤ ਯੂਰਪੀਨਾਂ ਨੇ ਕਰਵਾਈ। ਉਹ ਸਮੇਂ ਪ੍ਰਤੀ ਬੜੇ ਸੁਚੇਤ ਹਨ। ਇਸੇ ਲਈ ਉਹਨਾਂ ਦੇ ਜੀਵਨ ਵਿੱਚ ਕਾਲ ਹੈ। ਯੂਰਪ ਵਿੱਚ ਸਭ ਕੁਝ ਇਸੇ ਇੱਕ ਜੀਵਨ ਵਿੱਚ ਕਰ ਵਿਖਾਉਣ ਅਤੇ ਹਰ ਪਲ ਲੇਖੇ ਲਾਉਣ ਦੀ ਦੌੜ ਲੱਗੀ ਹੋਈ ਹੈ। ਜਿਉਂ-ਜਿਉਂ ਅਸੀਂ ਯੂਰਪੀਨ ਜੀਵਨ ਪ੍ਰਣਾਲੀ ਅਪਣਾਉਂਦੇ ਜਾ ਰਹੇ ਹਾਂ, ਸਾਡੇ ਵਿੱਚ ਵੀ ਤਿਉਂ-ਤਿਉਂ ਕਾਲ ਵੱਧ ਰਹੀ ਹੈ। ਇਸ ਕਾਲ ਕਾਰਨ ਹੀ ਉਡੀਕ ਕਰਨੀ ਮੁਸ਼ਕਿਲ ਅਤੇ ਦੁਖਦਾਈ ਹੁੰਦੀ ਜਾ ਰਹੀ ਹੈ। ਭਾਰਤੀ ਜੀਵਨ ਪ੍ਰਣਾਲੀ ਵਿੱਚ ਕਿਸੇ ਵੀ ਖੇਤਰ ਵਿੱਚ ਸਭ ਤੋਂ ਪਹਿਲੇ ਹੋਣ ਜਾਂ ਸਭ ਤੋਂ ਅੰਤਲੇ ਹੋਣ ਦਾ ਸੰਕਲਪ ਹੀ ਨਹੀਂ ਹੈ। ਜੋ ਹੈ ਉਹ ਪਹਿਲਾਂ ਵੀ ਸੀ, ਸਾਡੇ ਮਗਰੋਂ ਵੀ ਹੋਏਗਾ। ਇਸ ਜੀਵਨ ਦਾ ਨਾ ਕੋਈ ਆਰੰਭ ਹੈ, ਨਾ ਅੰਤ ਹੈ। ਸਮੇਂ ਦੇ ਇਸ ਅਨੰਤ ਸੰਕਲਪ ਕਾਰਨ ਨਾ ਕੋਈ ਕਾਲ ਹੈ, ਨਾ ਕੋਈ ਚਿੰਤਾ। ਚਿੰਤਾ ਅਤੇ ਕਾਲ ਉਦੋਂ ਉਪਜਦੀਆਂ ਹਨ ਜਦੋਂ ਸਮਾਂ ਘੱਟ ਹੋਵੇ, ਇੱਛਾਵਾਂ ਵਧੇਰੇ ਹੋਣ, ਜਦੋਂ ਵਸੀਲੇ ਘੱਟ ਹੋਣ ਅਤੇ ਪ੍ਰਾਪਤੀ ਦੀ ਅਭਿਲਾਸ਼ਾ ਵਧੇਰੇ ਹੋਵੇ। ਤਿੱਬਤੀ ਲਾਮੇ ਕਾਹਲੀ ਵੀ ਹੌਲੀ-ਹੌਲੀ ਕਰਦੇ ਹਨ। ਉਹ ਕਹਿੰਦੇ ਹਨ ਜੇ ਦੌੜੋਗੇ ਤਾਂ ਕਦੀ ਵੀ ਨਹੀਂ ਅਪੜੋਗੇ। ਉਹ ਕਿਸੇ ਦੂਜੇ ਕਿਨਾਰੇ ਪਹੁੰਚਣਾ ਹੀ ਨਹੀਂ ਚਾਹੁੰਦੇ ਕਿਉਂਕਿ ਉਹ ਕਹਿੰਦੇ ਹਨ ਕਿ ਉਹ ਤਾਂ ਪਹਿਲਾਂ ਹੀ ਦੂਜੇ ਕਿਨਾਰੇ ਖਲੋਤੇ ਹੋਏ ਹਨ। ਜਦੋਂ ਸਮਾਂ ਅਨੰਤ ਹੋਵੇ ਤਾਂ ਨਾ ਟੁਰਨ ਦੀ ਕਾਹਲ ਹੁੰਦੀ ਹੈ, ਨਾ ਪਹੁੰਚਣ ਦੀ ਚਿੰਤਾ। ਵਕਤ ਦੇ ਸੀਮਤ ਹੋਣ ਦਾ ਅਹਿਸਾਸ ਹੀ ਸਾਡੀਆਂ ਚਿੰਤਾਵਾਂ ਦਾ ਸਰੋਤ ਹੈ। ਹੁਣ ਸਾਰੇ ਕੰਮ ਸਮੇਂ ਦੇ ਸੰਦਰਭ ਵਿੱਚ ਕੀਤੇ ਜਾਣ ਲੱਗ ਪਏ ਹਨ। ਜਿਵੇਂ ਸਾਰੇ ਲੈਣ ਦੇਣ ਨਫੇ ਦੇ ਸੰਦਰਭ ਵਿੱਚ ਕੀਤੇ ਜਾਣ ਲੱਗ ਪਏ ਹਨ। ਹੁਣ ਕਿਹਾ ਜਾਂਦਾ ਹੈ ਕਿ ਜਿਹੜਾ ਕੰਮ ਕਿਸੇ ਵੀ ਵੇਲੇ ਕੀਤਾ ਜਾ ਸਕਦਾ ਉਹ ਕਦੇ ਵੀ ਨਹੀਂ ਕੀਤਾ ਜਾਂਦਾ। ਅਜੋਕੇ ਯੁੱਗ ਵਿੱਚ ਹਰ ਕਿਸੇ ਦਾ ਵਕਤ ਨਾਲ ਰਿਸ਼ਤਾ ਵੱਖਰੀ ਭਾਂਤ ਹੈ। ਕਈ ਵਕਤ ਨੂੰ ਕੱਟਦੇ ਹਨ, ਕਈ ਗੁਜ਼ਾਰਦੇ ਹਨ, ਕੁਝ ਲੰਘਾਉਂਦੇ ਹਨ, ਥੋੜ੍ਹੇ ਵਰਤਦੇ ਹਨ, ਕੁਝ ਫੜਦੇ ਹਨ, ਪਰ ਬਹੁਤੇ ਵਕਤ ਦੇ ਪਿੱਛੇ ਦੌੜਦੇ ਹਨ। ਜਿਹੜੇ ਆਪਣੇ ਵਕਤ ਦੀ ਦੁਰਵਰਤੋਂ ਕਰਦੇ ਹਨ ਉਹੀ ਸਮੇਂ ਦੇ ਘੱਟ ਹੋਣ ਦੀ ਸ਼ਿਕਾਇਤ ਕਰਦੇ ਹਨ। ਜਿਵੇਂ ਲੰਮੀਆਂ ਬਹਿਸਾਂ ਅਕਸਰ ਨਿਗੂਣੇ ਵਿਸ਼ਿਆਂ 'ਤੇ ਹੁੰਦੀਆਂ ਹਨ, ਉਵੇਂ ਲੰਮੀਆਂ ਉਡੀਕਾਂ ਅਕਸਰ ਛੋਟੇ ਵਿਅਕਤੀਆਂ ਅਤੇ ਛੋਟੀਆਂ ਪ੍ਰਾਪਤੀਆਂ ਲਈ ਹੁੰਦੀਆਂ ਹਨ। ਜਦੋਂ ਉਡੀਕ ਲੰਮੀ ਹੋ ਜਾਏ ਤਾਂ ਸੋਚਣਾ ਚਾਹੀਦਾ ਹੈ ਕਿ ਜਿਸ ਦੀ ਉਡੀਕ ਕਰ ਰਹੇ ਹਾਂ ਕੀ ਉਹ ਉਡੀਕਣ ਯੋਗ ਹੈ। ਇਹ ਵੀ ਪਤਾ ਲਾਉਣਾ ਚਾਹੀਦਾ ਹੈ ਕਿ ਸਾਡੀ ਉਡੀਕ ਵਿੱਚ ਘਾਟ ਕਿੱਥੇ ਹੈ। ਜਦੋਂ ਕਿਸੇ ਲੇਖਕ ਦੀ ਕੋਈ ਰਚਨਾ ਪ੍ਰਸਿੱਧ ਹੋ ਜਾਂਦੀ ਹੈ ਤਾਂ ਉਸ ਵਿੱਚ ਉਸ ਸਫਲਤਾ ਨੂੰ ਦੁਹਰਾਉਣ ਦੀ ਇੱਛਾ ਉਪਜਦੀ ਹੈ ਜਿਹੜੀ ਕਦੇ ਪੂਰੀ ਨਹੀਂ ਹੁੰਦੀ। ਉਸ ਦਾ ਕਾਰਜ ਖੁੱਲ੍ਹੇ ਬੂਹੇ ਦੀ ਕੁੰਡੀ ਖੜਕਾਉਣ ਵਾਂਗ ਹੁੰਦਾ ਹੈ। ਇਵੇਂ ਹੀ ਪ੍ਰੇਮੀ ਪਹਿਲੇ ਚੁੰਮਣ ਵਾਲੇ ਅਹਿਸਾਸ ਨੂੰ ਮੁੜ ਪ੍ਰਾਪਤ ਕਰਨ ਲਈ ਪ੍ਰੇਮਿਕਾ ਨੂੰ ਚੁੰਮਣ ਦੀ ਥਾਂ ਚੱਟਣ ਲੱਗ ਪੈਂਦਾ ਹੈ। ਕਈਆਂ ਵਿੱਚ ਕੋਈ ਫਾਰਮੂਲਾ ਜਾਂ ਸਬਕ ਸਿੱਖਣ ਦੀ ਬੇਬਲਤਾ ਹੁੰਦੀ ਹੈ,
ਪਰ ਉਹ ਉਦੋਂ ਤਿਲ ਮਿਲਾਉਂਦੇ ਹਨ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਸਬਕ ਸਿੱਖਣ ਤੋਂ ਬਾਅਦ ਵੀ ਉਸ ਨੂੰ ਲਾਗੂ ਕਰਨਾ ਸੰਭਵ ਨਹੀਂ ਹੁੰਦਾ। ਅਸੀਂ ਜਾਣਦੇ ਹਾਂ ਕ੍ਰੋਧ ਚੰਗਾ ਨਹੀਂ ਹੁੰਦਾ, ਪਰ ਅਸੀਂ ਕ੍ਰੋਧ ਕਰਦੇ ਹਾਂ। ਅਸੀਂ ਜਾਣਦੇ ਹਾਂ ਲਾਲਚ ਬੁਰੀ ਬਲਾ ਹੈ, ਪਰ ਫਿਰ ਵੀ ਅਸੀਂ ਲਾਲਚ ਨੂੰ ਤਿਆਗ ਨਹੀਂ ਸਕਦੇ। ਸਾਨੂੰ ਪਤਾ ਹੈ ਕਿ ਉਡੀਕ ਕਰਨੀ ਔਖੀ ਹੁੰਦੀ ਹੈ, ਪਰ ਫਿਰ ਵੀ ਅਸੀਂ ਅਕਸਰ ਦੇਰ ਨਾਲ ਅੱਪੜਦੇ। ਜਿਵੇਂ ਪੀੜ ਵਿੱਚ ਸਜਾਵਟ ਨਹੀਂ ਫੱਬਦੀ, ਇਵੇਂ ਉਡੀਕ ਵਿੱਚ ਕੁਝ ਵੀ ਚੰਗਾ ਨਹੀਂ ਲੱਗਦਾ। ਇਮਤਿਹਾਨ ਉਪਰੰਤ ਨਤੀਜੇ ਦੀ ਉਡੀਕ, ਮੰਗਣੀ ਉਪਰੰਤ ਵਿਆਹ ਦੀ ਉਡੀਕ, ਸਕੂਲ ਵਿੱਚ ਅਖੀਰਲੀ ਘੰਟੀ ਦੀ ਉਡੀਕ, ਫੌਜੀ ਲਈ ਛੁੱਟੀ ਦੀ ਉਡੀਕ, ਵਿਧਵਾ ਦੀ ਦੂਜੇ ਵਿਆਹ ਦੀ ਉਡੀਕ, ਲੇਬਰ ਚੌਕ ਵਿੱਚ ਖਲੋਤੇ ਦਿਹਾੜੀਦਾਰ ਦੀ ਉਡੀਕ, ਡਰੇ ਹੋਏ ਬੰਦੇ ਵੱਲੋਂ ਸਵੇਰ ਹੋਣ ਦੀ ਉਡੀਕ, ਔੜ ਵਿੱਚ ਕਿਸਾਨ ਵੱਲੋਂ ਮੀਂਹ ਦੀ ਉਡੀਕ, ਨਵੇਂ ਲੇਖਕ ਵੱਲੋਂ ਭੇਜੀ ਰਚਨਾ ਛਪਣ ਦੀ ਉਡੀਕ, ਫਾਟਕ ਖੁੱਲ੍ਹਣ ਦੀ ਉਡੀਕ, ਮਾਂ ਵੱਲੋਂ ਗੁਆਚੇ ਬੱਚੇ ਦੇ ਲੱਭ ਪੈਣ ਦੀ ਉਡੀਕ, ਡਿਓਢੀ ਵਿੱਚ ਬੈਠੇ ਬਜ਼ੁਰਗ ਵੱਲੋਂ ਮੌਤ ਦੀ ਉਡੀਕ ਆਦਿ ਉਡੀਕ ਦੀਆਂ ਕੁਝ ਕਿਸਮਾਂ ਹਨ। ਦੀਵਾਲੀ ਕਈ ਮਹੀਨੇ ਉਡੀਕੀ ਜਾਂਦੀ ਹੈ, ਪਰ ਇੱਕ ਦਿਨ ਵਿੱਚ ਹੀ ਲੰਘ ਜਾਂਦੀ ਹੈ। ਪਹਿਲਾਂ ਸੁਰੰਗ ਆਉਣ ਦੀ ਅਤੇ ਜਦੋਂ ਆ ਜਾਵੇ ਉਹਦੇ ਮੁੱਕਣ ਦੀ ਉਡੀਕ ਲੱਗ ਜਾਂਦੀ ਹੈ। ਬੱਚਿਆਂ ਕੋਲ ਸਮੇਂ ਦਾ ਮਾਪ ਤੋਲ ਨਹੀਂ ਹੁੰਦਾ, ਸੋ ਉਹ ਕਾਹਲੀ ਨਾਲ ਉਡੀਕਦੇ ਹਨ। ਇਸਤਰੀਆਂ ਪੁਰਸ਼ਾਂ ਦੇ ਮੁਕਾਬਲੇ ਵਧੇਰੇ ਸਹਿਜ ਅਤੇ ਧੀਰਜ ਨਾਲ ਉਡੀਕਦੀਆਂ ਹਨ। ਪੁਰਸ਼ਾਂ ਨੇ ਹਰ ਸਮੇਂ ਕਿਧਰੇ ਪਹੁੰਚਣਾ ਹੁੰਦਾ, ਸੋ ਉਡੀਕਣਾ ਉਹਨਾਂ ਲਈ ਮਜਬੂਰੀ ਅਤੇ ਔਖਿਆਈ ਵਾਲਾ ਕਾਰਜ ਹੁੰਦਾ ਹੈ। ਉਡੀਕ ਕਮਰੇ ਨਿਰਉਤਸ਼ਾਹ ਵਾਤਾਵਰਨ ਵਾਲੇ ਹੁੰਦੇ ਹਨ, ਜਿੱਥੇ ਹਰ ਸਮੇਂ ਇੰਝ ਲੱਗਦਾ ਜਿਵੇਂ ਸਵੇਰ ਦੇ 3 ਵਜੇ ਹੋਣ, ਅਤੇ ਉਡੀਕ ਕਮਰੇ ਵਿੱਚ ਬੈਠੇ ਸੁੱਤੇ ਲੋਕ ਹਾਰੇ ਹੋਏ, ਥੱਕੇ ਹੋਏ ਅਤੇ ਅੱਕੇ ਹੋਏ ਪ੍ਰਤੀਤ ਹੁੰਦੇ ਹਨ, ਜਿੱਥੋਂ ਹਰ ਕੋਈ ਮੌਕਾ ਮਿਲਦਿਆਂ ਹੀ ਦੌੜ ਜਾਣਾ ਚਾਹੁੰਦਾ ਹੈ। ਉਡੀਕ ਦੇ ਆਪਣੇ ਨੇਮ ਹਨ। ਉਡੀਕ ਦਾ ਆਪਣਾ ਵਿਆਕਰਨ ਅਤੇ ਸੱਭਿਆਚਾਰ ਹੁੰਦਾ ਹੈ। ਜੇ ਕਿਸੇ ਥਾਂ ਭੋਗ 3 ਵਜੇ ਪੈਣਾ ਹੈ ਤਾਂ 3 ਵਜੇ ਤੱਕ ਜੋ ਮਰਜ਼ੀ ਕੀਤਾ ਜਾਏ, ਲੋਕ ਖਿੜੇ ਮੱਥੇ ਬਰਦਾਸ਼ਤ ਕਰਨਗੇ, ਪਰ 3 ਵਜੇ ਤੋਂ ਮਗਰੋਂ ਜੋ ਕੁਝ ਵੀ ਹੋਏਗਾ ਉਸ ਨੂੰ ਲੋਕ ਆਪਣੇ ਨਾਲ ਹੋ ਰਹੀ ਵਧੀਕੀ ਸਮਝਣਗੇ। ਕਿਸੇ ਵੀ ਥਾਂ ਲਾਈਨ 'ਚ ਖਲੋ ਕੇ ਉਡੀਕ ਕਰਦਿਆਂ ਤੁਹਾਡੇ ਤੋਂ ਝੱਟ ਪਿੱਛੇ ਖਲੋਤਾ ਵਿਅਕਤੀ ਬੇਚੈਨੀ ਪ੍ਰਗਟ ਪਾਏਗਾ, ਜਦੋਂ ਕਿ ਲਾਈਨ ਦੇ ਅੰਤ 'ਤੇ ਖਲੋਤਾ ਵਿਅਕਤੀ ਹੋਣੀ ਨੂੰ ਚੁੱਪਚਾਪ ਬਰਦਾਸ਼ਤ ਕਰੇਗਾ। ਫਿਰ ਅਚਾਨਕ ਹੀ ਹਾਲ ਦੁਆਈ ਪੈਣ ਲੱਗ ਪਏਗੀ, ਜਿਵੇਂ ਕਿਹਾ ਜਾ ਰਿਹਾ ਹੋਵੇ ਉਡੀਕ ਨੂੰ ਬਰਾਬਰ ਨਹੀਂ ਵੰਡਿਆ ਜਾ ਰਿਹਾ। ਅਮੀਰੀ ਸਾਨੂੰ ਉਡੀਕ ਤੋਂ ਮੁਕਤ ਕਰਦੀ ਹੈ। ਅਮੀਰਾਂ ਕੋਲ ਅਜਿਹੇ ਸਾਧਨ ਹੁੰਦੇ ਹਨ ਕਿ ਉਹਨਾਂ ਨੂੰ ਉਡੀਕ ਨਹੀਂ ਕਰਨੀ ਪੈਂਦੀ। ਉਹ ਉਡੀਕਣ ਵਾਲੇ ਕੰਮਾਂ ਅਤੇ ਹੋਰਾਂ ਨੂੰ ਨਿਯੁਕਤ ਕਰ ਦਿੰਦੇ ਹਨ। ਅਮੀਰਾਂ ਕੋਲ ਉਡੀਕ ਨੂੰ ਦਿਲਚਸਪ ਬਣਾਉਣ ਦੇ ਵੀ ਅਨੇਕਾਂ ਸਾਧਨ ਹੁੰਦੇ ਹਨ। ਉਡੀਕ ਇੱਕ ਅਜਿਹਾ ਅਨੁਭਵ ਹੈ ਜਿਹੜਾ ਮਨੁੱਖ ਨੂੰ ਉਸਦੀ ਆਰਥਿਕ ਅਤੇ ਸਮਾਜਿਕ ਸਥਿਤੀ ਤੋਂ ਜਾਣੂ ਕਰਵਾਉਂਦਾ ਹੈ। ਅਮੀਰ ਅਤੇ ਸਮਰੱਥਾਵਾਨ ਲੋਕ ਦੂਜਿਆਂ ਨੂੰ ਉਡੀਕ ਵਿੱਚ ਰੱਖ ਕੇ ਆਪਣੀ ਸ਼ਕਤੀ ਦਾ ਪ੍ਰਗਟਾਵਾ ਕਰਦੇ ਹਨ। ਕਿਸੇ ਨੂੰ ਉਡੀਕ ਵਿੱਚ ਰੱਖਣਾ ਉਸ ਪ੍ਰਤੀ ਆਪਣੀ ਮਹੱਤਤਾ ਅਤੇ ਕਈ ਵਾਰੀ ਨਾਰਾਜ਼ਗੀ ਪ੍ਰਗਟਾਉਣ ਦਾ ਇੱਕ ਢੰਗ ਬਣ ਗਿਆ ਹੈ। ਉਡੀਕ ਸੰਕਟ ਵਾਲੀ ਇੱਕ ਸਥਿਤੀ ਹੁੰਦੀ ਹੈ ਜਿਹੜੇ ਸਾਡੀ ਚਰਿੱਤਰ ਦੇ ਅਸਲ ਰੰਗਾਂ ਨੂੰ ਉਜਾਗਰ ਕਰਦੀ ਹੈ। ਅਜੋਕੇ ਯੁੱਗ ਵਿੱਚ ਹਰ ਵਿਅਕਤੀ ਕਿਸੇ ਨਾ ਕਿਸੇ ਪੱਖੋਂ ਬਦਨਸੀਬ ਹੈ। ਉਸਨੂੰ ਕਿਸੇ ਉਸਦੀ ਉਡੀਕ ਹੈ ਜਿਹੜਾ ਉਸਨੂੰ ਬਦਨਸੀਬੀ ਤੋਂ ਛੁਟਕਾਰਾ ਦਿਵਾ ਸਕੇ। ਗਰੀਬ ਲੋਕ ਆਪਣੀ ਗਰੀਬੀ ਦੇ ਕੱਟ ਜਾਣ ਦੀ ਸਾਂਝੀ ਉਡੀਕ ਵਿੱਚ ਆਪਣਾ ਹੀ ਫਲਸਫਾ ਉਸਾਰ ਲੈਂਦੇ ਹਨ। ਉਦਾਸ ਭੈਣਾਂ ਬੰਦੀ ਛੋੜ ਭਰਾਵਾਂ ਦੀ ਉਡੀਕ ਵਿੱਚ ਕਾਲੀਆਂ ਕਿੱਕਰਾਂ ਹੋ ਨਿਬੜਦੀਆਂ ਹਨ। ਸਾਧਾਂ ਸੰਤਾਂ ਨੇ ਉਡੀਕ ਦਾ ਆਪਣਾ ਹੀ ਸੰਕਲਪ ਉਸਾਰਿਆ ਹੋਇਆ। ਚੇਲਾ ਅਤੇ ਸ਼ਰਧਾਲੂ ਉਹੀ ਹੈ ਜੋ ਉਡੀਕ ਸਕਦਾ ਹੈ। ਸਾਧੂ ਲੋਕ ਤੈਰਨ ਅਤੇ ਵਹਿਣ ਦਾ ਅੰਤਰ ਕਰਦੇ ਹਨ। ਥੱਕਦਾ ਉਹੀ ਹੈ ਜੋ ਤੈਰਦਾ ਹੈ, ਜੋ ਵਹਿੰਦਾ ਹੈ ਉਹਨੂੰ ਕਾਹਦੀ ਥਕਾਵਟ। ਜਿੱਧਰ ਚਲੇ ਗਏ ਉਹੀ ਰਾਹ ਹੈ, ਜਿੱਥੇ ਰੁਕ ਗਏ ਉਹੀ ਮੰਜ਼ਿਲ ਹੈ, ਜਿੱਥੇ ਡੁੱਬ ਗਏ ਉਹੀ ਮੁਕਤੀ ਹੈ। ਮਰੀਜ਼ ਡਾਕਟਰ ਕੋਲੋਂ ਇਹ ਸੁਣਨ ਦੀ ਉਡੀਕ ਕਰਦੇ ਹਨ ਕਿ ਉਹ ਠੀਕ ਹਨ ਜਾਂ ਠੀਕ ਹੋ ਜਾਣਗੇ। ਜੇਲ੍ਹ ਵਿੱਚ ਕੈਦ ਵੀ ਇੱਕ ਪ੍ਰਕਾਰ ਦੀ ਉਡੀਕ ਹੁੰਦੀ ਹੈ। ਕੈਦੀ ਲਈ ਬਾਹਰ ਆਉਣ ਤੱਕ ਕੀਤੀ ਜਾਣ ਵਾਲੀ ਲੰਮੀ ਉਡੀਕ ਹੀ ਉਹਦੀ ਸਜ਼ਾ ਹੈ। ਉਡੀਕ ਕਰਦਿਆਂ ਸਾਨੂੰ ਸੋਝੀ ਹੁੰਦੀ ਹੈ ਕਿ ਸਮਾਂ ਬੜਾ ਕੀਮਤੀ ਹੈ, ਪਰ ਦਰਦ ਤਾਂ ਇਸ ਦੇ ਵਿਅਰਥ ਜਾਣ ਵਿੱਚੋਂ ਉਪਜਦਾ ਹੈ। ਸਾਨੂੰ ਇੰਝ ਜਾਪਦਾ ਜਿਵੇਂ ਬਿਨਾਂ ਕਿਸੇ ਜੁਰਮ ਦੇ ਸਜ਼ਾ ਦਿੱਤੀ ਗਈ ਹੋਵੇ, ਜਿਵੇਂ ਦੂਜਿਆਂ ਦੀ ਅਣਗਹਿਲੀ ਦੀ ਸਜ਼ਾ ਅਸੀਂ ਭੁਗਤ ਰਹੇ ਹੋਈਏ। ਉਕਤਾਹਟ, ਅਕੇਵਾਂ, ਬੇਚੈਨੀ, ਤੌਖਲਾ, ਬੇਆਰਾਮੀ ਅਤੇ ਭਾਂਤ-ਭਾਂਤ ਦੀਆਂ ਦੁਰਘਟਨਾਵਾਂ ਦੇ ਪਰਛਾਵੇਂ ਉਡੀਕ ਨੂੰ ਅਸਹਿਣਯੋਗ ਬਣਾ ਦਿੰਦੇ ਹਨ। ਉਡੀਕ ਨੂੰ ਵਿਉਂਤਿਆ ਨਹੀਂ ਜਾ ਸਕਦਾ। ਉਡੀਕ ਇੱਕ
ਅਜਿਹੀ ਵਿਪਤਾ ਹੈ ਜਿਸ ਲਈ ਅਸੀਂ ਤਿਆਰ ਨਹੀਂ ਹੁੰਦੇ। ਜੀਵਨ ਵਿੱਚ ਕਾਹਲ ਵਧਣ ਨਾਲ ਉਡੀਕ ਕਰਨੀ ਮੁਸ਼ਕਿਲ ਹੁੰਦੀ ਜਾ ਰਹੀ ਹੈ। ਜਦੋਂ ਅੱਗੇ ਲੰਘ ਜਾਣ ਦੀ ਕਾਹਲ ਹੋਵੇ ਤਾਂ ਕਿਸੇ ਪੱਕੇ ਰਿਸ਼ਤੇ ਦੀ ਸੰਭਾਵਨਾ ਨਹੀਂ ਹੁੰਦੀ। ਹੁਣ ਜਦੋਂ ਲੋਕ ਇੱਕ ਦੂਜੇ ਨੂੰ ਉਵੇਂ ਮਿਲਦੇ ਹਨ ਜਿਵੇਂ ਵਾਵਰੋਲਾ ਹਨੇਰੀ ਨੂੰ ਮਿਲ ਰਿਹਾ ਹੋਵੇ। ਵਾਵਰੋਲਿਆਂ ਵਿੱਚ ਧੀਰਜ ਨਹੀਂ ਹੁੰਦਾ, ਹਨੇਰੀਆਂ ਆਪਣਾ ਪਤਾ ਨਹੀਂ ਦੱਸਦੀਆਂ। ਜਿਸ ਸਮਾਜ ਵਿੱਚ ਪੁਰਸ਼ ਵਾਵਰੋਲਿਆਂ ਵਾਂਗ ਤੇ ਇਸਤਰੀਆਂ ਹਨੇਰੀਆਂ ਵਾਂਗ ਹੋ ਨਿਬੜਨ, ਉਸ ਸਮਾਜ ਵਿੱਚ ਡੂੰਘੇ, ਹੰਢਣਸਾਰ ਤੇ ਸੁੱਚੇ ਰਿਸ਼ਤਿਆਂ ਦੀਆਂ ਸੰਭਾਵਨਾਵਾਂ ਨਹੀਂ ਹੁੰਦੀਆਂ। ਪਿਆਰ ਦੀ ਸੰਭਾਵਨਾ ਤਾਂ ਉਦੋਂ ਹੀ ਉਜਾਗਰ ਹੁੰਦੀ ਹੈ ਜਦੋਂ ਕੋਈ ਪੂਰਾ ਮਰਦ ਕਿਸੇ ਪੂਰੀ ਇਸਤਰੀ ਦੇ ਸਨਮੁਖ ਹੋਵੇ। ਜਿੱਥੇ ਪਿਆਰ ਹੋਵੇਗਾ ਉੱਥੇ ਉਡੀਕ ਦੀ ਸਹਿਣਸ਼ੀਲਤਾ ਵੀ ਹੋਵੇਗੀ। ਪਿਆਰ ਸਾਨੂੰ ਉਡੀਕ ਕਰਨੀ ਸਿਖਾਉਂਦਾ ਹੈ। ਸਾਰੀਆਂ ਕੋਮਲ ਕਲਾਵਾਂ ਇਸੇ ਉਡੀਕ ਦੌਰਾਨ ਉਪਜਦੀਆਂ ਹਨ। ਉਰਦੂ ਸ਼ਾਇਰੀ ਪ੍ਰੇਮੀ ਵੱਲੋਂ ਪ੍ਰੇਮਿਕਾ ਦੀ ਉਡੀਕ ਵਿੱਚ ਕਲਪਨਾ ਦਾ ਹੁਲਾਰਾ ਹੈ। ਜਿਸ ਸਮਾਜ ਵਿੱਚ ਉਡੀਕਾਂ ਸੁੱਚੀਆਂ ਨਹੀਂ ਹੁੰਦੀਆਂ, ਉੱਥੇ ਹਾਰ ਨੂੰ ਬਰਦਾਸ਼ਤ ਕਰਨ ਤੇ ਜਿੱਤ ਨੂੰ ਹਜ਼ਮ ਕਰਨ ਦੀ ਸਮਰੱਥਾ ਵੀ ਨਹੀਂ ਹੁੰਦੀ। ਉੱਥੇ ਬੱਚਿਆਂ ਵਿੱਚ ਰਲ ਕੇ ਖੇਡਣ ਦੀਆਂ ਸੰਭਾਵਨਾਵਾਂ ਵੀ ਨਹੀਂ ਹੁੰਦੀਆਂ, ਕਿਉਂਕਿ ਅਜਿਹੇ ਸਮਾਜ ਵਿੱਚ ਹਰ ਕੋਈ ਜਿੱਤਣਾ ਚਾਹੁੰਦਾ ਹੈ। ਪਿਆਰ ਦਾ ਰਿਸ਼ਤਾ ਤੈਰਨ ਵਾਲਾ ਅਨੁਭਵ ਨਹੀਂ, ਵਹਿਣ ਵਾਲਾ ਅਹਿਸਾਸ ਹੈ। ਸਦੀਵੀ ਪਿਆਰ ਲਈ ਪ੍ਰੇਮੀਆਂ ਵਿਚਕਾਰ ਉਡੀਕ ਦੀ ਸਾਂਝੀ ਭਾਸ਼ਾ ਦਾ ਹੋਣਾ ਲਾਜ਼ਮੀ ਹੈ। ਕੱਲ੍ਹ ਤੱਕ ਉਡੀਕ ਕਿਸੇ ਰਿਸ਼ਤੇ ਦੀ ਡੂੰਘਾਈ, ਵਿਸ਼ਾਲਤਾ ਤੇ ਅਮੀਰੀ ਦਾ ਮਾਪ ਹੋਇਆ ਕਰਦੀ ਸੀ। ਉਡੀਕ ਦੀ ਸਮਰੱਥਾ ਕਿਸੇ ਬੁੱਧੀਮਾਨ ਸਾਧ ਜਾਂ ਸੰਤ ਦੀ ਪਹਿਚਾਣ ਹੋਇਆ ਕਰਦੀ ਸੀ। ਚੇਲਾ ਜਾਂ ਸ਼ਾਗਿਰਦ ਬਣ ਹੀ ਹੋ ਸਕਦਾ ਸੀ ਜਿਸ ਵਿੱਚ ਉਡੀਕ ਦਾ ਗੁਣ ਹੋਇਆ ਕਰਦਾ ਸੀ। ਸਾਡੇ ਦੇਸ਼ ਵਿੱਚ ਕਾਹਲੀ ਦੀ ਹਰ ਪੱਧਰ 'ਤੇ ਨਿੰਦਾ ਹੋਈ ਤੇ ਸਹਿਜ ਉਡੀਕ ਨੂੰ ਵਡਿਆਇਆ ਗਿਆ। ਸਾਡੇ ਦੇਸ਼ ਵਿੱਚ ਉਹਨਾਂ ਬਿਰਛਾਂ ਦੀ ਪੂਜਾ ਹੋਈ ਜਿਹੜੇ ਲੰਮੀ ਉਡੀਕ ਮਗਰੋਂ ਸੰਪੂਰਨ ਹੁੰਦੇ ਹਨ। ਸਾਡੇ ਦੇਸ਼ ਵਿੱਚ ਉਡੀਕ ਤੇ ਸਹਿਣਸ਼ੀਲਤਾ ਉਹ ਗੁਣ ਮੰਨੇ ਗਏ ਹਨ ਜਿਨ੍ਹਾਂ ਨੂੰ ਨਾ ਕ੍ਰੋਧ ਜਿੱਤ ਸਕਦਾ, ਨਾ ਸਮਾਂ ਫਤਿਹ ਕਰ ਸਕਦਾ। ਕਿਹਾ ਜਾਂਦਾ ਹੈ ਕਿ ਜੋ ਸਮੇਂ ਵਿਰੁੱਧ ਲੜਦੇ ਹਨ ਉਹ ਉਸ ਦੁਸ਼ਮਣ ਵਿਰੁੱਧ ਲੜਦੇ ਹਨ ਜੋ ਨਾ ਥੱਕਦਾ ਨਾ ਮੁੱਕਦਾ, ਪਰ ਸਹਿਣਸ਼ੀਲਤਾ ਅਤੇ ਉਡੀਕ ਜਿਹੇ ਗੁਣਾਂ ਸਾਹਮਣੇ ਸਮਾਂ ਵੀ ਹਾਰ ਜਾਂਦਾ ਹੈ। ਸਾਡੇ ਮਨਾਂ ਵਿੱਚ ਅਨੇਕਾਂ ਪ੍ਰਸ਼ਨ ਉਪਜਦੇ ਹਨ ਜਿਨ੍ਹਾਂ ਦੇ ਉੱਤਰ ਪਾਉਣ ਲਈ ਅਸੀਂ ਕਾਹਲੇ ਪੈ ਜਾਂਦੇ ਹਾਂ, ਪਰ ਉਡੀਕ ਨਾਲ ਇਹਨਾਂ ਦੇ ਹੱਲ ਆਪ ਮੁਹਾਰੇ ਪ੍ਰਾਪਤ ਹੋ ਜਾਂਦੇ ਹਨ। ਸਾਡੀਆਂ ਬਹੁਤੀਆਂ ਪਰੇਸ਼ਾਨੀਆਂ ਕਾਹਲ ਵਿੱਚ ਉਪਜਦੀਆਂ ਹਨ। ਇਹਨਾਂ ਦਾ ਹੱਲ ਉਡੀਕ ਹੈ। ਅੱਜ ਜਿਉਂ-ਜਿਉਂ ਸੂਚਨਾ ਵੱਧ ਰਹੀ ਹੈ ਤਿਉਂ-ਤਿਉਂ ਸਾਡੇ ਵਿੱਚ ਮਹਿਸੂਸ ਕਰਨ ਦੀ ਸਮਰੱਥਾ ਦੇ ਘਟਣ ਕਾਰਨ ਕਾਹਲ ਵੱਧ ਰਹੀ ਹੈ ਅਤੇ ਉਡੀਕ ਦੀ ਸਮਰੱਥਾ ਘਟ ਰਹੀ ਹੈ। ਕਾਹਲੀ ਦਾ ਸੰਬੰਧ ਸਮੇਂ ਨਾਲ ਹੈ, ਸਮੇਂ ਦਾ ਸੰਬੰਧ ਸਾਡੀ ਬੁੱਧੀ ਨਾਲ ਹੈ। ਸੋ ਉਡੀਕ ਵਿੱਚ ਸਾਡਾ ਮਨ ਨਹੀਂ, ਸਾਡੀ ਬੁੱਧੀ ਪਰੇਸ਼ਾਨ ਹੁੰਦੀ ਹੈ। ਕਾਹਲ, ਜਲਦੀ, ਜ਼ਰੂਰੀ, ਝਟਪਟ, ਇਹ ਸਭ ਸਾਡੀ ਬੁੱਧੀ ਨਾਲ ਜੁੜੇ ਹੋਏ ਸੰਕਲਪ ਹਨ। ਹੁਣ ਤਾਂ ਅਰਦਾਸ ਵੀ ਕਾਹਲ ਨਾਲ ਕੀਤੀ ਜਾਂਦੀ ਹੈ। ਉਡੀਕ ਤੋਂ ਬਿਨਾਂ ਅਰਦਾਸ ਕਿਸ ਲੇਖੇ। ਧੰਨਵਾਦ। ਸਰਦਾਰ ਨਰਿੰਦਰ ਸਿੰਘ ਕਪੂਰ ਦੀ ਪੁਸਤਕ ਅੰਤਰ ਝਾਤ ਦਾ ਲੇਖ ਹੈ ਸੰਕਟ ਦੀਆਂ ਘੜੀਆਂ। ਸੰਸਾਰ ਵਿੱਚ ਚੜ੍ਹਦੇ ਸੂਰਜ ਨੂੰ ਪੂਜਣ ਵਾਲਿਆਂ ਦੀ ਗਿਣਤੀ ਨਾਲੋਂ ਡੁੱਬਦੇ ਸੂਰਜ ਨੂੰ ਵੇਖਣ ਵਾਲਿਆਂ ਦੀ ਗਿਣਤੀ ਵਧੇਰੇ ਹੈ। ਪੂਜਾ ਅਤੇ ਅਰਦਾਸ ਸਾਡੇ ਅੰਦਰਲੇ ਸੰਕਟਾਂ ਦੇ ਬਾਹਰਲੇ ਪ੍ਰਗਟਾਵੇ ਹਨ। ਬੇਵਸੀ ਸਾਨੂੰ ਅਰਦਾਸ ਦੇ ਮਾਰਗ ਵੱਲ ਪ੍ਰੇਰਦੀ ਹੈ। ਸੰਕਟ ਸੂਚਨਾ ਦਿੰਦਾ ਹੈ ਕਿ ਸਿਦਕ ਅਜੇ ਪੂਰੀ ਤਰ੍ਹਾਂ ਬਲਵਾਨ ਨਹੀਂ ਹੋਇਆ। ਸੰਕਟ ਸਾਨੂੰ ਆਪਣੇ ਨਿਆਸਰੇਪਨ ਦੀ ਸੋਝੀ ਦਿੰਦੇ ਹਨ। ਰੱਬ ਭਾਵੇਂ ਮਨੁੱਖ ਦੀ ਕਲਪਨਾ ਹੀ ਹੋਵੇ, ਪਰ ਸੰਸਾਰ ਵਿੱਚ ਰੱਬ ਦੀ ਪੂਜਾ ਇਸ ਲਈ ਹੁੰਦੀ ਹੈ ਕਿਉਂਕਿ ਉਹ ਸਭ ਪ੍ਰਕਾਰਾਂ ਦੇ ਸੰਕਟਾਂ ਤੋਂ ਮੁਕਤ ਹੈ। ਬੱਚਿਆਂ ਨੂੰ ਸੰਕਟ ਦੀ ਸੋਝੀ ਨਹੀਂ ਹੁੰਦੀ ਕਿਉਂਕਿ ਬੱਚਿਆਂ ਨੂੰ ਸੱਚਾਈ ਅਤੇ ਸੁਪਨੇ ਵਿਚਲਾ ਅੰਤਰ ਪਤਾ ਨਹੀਂ ਹੁੰਦਾ। ਬੱਚੇ ਨਹੀਂ ਜਾਣਦੇ ਕਿ ਮਰ ਗਿਆ ਜੀਵ ਵਾਪਸ ਨਹੀਂ ਆਉਂਦਾ। ਬੱਚਿਆਂ ਦੇ ਆਲੇ ਦੁਆਲੇ ਅਗਿਆਨਤਾ ਦਾ ਇੱਕ ਵਾਤਾਵਰਣ ਪਸਰਿਆ ਹੁੰਦਾ ਹੈ। ਜਿਵੇਂ ਪੁਲ ਦਰਿਆ ਦੇ ਕਿਨਾਰੇ ਨਾਲੋਂ ਨਾਤਾ ਨਹੀਂ ਤੋੜ ਸਕਦਾ, ਉਵੇਂ ਹੀ ਅਸੀਂ ਵੀ ਜਿਉਂਦੇ ਜੀ ਇਸ ਧਰਤੀ ਨੂੰ ਨਹੀਂ ਛੱਡ ਸਕਦੇ। ਉਂਝ ਤਾਂ ਮਨੁੱਖ ਕਦੇ ਵੀ ਇਕੱਲਾ ਨਹੀਂ ਹੁੰਦਾ, ਉਸ ਦੀ ਸੂਝ ਹੀ ਉਹਦਾ ਅੰਤਲਾ ਸਹਾਰਾ ਬਣਦੀ ਹੈ। ਪਰ ਕਈ ਵਾਰੀ ਉਹ ਕੁਝ ਵੀ ਵਾਪਰ ਜਾਂਦਾ ਹੈ ਜਿਸ ਨੂੰ ਅਸੀਂ ਕਦੇ ਚਿਤਵਿਆ ਨਹੀਂ ਹੁੰਦਾ।
ਅਤੇ ਅਜਿਹੀਆਂ ਘੜੀਆਂ ਵਿੱਚ ਸਾਡੀ ਸੂਝ ਵੀ ਸਾਡਾ ਸਾਥ ਛੱਡ ਜਾਂਦੀ ਹੈ। ਉਂਝ ਤਾਂ ਜ਼ਿੰਦਗੀ ਆਪਣੇ ਖਰਾਦ ਉੱਤੇ ਸਾਡੇ ਨਕਸ਼ ਨਿਰੰਤਰ ਘੜਦੀ ਰਹਿੰਦੀ ਹੈ, ਪਰ ਕਈ ਵਾਰੀ ਸਾਡੀ ਹਾਲਤ ਅੱਖ ਵਿੱਚ ਰੁਕੇ ਅੱਥਰੂ ਵਾਲੀ ਹੋ ਜਾਂਦੀ ਹੈ। ਜ਼ਿੰਦਗੀ ਦੀ ਮਾਲ ਰੂਟ 'ਤੇ ਅਸੀਂ ਇਕੱਲੇ ਰਹਿ ਜਾਂਦੇ ਹਾਂ। ਜਦੋਂ ਸਾਡਾ ਸਾਰਾ ਗਿਆਨ ਅਤੇ ਲੰਮੇ ਜੀਵਨ ਅਨੁਭਵ ਤੋਂ ਪ੍ਰਾਪਤ ਹੋਈ ਸਿਆਣਪ ਨਿਰਰਥਕ ਜਾਪਣ ਲੱਗ ਪੈਂਦੀ ਹੈ, ਤਾਂ ਉਹ ਘੜੀ ਸੰਕਟ ਦੀ ਘੜੀ ਹੁੰਦੀ ਹੈ। ਅਜੋਕਾ ਜੀਵਨ ਅਤੇ ਜੀਵਨ ਦਾ ਹਰ ਖੇਤਰ ਸੰਕਟਾਂ ਦੀ ਸੰਘਣੀ ਅਵਸਥਾ ਵਿੱਚੋਂ ਲੰਘ ਰਿਹਾ ਹੈ। ਜਿਉਂ-ਜਿਉਂ ਮਨੁੱਖ ਦੇ ਸੰਕਟ ਵੱਧ ਰਹੇ ਹਨ, ਤਿਉਂ-ਤਿਉਂ ਉਸ ਦਾ ਆਪਣੇ ਆਪ ਵਿੱਚ ਵਿਸ਼ਵਾਸ ਖੁਰਦਾ ਜਾ ਰਿਹਾ ਹੈ। ਦੋ ਮਹੱਤਵਪੂਰਨ ਅਵਸਥਾਵਾਂ ਦੇ ਵਿਚਕਾਰਲੇ ਸਮੇਂ ਨੂੰ ਸੰਕਟ ਕਹਿੰਦੇ ਹਨ। ਇਹ ਲਾਚਾਰੀ ਦੀ ਉਹ ਅਵਸਥਾ ਹੁੰਦੀ ਹੈ ਜਦੋਂ ਕਿਸੇ ਵਿਅਕਤੀ ਜਾਂ ਸਮੂਹ ਦੀ ਹੋਂਦ ਹੀ ਖਤਰੇ ਵਿੱਚ ਪੈ ਜਾਵੇ। ਨਿਰਵਿਘਨ ਚੱਲਦੇ ਜੀਵਨ ਵਿੱਚ ਅਚਾਨਕ ਉਬਾਲ ਆਉਂਦਾ ਹੈ ਅਤੇ ਕੁਝ ਕਰਨ ਦੀ ਫੌਰੀ ਲੋੜ ਦੇ ਬਾਵਜੂਦ ਕੁਝ ਵੀ ਕਰ ਸਕਣ ਵਿੱਚ ਅਸਮਰਥਾ ਮਹਿਸੂਸ ਹੁੰਦੀ ਹੈ। ਸਥਿਤੀ ਉੱਤੇ ਕਾਬੂ ਘਟ ਜਾਂਦਾ ਹੈ। ਦੂਜੇ ਸ਼ਬਦਾਂ ਵਿੱਚ ਸੰਕਟ ਇੱਕ ਅਜਿਹੀ ਸਥਿਤੀ ਹੁੰਦੀ ਹੈ ਜਿਸ ਨਾਲ ਨਜਿੱਠਣ ਲਈ ਪ੍ਰਾਪਤ ਢੰਗ ਤਰੀਕੇ ਨਾਕਾਫੀ ਅਤੇ ਬੇਅਸਰ ਸਾਬਤ ਹੁੰਦੇ ਹਨ। ਜਦੋਂ ਨਵੇਂ ਢੰਗ ਤਰੀਕੇ ਲੱਭ ਲਏ ਜਾਂਦੇ ਹਨ ਅਤੇ ਸਮਰੱਥਾ ਵਧਾ ਲਈ ਜਾਂਦੀ ਹੈ, ਤਾਂ ਸੰਕਟ ਵਿੱਚ ਮੋੜ ਪੈ ਜਾਂਦਾ ਹੈ ਅਤੇ ਹੌਲੀ-ਹੌਲੀ ਇਹ ਹੱਲ ਹੋ ਜਾਂਦਾ ਹੈ। ਇਵੇਂ ਸੰਤੁਲਨ ਦੇ ਵਿਗੜਨ ਤੋਂ ਲੈ ਕੇ ਸੰਤੁਲਨ ਦੇ ਮੁੜ ਸਥਾਪਿਤ ਹੋਣ ਤੱਕ ਦਾ ਵਿਚਕਾਰਲਾ ਸਮਾਂ ਸੰਕਟ ਦਾ ਸਮਾਂ ਅਖਵਾਉਂਦਾ ਹੈ। ਸੰਕਟ ਪ੍ਰਤੀ ਸਭ ਤੋਂ ਪਹਿਲਾ ਹੁੰਗਾਰਾ ਸੰਕਟ ਨੂੰ ਟਾਲਣ ਦਾ ਹੁੰਦਾ ਹੈ। ਜਾਗੀਰਦਾਰੀ ਸਮਾਜਿਕ ਪ੍ਰਣਾਲੀ ਦੀ ਸਮੁੱਚੀ ਪਹੁੰਚ ਜੀਵਨ ਨੂੰ ਸੰਕਟ ਮੁਕਤ ਕਰਕੇ ਨਿਰਵਿਘਨ ਬਣਾਉਣ ਦੀ ਸੀ, ਜਦਕਿ ਸੰਕਟ ਪੂੰਜੀਵਾਦੀ ਆਰਥਿਕ ਪ੍ਰਣਾਲੀ ਦਾ ਇੱਕ ਸਥਾਈ ਅੰਗ ਹੈ। ਮਨੁੱਖ ਦੇ ਇਤਿਹਾਸ ਵਿੱਚ ਜਾਇਦਾਦੀ ਸਬੰਧਾਂ ਨੇ ਅਣਗਿਣਤ ਸੰਕਟ ਉਸਾਰੇ ਹਨ। ਜੀਵਨ ਸਰਲ ਤੋਂ ਗੁੰਝਲਦਾਰ ਹੋ ਗਿਆ ਹੈ ਅਤੇ ਇਸ ਦੀ ਰਫ਼ਤਾਰ ਤੇਜ਼ ਹੋ ਗਈ ਹੈ। ਇਸ ਸਥਿਤੀ ਵਿੱਚ ਸਰਲ ਸੋਚ ਵਾਲੇ ਵਿਅਕਤੀ ਸਭਨੀ ਥਾਈਂ ਸੰਕਟ ਦਾ ਸ਼ਿਕਾਰ ਹਨ। ਇਕਹਿਰੀ ਅਤੇ ਸਰਲ ਸੋਚ ਵਾਲੇ ਵਿਅਕਤੀ ਪਹਿਲੇ ਵਾਲੀ ਸਹਿਜ ਸਥਿਤੀ ਮੁੜ ਬਹਾਲ ਕਰਨ ਦੇ ਯਤਨ ਕਰ ਰਹੇ ਹਨ, ਪਰ ਉਹਨਾਂ ਦਾ ਸੰਕਟ ਇਹ ਹੈ ਕਿ ਉਹ ਨਹੀਂ ਜਾਣਦੇ ਕਿ ਬੁਨਿਆਦੀ ਤਬਦੀਲੀਆਂ ਵਾਪਰ ਚੁੱਕੀਆਂ ਹਨ। ਲੰਘ ਗਏ ਮਹਾਂਪੁਰਸ਼ ਅਤੇ ਗ੍ਰੰਥ, ਭਾਵੇਂ ਉਹ ਕਿੰਨੇ ਵੀ ਮਹਾਨ ਕਿਉਂ ਨਾ ਹੋਣ, ਉਹ ਸਾਡੇ ਅਜੋਕੇ ਸੰਕਟ ਹੱਲ ਨਹੀਂ ਕਰ ਸਕਦੇ। ਇਤਿਹਾਸ ਦੇ ਤਾਣੇ ਪੇਟੇ ਨੂੰ ਉਸਾਰਨ ਵਿੱਚ ਰਾਜ, ਧਰਮ ਅਤੇ ਸੱਭਿਆਚਾਰ ਨੇ ਮਹਾਨ ਰੋਲ ਨਿਭਾਏ ਹਨ, ਪਰ ਹੁਣ ਇਹਨਾਂ ਵਿਚਕਾਰ ਆਪਸੀ ਸੰਬੰਧ ਸੰਤੁਲਨ ਅਤੇ ਸਹਿ ਹੋਣ ਦੀ ਥਾਂ ਵਿਗਾੜ ਅਤੇ ਵਿਰੋਧ ਵਾਲੇ ਸਥਾਪਿਤ ਹੋ ਚੁੱਕੇ ਹਨ। ਮਨੁੱਖ ਵਿੱਚ ਪਰਿਵਰਤਨ ਦੀ ਇੱਕ ਬੁਨਿਆਦੀ ਇੱਛਾ ਹੁੰਦੀ ਹੈ। ਇਸੇ ਕਾਰਨ ਉਹ ਬਦਲ ਕੇ ਪਹਿਨਦਾ ਅਤੇ ਖਾਂਦਾ ਹੈ। ਇਸੇ ਕਾਰਨ ਉਹ ਕੁਝ ਵਰ੍ਹਿਆਂ ਮਗਰੋਂ ਰਾਜ ਮਿਸਤਰੀ ਲਾ ਕੇ ਆਪਣੇ ਘਰ ਵਿੱਚ ਤਬਦੀਲੀਆਂ ਕਰਨ ਲੱਗ ਪੈਂਦਾ ਹੈ। ਪਹਿਲੇ ਸਮਿਆਂ ਅਤੇ ਅਜੋਕੇ ਯੁੱਗ ਵਿਚਕਾਰ ਵੱਡਾ ਅੰਤਰ ਇਹ ਹੈ ਕਿ ਪਹਿਲਾਂ ਜਿਹੜੀਆਂ ਤਬਦੀਲੀਆਂ ਸਦੀਆਂ ਵਿੱਚ ਵਾਪਰਦੀਆਂ ਸਨ, ਉਹ ਹੁਣ ਸੰਕਟ ਦੇ ਕੁਝ ਹੀ ਮਹੀਨਿਆਂ ਵਿੱਚ ਵਾਪਰ ਜਾਂਦੀਆਂ ਹਨ। ਸੰਕਟ ਸਾਨੂੰ ਸਬਕ ਸਿਖਾਉਂਦੇ ਹਨ। ਸਾਡਾ ਗਿਆਨ ਇਹਨਾਂ ਸਬਕਾਂ ਦਾ ਹੀ ਸੰਗ੍ਰਹਿ ਹੁੰਦਾ ਹੈ। ਸੰਕਟ ਦੇ ਕਈ ਉਸਾਰੂ ਪੱਖ ਵੀ ਹਨ। ਸੰਕਟ ਸਾਨੂੰ ਨਿਗੁਣੇ ਅਤੇ ਮੁੱਲਵਾਨ ਵਿੱਚ ਨਿਖੇੜਾ ਕਰਨਾ ਸਿਖਾਉਂਦਾ ਹੈ। ਇਹ ਨਿਖੇੜਾ ਹੜ੍ਹ ਆਉਣ ਦੀ ਜਾਂ ਅੱਗ ਲੱਗਣ ਦੀ ਸਥਿਤੀ ਵਿੱਚ ਲੋਕਾਂ ਦੇ ਵਿਹਾਰ ਵਿੱਚ ਵੇਖਿਆ ਜਾ ਸਕਦਾ ਹੈ। ਉਹ ਕਿਹੜੀਆਂ ਚੀਜ਼ਾਂ ਵਸਤਾਂ ਨੂੰ ਬਚਾਉਂਦੇ ਹਨ, ਉਹਨਾਂ ਤੋਂ ਉਹਨਾਂ ਦੇ ਸੰਕਟ ਪ੍ਰਤੀ ਦ੍ਰਿਸ਼ਟੀਕੋਣ ਦਾ ਪਤਾ ਲੱਗ ਜਾਂਦਾ ਹੈ। ਦਰਸ਼ਨ, ਅਕਲ, ਸੂਝ ਅਤੇ ਸਿਆਣਪ ਸੰਕਟ ਦੇ ਸਮੇਂ ਤੇਜ਼ੀ ਨਾਲ ਪ੍ਰਫੁੱਲਤ ਹੁੰਦੇ ਹਨ। ਨਵੀਆਂ ਵੰਗਾਰਾਂ ਨਾਲ ਬਰ ਮੇਚਣ ਦੀ ਮਜਬੂਰੀ ਕਾਰਨ ਖੋਜ ਅਤੇ ਕੰਮ ਦੀ ਰਫ਼ਤਾਰ ਤੇਜ਼ ਹੁੰਦੀ ਹੈ। ਰੁਕਾਵਟਾਂ ਦੂਰ ਹੁੰਦੀਆਂ ਹਨ। ਅਟਕੇ ਅਤੇ ਰੁਕੇ ਹੋਏ ਨਿਰਣੇ ਝਟਪਟ ਲਏ ਜਾਂਦੇ ਹਨ। ਸੰਕਟ ਦੀ ਸਥਿਤੀ ਵਿੱਚ ਵਿਅਕਤੀ ਅਤੇ ਸਮਾਜ ਵਿਚਕਾਰ ਸੰਬੰਧ ਕੂਲੇ ਅਤੇ ਸੁਖਾਵੇਂ ਹੋ ਜਾਂਦੇ ਹਨ ਅਤੇ ਸਾਨੂੰ ਜ਼ਿੰਦਗੀ ਦੀ ਨਵੀਂ ਪਰਿਭਾਸ਼ਾ ਅਤੇ ਉਦੇਸ਼ ਲੱਭਦੇ ਹਨ। ਅਜੋਕਾ ਯੁੱਗ ਸੀਮਤ ਵਿਰੋਧਾਂ ਤੋਂ ਲੈ ਕੇ ਵਿਸ਼ਾਲ ਟਕਰਾਵਾਂ ਤੱਕ
ਰੋਜ਼ ਦੀਆਂ ਲੋੜਾਂ ਤੋਂ ਲੈ ਕੇ ਭਾਵੁਕ, ਸਮਾਜਿਕ, ਦਾਰਸ਼ਨਿਕ ਤੇ ਸੁਹਜਾਤਮਿਕ ਤ੍ਰਿਪਤੀਆਂ ਤੱਕ, ਅਰਥਾਤ ਜੀਵਨ ਦਾ ਹਰ ਖੇਤਰ ਕਿਸੇ ਨਾ ਕਿਸੇ ਸੰਕਟ ਦੀ ਪਕੜ ਵਿੱਚ ਹੈ। ਸਮਾਜ ਵਿਚਲੇ ਹਰ ਵਿਅਕਤੀ ਨੂੰ ਕਿਸੇ ਨਾ ਕਿਸੇ ਸੰਕਟ ਨੇ ਪ੍ਰਭਾਵਿਤ ਕੀਤਾ ਹੋਇਆ ਹੈ। ਸਮਾਜ ਦਾ ਹਰ ਵਿਅਕਤੀ ਨਵੀਆਂ ਚੁਣੌਤੀਆਂ ਦੇ ਸਨਮੁਖ ਨਵੇਂ ਉੱਭਰੇ ਪ੍ਰਸ਼ਨਾਂ ਦੇ ਉੱਤਰ ਲੱਭਣ ਵਿੱਚ ਲੱਗਿਆ ਹੋਇਆ ਹੈ। ਹੁਣ ਸੰਕਟ ਦਾ ਅਧਿਐਨ ਕਰਨਾ ਤੇ ਸੰਕਟ ਨੂੰ ਹੱਲ ਕਰਨਾ ਵਿਦਿਅਕ ਸੰਸਥਾਵਾਂ ਵਿੱਚ ਇੱਕ ਵਿਸ਼ਾ ਬਣ ਗਿਆ ਹੈ। ਹਰ ਵਿਅਕਤੀ ਕੋਲ ਸੰਕਟ ਦੀ ਆਪਣੀ ਕੋਈ ਪਰਿਭਾਸ਼ਾ ਹੁੰਦੀ ਹੈ। ਇਸੇ ਲਈ ਬੱਚਿਆਂ ਦੀ ਅਣਹੋਂਦ ਇੱਕ ਸੰਕਟ ਹੈ। ਕਈਆਂ ਲਈ ਬੱਚਿਆਂ ਦੀ ਹੋਂਦ ਇੱਕ ਸੰਕਟ ਹੈ। ਕਈਆਂ ਲਈ ਸੁਹਾਗਰਾਤ ਹੀ ਇੱਕ ਸੰਕਟ ਹੈ। ਸਪਸ਼ਟ ਹੈ ਕਿ ਸੰਕਟ ਦਾ ਸੰਕਲਪ ਵੱਖਰੇ ਵੱਖਰੇ ਖੇਤਰਾਂ ਵਿੱਚ ਵੱਖਰੇ ਵੱਖਰੇ ਅਰਥਾਂ 'ਚ ਵਰਤਿਆ ਜਾਂਦਾ ਹੈ। ਕਲੇਸ਼, ਆਫਤ, ਮੁਸੀਬਤ, ਬਿਪਤਾ, ਡਰ, ਭੈ ਆਦਿ ਸ਼ਬਦ ਵੀ ਸੰਕਟ ਦੇ ਅਰਥਾਂ ਵਿੱਚ ਵਰਤ ਲਏ ਜਾਂਦੇ ਹਨ। ਨਿੱਕੇ ਮੋਟੇ ਸੰਕਟਾਂ ਲਈ ਅਸੀਂ ਸਮੱਸਿਆ ਸ਼ਬਦ ਆਮ ਵਰਤਦੇ ਹਾਂ। ਰੋਗ ਵਿਗਿਆਨ ਵਿੱਚ ਮਰੀਜ਼ ਦੀ ਹਾਲਤ ਵਿੱਚ ਅਚਾਨਕ ਵਾਪਰਿਆ ਮੋੜ ਸੰਕਟ ਅਖਵਾਉਂਦਾ ਹੈ। ਜੰਗ ਦੌਰਾਨ ਜਿੱਤ ਅਤੇ ਹਾਰ ਦੇ ਵਿਚਕਾਰਲੇ ਪਲ ਸੰਕਟ ਦੇ ਪਲ ਹੁੰਦੇ ਹਨ। ਰਿਸ਼ਤਾ ਨਾਤਾ ਪ੍ਰਬੰਧ ਵਿੱਚ ਵੰਡ ਵੰਡਾਓ ਜਾਂ ਛੱਡ ਛੁਡਾਓ ਵਾਲੀ ਸਥਿਤੀ ਸੰਕਟ ਅਖਵਾਉਂਦੀ ਹੈ। ਸਮਾਜ ਅਤੇ ਸੱਭਿਆਚਾਰ ਲਈ ਸੰਕਟ ਉਦੋਂ ਉਪਜਦਾ ਹੈ ਜਦੋਂ ਉਸ ਦੀ ਹੋਂਦ ਖਤਰੇ 'ਚ ਪੈ ਜਾਵੇ। ਕਈ ਵਾਰੀ ਅਸੀਂ ਸੰਕਟ ਨੂੰ ਟਾਲ ਦਿੰਦੇ ਹਾਂ, ਪਰ ਮਹਾਂ ਸੰਕਟ ਨੂੰ ਸਹੇੜ ਲੈਂਦੇ ਹਾਂ। ਯੂਨਾਨ ਤੇ ਰੋਮ ਉੱਤੇ ਤੁਰਕਾਂ ਦਾ ਹਮਲਾ, ਭਾਰਤ ਵਿੱਚ ਅੰਗਰੇਜ਼ਾਂ ਦਾ ਆਗਮਨ, ਫਰਾਂਸ ਦੀ ਲੋਕਤੰਤਰੀ ਪਰਿਵਰਤਨ, ਇੰਗਲੈਂਡ ਦੀ ਉਦਯੋਗਿਕ ਕ੍ਰਾਂਤੀ, ਰੂਸ ਦਾ ਸਮਾਜਵਾਦੀ ਇਨਕਲਾਬ ਅਤੇ ਭਾਰਤ ਪਾਕਿਸਤਾਨ ਵੰਡ ਵੱਡ ਆਕਾਰੀ ਚਿਰਜੀਵੀ ਪ੍ਰਭਾਵਾਂ ਵਾਲੇ ਸੰਕਟ ਸਨ, ਜਿਨ੍ਹਾਂ ਦਾ ਪ੍ਰਭਾਵ ਅੱਜ ਵੀ ਪੈ ਰਿਹਾ ਹੈ। ਮਾਨਵ ਜਾਤੀ ਦਾ ਕੋਈ ਵੀ ਯੁੱਗ ਨਸ਼ਿਆਂ, ਚੋਰਾਂ, ਬੇਈਮਾਨਾਂ, ਠੱਗਾਂ, ਨਜਾਇਜ਼ ਸਬੰਧਾਂ ਆਦਿ ਤੋਂ ਸੁਤੰਤਰ ਨਹੀਂ ਹੋਇਆ। ਹਰ ਵਿਅਕਤੀ ਕਿਸੇ ਨਾ ਕਿਸੇ ਸੰਪਰਦਾਇ ਜਾਂ ਸੱਭਿਆਚਾਰ ਵਿੱਚ ਜਨਮ ਲੈਂਦਾ ਹੈ, ਜਿਸ ਦੇ ਨੇਮ ਉਹਦੇ ਵਿਹਾਰ ਨੂੰ ਨਿਸ਼ਚਿਤ ਕਰਦੇ ਹਨ, ਅਤੇ ਸੰਕਟ ਦੇ ਦੌਰ ਵਿੱਚ ਮਨੁੱਖ ਦਾ ਸੱਭਿਆਚਾਰ ਹੀ ਉਸ ਦੀ ਧਰਵਾਸ ਤੇ ਢਾਲ ਬਣਦਾ ਹੈ। ਆਪਣੇ ਵਿਰਸੇ ਪ੍ਰਤੀ ਬੇਮੁਖ ਹੋਣਾ ਅਜੋਕੇ ਮਨੁੱਖ ਦੇ ਮਾਨਸਿਕ ਸੰਕਟ ਦਾ ਇੱਕ ਕਾਰਨ ਹੈ। ਵਧੇਰੇ ਵਿਸ਼ਲੇਸ਼ਣ ਨਾਲ ਸੰਬੰਧ ਵਿਗੜਦੇ ਹਨ। ਮਨੋਵਿਗਿਆਨਕ ਗਿਆਨ ਨਾਲ ਰਿਸ਼ਤੇ ਉਸਰੇ ਨਹੀਂ, ਟੁੱਟੇ ਹਨ। ਮਨੁੱਖ ਆਸਵੰਦ ਹੋ ਕੇ ਅਰਦਾਸ ਕਰਨ ਤੇ ਸੰਤੋਖਵਾਨ ਹੋ ਕੇ ਉਡੀਕਣ ਦੀ ਜਾਚ ਭੁੱਲ ਗਿਆ ਹੈ। ਬਦਲਾ ਲੈਣਾ ਛੋਟੇ ਆਦਮੀਆਂ ਦਾ ਵੱਡਾ ਉਦੇਸ਼ ਬਣ ਗਿਆ ਹੈ। ਇਨਕਲਾਬ ਜਿਹੋ ਜਿਹੇ ਹਾਕਮਾਂ ਤੋਂ ਛੁਟਕਾਰਾ ਪਾਉਂਦੇ ਹਨ, ਉਸ ਇਨਕਲਾਬ ਨੂੰ ਲਿਆਉਣ ਵਾਲੇ ਅੰਤ ਨੂੰ ਆਪ ਉਹੋ ਜਿਹੇ ਹੋ ਨਿਬੜਦੇ ਹਨ। ਹੁਣ ਜਦੋਂ ਤੁਸੀਂ ਕੁਝ ਚੰਗਾ ਕਰਦੇ ਹੋ ਤਾਂ ਕਈਆਂ ਨੂੰ ਈਰਖਾ ਤੇ ਬਹੁਤਿਆਂ ਨੂੰ ਹੈਰਾਨੀ ਹੁੰਦੀ ਹੈ। ਹੁਣ ਵਿਆਹ ਕੀਤਾ ਨਹੀਂ ਜਾਂਦਾ, ਵਿਆਹ ਵਾਪਰਦਾ ਹੈ। ਉਂਝ ਤਾਂ ਸੰਕਟਾਂ ਦੀ ਗਿਣਤੀ ਤੇ ਵੰਨਗੀ ਅਣਗਿਣਤ ਹੈ, ਪਰ ਕੁਝ ਬੁਨਿਆਦੀ ਸੰਕਟ ਹਨ ਜਿਹੜੇ ਸਮੁੱਚੀ ਮਾਨਵ ਜਾਤੀ ਦੇ ਸਾਂਝੇ ਹਨ। ਜਿਵੇਂ ਕੁਝ ਸੰਕਟ ਅਸੀਂ ਵਿਰਸੇ ਵਿੱਚ ਪ੍ਰਾਪਤ ਕਰਦੇ ਹਾਂ, ਕੁਝ ਸੰਕਟ ਅਸੀਂ ਆਪ ਸਿਰਜਦੇ ਹਾਂ, ਕੁਝ ਸੰਕਟ ਦੂਜੇ ਸਾਡੇ ਲਈ ਉਪਜਾਉਂਦੇ ਹਨ। ਹਰ ਵਿਅਕਤੀ ਕਿਸੇ ਨਾ ਕਿਸੇ ਪੱਖੋਂ ਕਮਜ਼ੋਰ ਹੈ ਤੇ ਉਸ ਨੂੰ ਕਿਸੇ ਤਕੜੇ ਦਾ ਭੈ ਹੈ। ਇਹ ਸਥਿਤੀ ਸਮੁੱਚੇ ਜੀਵ ਜੰਤੂ ਜਗਤ ਵਿੱਚ ਆਰ ਪਾਰ ਫੈਲੀ ਹੋਈ ਹੈ। ਲੱਖਾਂ ਕਰੋੜਾਂ ਸਾਲਾਂ ਦੌਰਾਨ ਜੀਵਨ ਦਾ ਸਮੁੱਚਾ ਵਿਕਾਸ ਤਕੜੇ ਵੱਲੋਂ ਕਮਜ਼ੋਰ ਨੂੰ ਹੜੱਪ ਜਾਣ ਦੀ ਕਿਰਿਆ ਵਿੱਚੋਂ ਲੰਘਿਆ ਹੈ। ਮਨੁੱਖ ਦੇ ਮਨ ਵਿੱਚ ਭੈ ਇਸ ਪ੍ਰਕਿਰਿਆ ਦੀ ਯਾਦ ਉੱਤੇ ਉਸਾਰਿਆ ਹੋਇਆ ਹੈ। ਇਸ ਭੈ ਕਾਰਨ ਸਾਡੇ ਵਿਹਾਰ ਦਾ ਸੰਤੁਲਨ ਵਿਗੜਦਾ ਹੈ। ਭੈ ਅਨੇਕਾਂ ਸੰਕਟਾਂ ਦੀ ਕੁੱਖ ਹੋ ਨਿਬੜਦਾ ਹੈ। ਮਨੁੱਖ ਦਾ ਸਭ ਤੋਂ ਵੱਡਾ ਭੈ ਇਹ ਹੈ ਕਿ ਉਸ ਕੋਲ ਜੋ ਕੁਝ ਹੈ ਉਹ ਉਸ ਤੋਂ ਖੋਹ ਲਿਆ ਜਾਏਗਾ। ਜਾਨਵਰ ਦੂਜੇ ਜਾਨਵਰਾਂ ਉੱਤੇ ਝਪਟਦੇ ਹਨ, ਪਰ ਮਨੁੱਖ ਆਪਣੀ ਸੋਚਣ ਸ਼ਕਤੀ ਦੀ ਤਿੱਖੀ ਵਰਤੋਂ ਕਰਕੇ ਆਰਥਿਕ ਹਮਲਾ ਕਰਦਾ ਹੈ। ਲੁੱਟੇ ਜਾਣ ਦੇ ਇਸ ਭੈ ਕਾਰਨ ਹਰ ਯੁੱਗ ਵਿੱਚ ਕਾਨੂੰਨ ਘੜੇ ਗਏ ਹਨ, ਥਾਣੇ ਬਣਾਏ ਗਏ ਹਨ, ਜੇਲ੍ਹਾਂ ਉਸਾਰੀਆਂ ਗਈਆਂ ਹਨ, ਪਰ ਇਸ ਖੇਤਰ ਦੇ ਸੰਕਟ ਘਟਣ ਦੀ ਥਾਂ ਵੱਧ ਰਹੇ ਹਨ। ਸੰਕਟਾਂ ਦੀ ਜੇ ਸੂਚੀ ਬਣਾਈ ਜਾਵੇ ਤਾਂ ਬੁਢਾਪਾ ਸਮੁੱਚੀ ਮਾਨਵ ਜਾਤੀ ਦਾ
ਇੱਕ ਸਾਂਝਾ ਬੁਨਿਆਦੀ ਸੰਕਟ ਹੈ। ਬੁਢਾਪਾ ਬਿਮਾਰੀ ਤੇ ਮੌਤ ਨਾਲ ਜੁੜੇ ਹੋਣ ਕਾਰਨ ਹੀ ਨਹੀਂ, ਸਗੋਂ ਨਰਕ ਦੇ ਡਰ ਕਾਰਨ ਦੁਖਦਾਈ ਹੈ। ਮਨੁੱਖ ਮੌਤ ਤੋਂ ਨਹੀਂ ਡਰਦਾ, ਮਰਨ ਤੋਂ ਡਰਦਾ ਹੈ। ਮੌਤ ਇਸ ਲਈ ਸੰਕਟਮਈ ਹੈ ਕਿਉਂਕਿ ਇਸ ਰਾਹੀਂ ਜ਼ਿੰਦਗੀ ਖੋਹ ਲਈ ਜਾਂਦੀ ਹੈ। ਬਿਮਾਰੀ ਦਾ ਸੰਕਟ ਹਰ ਕਿਸੇ ਨੂੰ ਘੇਰ ਲੈਂਦਾ ਹੈ। ਜਨਮ ਤੋਂ ਲੈ ਕੇ ਮੌਤ ਤੱਕ ਜ਼ਿੰਦਗੀ ਤੇ ਮੌਤ ਵਿਚਕਾਰ ਨਿਰੰਤਰ ਸੰਘਰਸ਼ ਚੱਲਦਾ ਹੈ। ਸਮੇਂ ਦੇ ਬੀਤਣ ਨਾਲ ਸਾਡੇ ਸਰੀਰ ਵਿੱਚ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਘਟਦੀ ਹੈ ਅਤੇ ਅੰਤ ਕੋਈ ਬਿਮਾਰੀ ਸੰਕਟ ਹੋ ਨਿਬੜਦੀ ਹੈ। ਬਿਮਾਰ ਹੋਣਾ ਮਾਨਵ ਜਾਤੀ ਦਾ ਸਾਂਝਾ ਅਨੁਭਵ ਹੈ। ਘਰ ਦੇ ਕਿਸੇ ਜੀਅ ਦਾ ਵਿਛੜ ਜਾਣਾ ਸੰਕਟ ਦੀ ਇੱਕ ਹੋਰ ਵੰਨਗੀ ਹੈ। ਆਪਣਿਆਂ ਦਾ, ਮਿੱਤਰ ਪਿਆਰਿਆਂ ਦਾ ਵਿਛੜਨਾ ਦੁਖਦਾਈ ਹੁੰਦਾ ਹੈ। ਦੁਸ਼ਮਣਾਂ ਦਾ ਵਿਛੜਨਾ ਵੀ ਕਿਸੇ ਪੱਖੋਂ ਸੁਖਦਾਈ ਨਹੀਂ ਹੁੰਦਾ। ਕਿਸੇ ਮਿੱਤਰ ਪਿਆਰੇ ਨਾਲੋਂ ਵਿਛੜਨ ਵੇਲੇ ਸਾਡੇ ਵਿੱਚ ਪਾਗਲਪਣ ਵਾਲੀ ਸਥਿਤੀ ਵਾਪਰਦੀ ਹੈ। ਤਲਾਕ ਦੇ ਝਗੜੇ ਬੜੇ ਦੁਖਦਾਈ ਹੁੰਦੇ ਹਨ ਕਿਉਂਕਿ ਦੋਵੇਂ ਧਿਰਾਂ ਆਪਣੇ ਜ਼ਖਮਾਂ ਨੂੰ ਭਰਨ ਤੋਂ ਪਹਿਲਾਂ ਹੀ ਖੁਰਚ ਕੇ ਆਪਣੇ ਆਪ ਨੂੰ ਮੁੜ ਲਹੂ ਲੁਹਾਨ ਕਰ ਲੈਂਦੀਆਂ ਹਨ। ਜਿਨ੍ਹਾਂ ਨੇ ਇਹ ਸੰਕਟ ਭੁਗਤਿਆ ਹੈ ਜਾਂ ਭੁਗਤ ਰਹੇ ਹਨ, ਇਸ ਦੀ ਚੀਜ਼ ਤੇ ਦਰਦ ਉਹੀ ਜਾਣਦੇ ਹਨ। ਤੋਹਮਤ ਲੱਗਣ ਦਾ ਡਰ, ਕੋਈ ਦੋਸ਼ ਲੱਗ ਜਾਣ ਦੀ ਸਥਿਤੀ, ਬੇਇੱਜ਼ਤੀ ਹੋ ਜਾਣ ਦੀ ਹਾਲਤ ਜਾਂ ਮਾਣ ਸਤਿਕਾਰ ਗੁਆਚ ਜਾਣਾ ਆਦਿ ਇੰਨਾ ਵੱਡਾ ਸੰਕਟ ਹੁੰਦਾ ਹੈ ਕਿ ਇਸ ਸਥਿਤੀ ਵਿੱਚ ਬਹੁਤੇ ਵਿਅਕਤੀ ਸਦਾ ਲਈ ਆਪਣਾ ਸੰਤੁਲਨ ਗੁਆ ਬੈਠਦੇ ਹਨ। ਲੋਕਾਂ ਦੀ ਟੀਕਾ ਟਿੱਪਣੀ ਤੋਂ ਡਰਦਿਆਂ ਅਸੀਂ ਆਪਣਾ ਰੰਗ ਰੂਪ ਬਦਲਣ ਲੱਗ ਪਏ ਹਾਂ। ਸਭ ਪ੍ਰਕਾਰ ਦੇ ਫੈਸ਼ਨ ਤੇ ਹਾਰ ਸ਼ਿੰਗਾਰ ਇਸ ਭਾਵਨਾ ਤੋਂ ਪ੍ਰੇਰਿਤ ਹਨ ਕਿ ਲੋਕ ਕੀ ਕਹਿਣਗੇ। ਅਜੋਕੇ ਯੁੱਗ ਵਿੱਚ ਕਈ ਨਵੇਂ ਸੰਕਟ ਉਪਜ ਪਏ ਹਨ, ਜਿਵੇਂ ਵਿਆਹ ਨਾ ਹੋਣ ਦੀ ਮੁਸੀਬਤ, ਬੱਚਾ ਨਾ ਹੋਣ ਦਾ ਸੰਕਟ, ਤੀਜੀ ਧੀ ਦੇ ਜਨਮ ਦਾ ਸੰਕਟ, ਬਦਲੀ ਹੋ ਜਾਣ ਦੀ ਸਥਿਤੀ, ਕੱਬੇ ਕਿਰਾਏਦਾਰਾਂ ਦਾ ਸੰਕਟ, ਬਦਲਾ ਲੈਣ ਲਈ ਕੋਈ ਮੌਕਾ ਨਾ ਮਿਲਣ ਦਾ ਸੰਕਟ, ਸੰਤਾਨ ਦੇ ਕੁਰਾਹੇ ਪੈ ਜਾਣ ਦਾ ਸੰਕਟ, ਬੇਰੁਜ਼ਗਾਰੀ ਦਾ ਸੰਕਟ, ਪਿਆਰ ਵਿੱਚ ਤਿਆਗੇ ਜਾਣ ਦਾ ਸੰਕਟ ਆਦਿ। ਸੰਕਟ ਦੇ ਪੱਖੋਂ ਹਰ ਵਿਅਕਤੀ ਦੀ ਸਥਿਤੀ ਨਿਵੇਕਲੀ ਹੈ। ਸਭ ਸੰਕਟਾਂ ਦਾ ਸਰਤਾਜ ਸੰਕਟ ਮੌਤ ਦਾ ਇੱਕ ਸੰਕਟ ਹੈ। ਆਪਣੀ ਮੌਤ ਦਾ ਸੰਕਟ, ਬ੍ਰਹਿਮੰਡ ਵਿੱਚ ਸਦਾ ਲਈ ਗੁਆਚ ਜਾਣ ਦਾ ਡਰ ਮਨੁੱਖ ਦੀ ਸਮੁੱਚੀ ਸ਼ਕਤੀ ਨੂੰ ਖੀਣ ਕਰ ਦਿੰਦਾ ਹੈ। ਪਰ ਕਿਉਂਕਿ ਇਹ ਸੰਕਟ ਸਭ ਨਾਲ ਵਾਪਰਦਾ ਹੈ ਅਤੇ ਇਸ ਤੋਂ ਬਚਾਓ ਦਾ ਕੋਈ ਉਪਾਅ ਨਹੀਂ ਹੈ ਅਤੇ ਇਹ ਸੰਕਟ ਸਾਨੂੰ ਸਭ ਸੰਕਟਾਂ ਤੋਂ ਮੁਕਤ ਕਰ ਦਿੰਦਾ ਹੈ, ਇਸ ਲਈ ਅਸੀਂ ਇਸ ਨੂੰ ਬਰਦਾਸ਼ਤ ਕਰਨ ਲਈ ਮਜਬੂਰੀ ਭਰੀ ਸਹਿਮਤੀ ਪ੍ਰਗਟਾਉਂਦੇ ਹਾਂ। ਹਰ ਸੰਕਟ ਦੇ ਕੇਂਦਰ ਵਿੱਚ ਭੈ ਹੁੰਦਾ ਹੈ ਅਤੇ ਭੈ ਦਾ ਸਰੋਤ ਅਗਿਆਨਤਾ ਹੈ। ਇਵੇਂ ਸੰਕਟ, ਭੈ ਤੇ ਅਗਿਆਨਤਾ ਇੱਕ ਦੂਜੇ ਨਾਲ ਜੁੜੇ ਹੋਏ ਹਨ। ਵਿੱਦਿਆ ਅਤੇ ਗਿਆਨ ਸੰਕਟ ਵਿਰੁੱਧ ਲੜਨ ਲਈ ਤਲਵਾਰ ਤੇ ਢਾਲ ਬਣਦੇ ਹਨ। ਜਿਨ੍ਹਾਂ ਪੁਸਤਕਾਂ ਨੇ ਤੁਹਾਨੂੰ ਉਤਸ਼ਾਹ ਤੇ ਚਾਨਣ ਦਿੱਤਾ ਹੁੰਦਾ ਹੈ, ਉਹਨਾਂ ਵਰਗੀਆਂ ਹੋਰ ਪੁਸਤਕਾਂ ਪੜ੍ਹਨ ਨਾਲ ਅਸੀਂ ਸੰਕਟਾਂ ਨਾਲ ਲੜਨ ਦੀ ਆਪਣੀ ਸ਼ਕਤੀ ਵਧਾ ਲੈਂਦੇ ਹਾਂ। ਗਿਆਨ ਸਾਨੂੰ ਆਪਣੀਆਂ ਘਾਟਾਂ ਤੇ ਸ਼ਕਤੀਆਂ ਨਾਲ ਜਾਣ ਪਛਾਣ ਕਰਵਾਉਂਦਾ ਹੈ। ਜਦੋਂ ਅਸੀਂ ਆਪਣੀਆਂ ਘਾਟਾਂ ਪ੍ਰਤੀ ਸੁਚੇਤ ਹੁੰਦੇ ਹਾਂ ਤਾਂ ਅਸੀਂ ਦੂਜਿਆਂ ਬਾਰੇ ਫਤਵੇ ਦੇਣ ਤੋਂ ਸੰਕੋਚ ਕਰਦੇ ਹਾਂ। ਬਹਿਸ ਕਰਨੀ ਕਿਸੇ ਸ਼ਕਤੀ ਦਾ ਪ੍ਰਮਾਣ ਨਹੀਂ, ਆਪਣੀ ਕਮਜ਼ੋਰੀ ਦੀ ਗਵਾਹੀ ਹੈ। ਪੁਰਸ਼ਾਂ ਦੇ ਮੁਕਾਬਲੇ ਇਸਤਰੀਆਂ ਵਿੱਚ ਸੰਕਟ ਦਾ ਟਾਕਰਾ ਕਰਨ ਦੀ ਸ਼ਕਤੀ ਵਧੇਰੇ ਹੁੰਦੀ ਹੈ। ਇਸਤਰੀਆਂ ਤਰਕ ਨਾਲ ਨਹੀਂ, ਆਪਣੀ ਅੰਤਰ ਚੇਤਨਾ ਨਾਲ ਫੈਸਲੇ ਕਰਦੀਆਂ ਹਨ। ਇਸੇ ਕਰਕੇ ਇਸਤਰੀਆਂ ਨੂੰ ਗਿਣ ਮਿੱਥ ਕੇ ਫੈਸਲੇ ਕਰਨੇ ਚੰਗੇ ਨਹੀਂ ਲੱਗਦੇ। ਉਹਨਾਂ ਦੇ ਪ੍ਰਤੀਕਰਮ ਭਾਵੁਕ ਤੇ ਸੁੱਚੇ ਹੁੰਦੇ ਹਨ। ਸੰਕਟ ਦੀ ਘੜੀ ਵਿੱਚ ਜੇ ਤੁਹਾਡੀ ਪਤਨੀ ਤੁਹਾਡੇ ਨਾਲ ਖਲੋਤੀ ਹੈ ਤਾਂ ਤੁਸੀਂ ਜੱਗ ਵਾਲੀ ਬਾਜ਼ੀ ਜਿੱਤ ਲਓਗੇ। ਵੇਖਿਆ ਗਿਆ ਕਿ ਪਤਨੀ ਦੀ ਮੌਤ ਉਪਰੰਤ ਪਤੀ ਬਹੁਤਾ ਚਿਰ ਜਿਉਂਦੇ ਨਹੀਂ ਰਹਿੰਦੇ, ਜਦੋਂ ਕਿ ਪਤੀ ਦੀ ਮੌਤ ਉਪਰੰਤ ਪਤਨੀ ਲੰਮਾ ਅਰਸਾ ਜਿਉਂਦੀ ਰਹਿੰਦੀ ਹੈ। ਇਸਤਰੀ ਆਪਣੀ ਸੰਤਾਨ ਉੱਤੇ ਨਿਰਭਰ ਹੋਣ ਨੂੰ ਆਪਣੀ ਹੇਠੀ ਨਹੀਂ ਸਮਝਦੀ, ਜਦਕਿ ਪੁਰਸ਼ ਆਪਣੀ ਸੰਤਾਨ ਉੱਤੇ ਨਿਰਭਰ ਹੋਣ ਨੂੰ ਆਪਣੀ ਬੇਇੱਜ਼ਤੀ ਦੇ ਰੂਪ ਵਿੱਚ ਵੇਖਦਾ ਹੈ। ਇਸਤਰੀ ਦਾ ਸਮੁੱਚਾ ਜੀਵਨ ਅਨੇਕਾਂ ਸਰੀਰਕ ਸੰਕਟਾਂ ਨਾਲ ਭਰਿਆ ਪਿਆ ਹੈ, ਸੋ ਉਸ ਵਿੱਚ ਵੱਡੇ ਤੋਂ ਵੱਡੇ ਸੰਕਟ ਸਹਿਣ ਦੀ ਸ਼ਕਤੀ ਵਧੇਰੇ ਹੈ। ਆਪਣੇ ਸਾਹਮਣੇ ਉਹਨਾਂ ਵਿਅਕਤੀਆਂ ਦੀ ਉਦਾਹਰਨ ਰੱਖੋ ਜਿਨ੍ਹਾਂ ਨੇ ਸੰਕਟ ਦਾ ਸਾਹਮਣਿਓਂ ਟਾਕਰਾ ਕੀਤਾ,
ਜਿਵੇਂ ਪੋਰਸ ਨੇ ਸਿਕੰਦਰ ਦਾ, ਜਿਵੇਂ ਸੁਕਰਾਤ ਨੇ ਆਪਣੇ ਸਮੇਂ ਦੀ ਹਕੂਮਤ ਦਾ, ਜਿਵੇਂ ਮਨਸੂਰ ਨੇ ਪੱਥਰ ਮਾਰਨ ਵਾਲੀ ਭੀੜ ਦਾ। ਤੁਹਾਨੂੰ ਆਲੇ ਦੁਆਲੇ ਵਿੱਚੋਂ ਸਭ ਪ੍ਰਕਾਰ ਦੀਆਂ ਉਦਾਹਰਨਾਂ ਮਿਲ ਜਾਣਗੀਆਂ। ਵੇਖੋ, ਤੁਹਾਡੇ ਆਲੇ ਦੁਆਲੇ ਵਿੱਚ ਜਿਹੜਾ ਵਿਅਕਤੀ ਅਸਫਲ ਹੈ ਉਹ ਕਿਉਂ ਅਸਫਲ ਹੋਇਆ, ਅਤੇ ਜਿਸ ਨੂੰ ਤੁਸੀਂ ਸਫਲ ਸਮਝਦੇ ਹੋ ਉਹ ਕਿਵੇਂ ਸਫਲ ਹੋਇਆ। ਪੀਂਘ ਨੂੰ ਰੱਸੀ ਦੇ ਟੁੱਟਣ ਦੇ ਡਰ ਨਾਲ ਨਾ ਵੇਖੋ, ਉਸਦੇ ਹੁਲਾਰੇ ਦੀ ਆਸ ਨਾਲ ਵੇਖੋ। ਹਰ ਸੰਕਟ ਦੇ ਕੁਝ ਕਾਰਨ ਹੁੰਦੇ ਹਨ। ਜਦੋਂ ਅਸੀਂ ਉਹਨਾਂ ਕਾਰਨਾਂ ਨੂੰ ਸਮਝ ਲੈਂਦੇ ਹਾਂ ਤਾਂ ਸਾਡੇ ਵਿੱਚ ਉਸ ਸੰਕਟ ਨਾਲ ਟਕਰਾਉਣ ਦੀ ਸ਼ਕਤੀ ਉਪਜ ਪੈਂਦੀ ਹੈ। ਕੁਝ ਵੀ ਅਚਾਨਕ ਨਹੀਂ ਵਾਪਰਦਾ। ਹਰ ਸੰਕਟ ਦੇ ਕਾਰਨ ਹੁੰਦੇ ਹਨ ਜਿਨ੍ਹਾਂ ਨੂੰ ਸਮਝ ਕੇ ਅਸੀਂ ਘਟਨਾਵਾਂ ਦਾ ਮੁਹਾਨ ਮੋੜ ਸਕਦੇ ਹਾਂ। ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਕੁਝ ਵੀ ਸਥਿਰ ਨਹੀਂ ਹੈ। ਮਾਨਵ ਜਾਤੀ ਸਾਹਮਣੇ ਆਇਆ ਹਰ ਸੰਕਟ ਗੁਜ਼ਰ ਗਿਆ ਹੈ। ਤੁਹਾਡਾ ਸੰਕਟ ਵੀ ਗੁਜ਼ਰ ਜਾਏਗਾ। ਉਡੀਕ, ਧੀਰਜ ਅਤੇ ਸਹਿਨਸ਼ੀਲਤਾ ਕਮਜ਼ੋਰੀ ਦੇ ਨਹੀਂ, ਸ਼ਕਤੀ ਦੇ ਪ੍ਰਤੀਕ ਹਨ। ਜਿਉਂ-ਜਿਉਂ ਹਨੇਰਾ ਸੰਘਣਾ ਹੁੰਦਾ ਜਾਂਦਾ ਹੈ, ਤਿਉਂ-ਤਿਉਂ ਸਵੇਰ ਨੇੜੇ ਆਉਂਦੀ ਜਾਂਦੀ ਹੈ। ਲੰਮੇ ਸੰਕਟ ਬਹੁਤੇ ਦੁਖਦਾਈ ਨਹੀਂ ਹੁੰਦੇ ਅਤੇ ਦੁਖਦਾਈ ਸੰਕਟ ਬਹੁਤੇ ਲੰਮੇ ਨਹੀਂ ਹੁੰਦੇ। ਕੁਦਰਤ ਕਦੀ ਵੀ ਤੁਹਾਡੀ ਸਮਰੱਥਾ ਨਾਲੋਂ ਵੱਡਾ ਸੰਕਟ ਤੁਹਾਨੂੰ ਨਹੀਂ ਪਾਏਗੀ। ਹਰ ਸੰਕਟ ਵਾਸਤਵ ਵਿੱਚ ਤੁਹਾਡੇ ਸਵੈ ਭਰੋਸੇ ਨੂੰ ਨਾਪਣ ਤੋਲਣ ਦਾ ਇੱਕ ਸਾਧਨ ਹੁੰਦਾ ਹੈ। ਸਵੈ ਭਰੋਸਾ ਸਰੀਰਕ ਸ਼ਕਤੀ ਵਿੱਚੋਂ ਨਹੀਂ, ਆਪਣੇ ਅੰਦਰਲੇ ਭਰੋਸੇ ਵਿੱਚੋਂ ਜਨਮਦਾ ਹੈ। ਨਿੰਦਾ ਅਤੇ ਚੁਗਲੀ ਅਤੇ ਬਦਲੇ ਦੀ ਭਾਵਨਾ ਸਾਡੇ ਸਵੈ ਭਰੋਸੇ ਨੂੰ ਕਮਜ਼ੋਰ ਕਰਦੇ ਹਨ, ਜਦੋਂ ਕਿ ਪ੍ਰਸ਼ੰਸਾ ਅਤੇ ਮਿਲਵਰਤਨ ਸਾਡੇ ਸਵੈ ਭਰੋਸੇ ਨੂੰ ਦ੍ਰਿੜ ਕਰਦੇ ਹਨ। ਅੰਤਲੇ ਰੂਪ ਵਿੱਚ ਹਰ ਸੰਕਟ ਦਾ ਟਾਕਰਾ ਸਾਨੂੰ ਇਕੱਲਿਆਂ ਹੀ ਕਰਨਾ ਪੈਂਦਾ ਹੈ। ਡਰਿਆ ਹੋਇਆ ਵਿਅਕਤੀ ਰੱਬ ਤੋਂ ਸੰਕਟ ਸਮੇਂ ਰੱਖਿਆ ਦੀ ਮੰਗ ਕਰਦਾ ਹੈ, ਜਦੋਂ ਕਿ ਸਵੈ ਭਰੋਸੇ ਵਾਲਾ ਵਿਅਕਤੀ ਰੱਬ ਪਾਸੋਂ ਸੰਕਟ ਨਾਲ ਜੂਝਣ ਦੀ ਆਗਿਆ ਮੰਗਦਾ ਹੈ ਅਤੇ ਉਹ ਜਿੱਤ ਦੇ ਨਿਸ਼ਚੇ ਨਾਲ ਲੜਦਾ ਹੈ। ਮਨੁੱਖ ਨੇ ਆਪਣੇ ਸਾਹਮਣੇ ਆਉਣ ਵਾਲੇ ਹਰ ਸੰਕਟ ਨੂੰ ਜਿੱਤਿਆ ਹੈ। ਜਿਨ੍ਹਾਂ ਦੀ ਨਜ਼ਰ ਅਮੀਰ ਹੁੰਦੀ ਹੈ ਉਹ ਸੰਕਟ ਵਿੱਚੋਂ ਵੀ ਸੰਭਾਵਨਾਵਾਂ ਲੱਭ ਲੈਂਦੇ ਹਨ। ਜਿਨ੍ਹਾਂ ਦੀ ਸੋਚ ਉੱਚੀ ਹੁੰਦੀ ਹੈ ਉਹ ਨਾ ਬੇਵੱਸ ਹੁੰਦੇ ਹਨ, ਨਾ ਲਾਚਾਰ। ਉਹ ਜ਼ਾਲਮਾਂ ਲਈ ਤਲਵਾਰ ਅਤੇ ਕਮਜ਼ੋਰਾਂ ਲਈ ਢਾਲ ਬਣਦੇ ਹਨ। ਧੰਨਵਾਦ।